ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਲਿਆਣਕਾਰੀ ਗੋਦ ਅੰਦਰ ਸੱਜ ਬੈਠੇ ਗੁਰੂ ਖਾਲਸਾ ਜੀ ਮਹਾਰਾਜ ਸਾਹਿਬ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ। ਹਫ਼ਤਾਵਾਰੀ ਦੀਵਾਨਾਂ ਦੀ ਪ੍ਰਾਰੰਭਤਾ ਗੁਰੂ ਸਾਹਿਬ ਜੀ ਦੇ ਪਾਵਨ ਪਿਰਤ ਦਰਬਾਰ ਅੰਦਰ ਹੋਈ। ਵਡਭਾਗੀ ਜਨਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਉੱਤਮ ਬਖਸ਼ਿਸ਼ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਲਿਆਣਕਾਰੀ ਸੁਖ ਦੇਣ ਵਾਲੀ ਬਹੁਤ ਸਰਲ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਤੀ ਰੂਪ ਵਿੱਚ ਹੋਏ। ਵਡਭਾਗੀ ਜਨਾਂ ਨੇ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਭਲੇ ਹਿੱਤ ਸੁਖਮਨੀ ਸਾਹਿਬ ਜੀ ਦਾ ਇਹ ਪਾਠ ਸਰਲ ਭਾਸ਼ਾ ਵਿੱਚ ਸਾਧ ਸੰਗਤ ਜੀ ਉਚਾਰਨ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਪੜ੍ਹਨ ਸੁਣਨ ਦਾ ਜੋ ਫਲ ਹੈ, ਉਹਦੇ ਵਿੱਚ ਫਲਾਦੇਸ਼ ਵਿੱਚ ਕੋਈ ਫਰਕ ਨਹੀਂ ਹੁੰਦਾ। ਕੋਈ ਗੁਰਮੁਖ ਪਿਆਰਾ ਜਪਜੀ ਸਾਹਿਬ ਜੀ ਦਾ ਪਾਠ ਕਰਦਾ ਜਾਂ ਆਸਾ ਜੀ ਦੀ ਵਾਰ ਦਾ ਪਾਠ ਕਰੇ ਜਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹੇ, ਫਲ ਤਾਂ ਇੱਕੋ ਜਿਹਾ ਹੀ ਹੈ। ਪਰ ਬਹੁਤ ਵਾਰ ਕੁਝ ਬਾਣੀਆਂ ਜਿਹੜੀਆਂ ਬਹੁਤ ਮਹਿੰਗੀਆਂ ਹੁੰਦੀਆਂ, ਜਿਨ੍ਹਾਂ ਦਾ ਪਾਠ ਕਰਨ ਮਾਤਰ ਨਾਲ ਸਾਨੂੰ ਅਰਥਾਂ ਦੀ ਸਮਝ ਨਹੀਂ ਪੈਂਦੀ। ਮੰਨ ਲਓ ਆਪਾਂ ਜਪਜੀ ਸਾਹਿਬ ਜੀ ਦਾ ਪਾਠ ਰੋਜ਼ ਕਰਦੇ ਹਾਂ, ਪਰ ਜੇ ਕੋਈ ਆਪਾਂ ਨੂੰ ਪੁੱਛੇ ਵੀ ਇਹਦਾ ਕੀ ਅਰਥ ਹੈ ਜੀ, ਤੀਰਥ ਨਹਾਵਾ ਜੇ ਸੁਭਾਵਾ ਵਿਣ ਭਾਣੇ ਕੇ ਨਹਾਏ ਕਰੀ, ਜੇ ਤੀਸਰੇ ਠੋ ਪਾਈ ਵੇਖਾ ਵਿਣ ਕਰਮਾ ਕੇ ਮੇਰੇ ਲਈ, ਤੇ ਬਹੁਤ ਵਾਰ ਆਪਾਂ ਨੂੰ ਨਹੀਂ ਪਤਾ ਹੋਵੇਗਾ। ਪਰ ਸੁਖਮਨੀ ਸਾਹਿਬ ਮਹਾਰਾਜ ਜੀ ਨੇ ਬਹੁਤ ਸਰਲ ਭਾਸ਼ਾ ਵਿੱਚ ਉਚਾਰਨ ਕੀਤੀ। ਪ੍ਰਭ ਕੈ ਸਿਮਰਨ ਗਰਭ ਨ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਲਗਭਗ ਅਰਥਾਂ ਦਾ ਆਪਾਂ ਨੂੰ ਪਤਾ ਲੱਗੀ ਜਾਂਦਾ। ਪ੍ਰਭੂ ਦਾ ਸਿਮਰਨ ਕੀਤਿਆਂ ਕਾਲ ਵੀ ਟਲ ਜਾਂਦਾ, ਪ੍ਰਭੂ ਦਾ ਸਿਮਰਨ ਕੀਤਿਆਂ ਦੁਸ਼ਮਣ ਵੀ ਟਲ ਜਾਂਦੇ ਹੈ, ਪ੍ਰਭੂ ਦਾ ਸਿਮਰਨ ਕੀਤਿਆਂ ਸਾਰੀ ਪ੍ਰਾਪਤੀ ਹੁੰਦੀ। ਮਤਲਬ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਰਲ ਭਾਸ਼ਾ ਵਿੱਚ ਬਾਣੀ ਉਚਾਰਨ ਕੀਤੀ ਹੈ ਸਾਡੇ ਭਲੇ ਵਾਸਤੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਸਾਧ ਸੰਗਤ ਜੀ ਇੱਕ ਪਵਿੱਤਰ ਬਚਨ ਹੈ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ਿਪਰੋ ਹੋਇਓ ਲਖੀਣਾ, ਬੋਨਾ ਤਾਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ। ਰਵਿਦਾਸ ਧਵੰਟਾ ਧੂਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ। ਸੈਨ ਨਾਈ ਬੁਤਕਾਰੀਆ ਹੋਏ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਇਹ ਬਿਦ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਪਾਠ ਹੋਇਆ। ਸੰਗਤ ਨੇ ਪ੍ਰੇਮ ਨਾਲ ਬੈਠ ਕੇ ਸਰਵਣ ਕੀਤਾ। ਸਤਿਗੁਰੂ ਜੀ ਦੇ ਪਵਿੱਤਰ ਉਪਦੇਸ਼ ਨੂੰ ਸੁਣਦਿਆਂ ਸਾਧ ਸੰਗਤ ਜੀ ਮਨ 'ਚ ਇੱਕ ਚਾਉ ਪੈਦਾ ਹੋ ਜਾਂਦਾ, ਇੱਕ ਪ੍ਰੇਮ ਦੀ ਪ੍ਰੀਤ ਦੀ ਗੰਢ ਪੱਕੀ ਹੋ ਜਾਂਦੀ। ਸਾਡੇ ਅੰਦਰਲਾ ਵਿਸ਼ਵਾਸ ਭਰੋਸਾ ਪ੍ਰਪੱਕ ਹੋ ਜਾਂਦਾ, ਜਿਸ ਕਰਕੇ ਅਸੀਂ ਆਪਣੇ ਜਨਮ ਨੂੰ ਸਫਲਾ ਕਰਨ ਦੇ ਮਾਰਗ ਤੇ ਚੱਲ ਪੈਂਦੇ। ਇਸੇ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਣਨ ਦਾ ਬਹੁਤ ਵੱਡਾ ਮਹਾਤਮ ਕਥਨ ਕੀਤਾ ਹੈ। ਇਹ ਜਿਹੜਾ ਸ਼ਬਦ ਹੈ, ਇਸ ਦੇ ਅਖੀਰਲੇ ਬਚਨ ਨੇ ਜਿਹੜੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ, ਇਹ ਬਿਧ ਸੁਣ ਕੇ ਜਾਟ ਰੋਠ ਭਗਤੀ ਲਾਗਾ। ਪਹਿਲਾਂ ਚਾਰ ਭਗਤਾਂ ਦਾ ਜ਼ਿਕਰ ਕੀਤਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਭਗਤ ਨਾਮਦੇਵ ਸਾਹਿਬ ਜੀ, ਭਗਤ ਕਬੀਰ ਸਾਹਿਬ ਜੀ, ਭਗਤ ਰਵਿਦਾਸ ਜੀ ਔਰ ਭਗਤ ਸੈਣ ਜੀ। ਇਹਨਾਂ ਚਾਰਾਂ ਦੀ ਸੋਭਾ ਸੁਣ ਕੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ, ਕਹਿੰਦੇ ਇਹਨਾਂ ਚਾਰ ਭਗਤਾਂ ਦੀ ਵਡਿਆਈ ਸਰਵਣ ਕਰਕੇ ਭਗਤ ਧੰਨਾ ਜੀ ਦੇ ਮਨ ਵਿੱਚ ਚਾਅ ਪੈਦਾ ਹੋਇਆ ਭਗਤੀ ਕਰਨ ਦਾ। ਕਿਉਂਕਿ ਕਿਸੇ ਨਾ ਕਿਸੇ ਪ੍ਰਮਾਤਮਾ ਦੇ ਕੌਤਕ ਨੂੰ ਕੋਈ ਨਾ ਕੋਈ ਗੁਰਮੁਖ ਜਦੋਂ ਸਰਵਣ ਕਰਾਉਂਦਾ, ਫਿਰ ਮਨ 'ਚ ਸਾਧ ਸੰਗਤ ਜੀ ਇਹ ਚਾਅ ਪੈਦਾ ਹੁੰਦਾ। ਫਿਰ ਮਨ ਵਿੱਚ ਰੀਝ ਜਾਂਦੀ ਹੈ ਬਈ ਮੈਂ ਵੀ ਆਪਣੇ ਜਨਮ ਨੂੰ ਸਫਲਾ ਕਰਨ ਵਾਸਤੇ ਪ੍ਰਮਾਤਮਾ ਦੇ ਮਾਰਗ ਤੇ ਚੱਲਾਂ। ਕਿਉਂਕਿ ਜੀਵਨ ਦੇ ਦੋ ਪੱਖ ਨੇ, ਇੱਕ ਸੰਸਾਰਿਕ ਹੈ, ਇੱਕ ਅਧਿਆਤਮਿਕ ਹੈ, ਪਰਮਾਰਥ ਜਿਹਨੂੰ ਆਪਾਂ ਕਹਿੰਦੇ ਹਾਂ। ਸੰਸਾਰਿਕ ਮਾਰਗ ਵਿੱਚ ਆਪਾਂ ਬਾਣੀ ਪੜ੍ਹੀਏ, ਨਿਤਨੇਮ ਕਰੀਏ ਨਾ ਕਰੀਏ, ਦਰਸ਼ਨ ਕਰੀਏ ਨਾ ਕਰੀਏ, ਪਰਮੇਸ਼ਰ ਨੂੰ ਮੰਨੀਏ ਨਾ ਮੰਨੀਏ, ਕੋਈ ਰੁਕਾਵਟ ਨਹੀਂ ਪੈਂਦੀ। ਜਿਹੜੇ ਸਵਾਸ ਅਕਾਲ ਪੁਰਖ ਵਾਹਿਗੁਰੂ ਨੇ ਦਿੱਤੇ ਆ, ਉਹ ਹਰ ਜੀਵ ਭੋਗ ਕੇ ਚਲਿਆ ਜਾਂਦਾ। ਉਹਦੇ ਸਮਾਨ ਕਰਮਾਂ ਅਨੁਸਾਰ, ਪੁੰਨ ਕਰਮਾਂ ਅਨੁਸਾਰ, ਪਾਪ ਕਰਮਾਂ ਅਨੁਸਾਰ ਜੀਵਨ 'ਚ ਦੁੱਖ ਸੁੱਖ ਵੀ ਚੱਲਦਾ ਰਹਿੰਦਾ ਤੇ ਉਹ ਜੀਵਨ ਬਤੀਤ ਕਰਕੇ ਸੰਸਾਰ ਤੋਂ ਚੱਲ ਜਾਂਦਾ। ਪਰ ਇੱਕ ਦੂਸਰਾ ਪਾਸਾ ਇਸੇ ਮਨੁੱਖਾ ਜੀਵਨ ਦਾ, ਜਿਹਨੂੰ ਆਪਾਂ ਪਰਮਾਰਥਕ ਜੀਵਨ ਕਹਿੰਦੇ ਹਾਂ, ਧਾਰਮਿਕ ਪਾਸਾ। ਜੇ ਆਪਣੇ ਕੋਲੇ ਸੰਸਾਰਕ ਸੁੱਖ ਸਾਰੇ ਵੀ ਹੋਣ ਪਰ ਧਰਮ ਮਨਫੀ ਹੋਵੇ, ਤਾਂ ਗੁਰੂ ਸਾਹਿਬ ਜੀ ਨੇ ਸਾਧ ਸੰਗਤ ਜੀ ਉਸ ਜੀਵਨ ਨੂੰ ਜੀਵਨ ਬਿਲਕੁਲ ਨਹੀਂ ਮੰਨਿਆ। ਹਾਲਾਂਕਿ ਸੰਸਾਰਿਕ ਜੀਵਨ ਚੱਲ ਰਿਹਾ ਹੋਵੇ, ਬਹੁਤ ਵਧੀਆ ਚੱਲ ਰਿਹਾ ਹੈ, ਤਾਂ ਬਹੁਤ ਵਾਰ ਬੰਦੇ ਦੀ ਇਹ ਮਾਨਸਿਕ ਦਸ਼ਾ ਹੁੰਦੀ ਹੈ, ਉਹ ਕਹਿੰਦਾ ਮੈਨੂੰ ਧਰਮ ਦੀ ਜ਼ਰੂਰਤ ਹੈ ਨਹੀਂ, ਕਿਉਂਕਿ ਜੀਵਨ ਤਾਂ ਚੱਲ ਰਿਹਾ ਬਿਲਕੁਲ ਠੀਕ ਠਾਕ, ਸੰਸਾਰ ਵਿੱਚ ਕੋਈ ਕਮੀ ਤਾਂ ਹੈ ਨਹੀਂ, ਸਭ ਆਨੰਦ ਬਣੇ ਪਏ ਆ।
पर गुरु साहब जी ने आख्या नहीं, ये जीवन जीवन नहीं है, ये सवास पूरे करने, तो जून पूरी कर रहे हैं, इनू जीवन नहीं कहते असल में। सतगुरु जी का बड़ा प्यारा वचन कहते, अत सुंदर कुलीन चतुर मुख ज्ञानी धनवंत मृतक कहिए नानका जे प्रीत नहीं भगवान। 5 चीज़ां गिणियां जी, पंजे किसी को कोले नहीं होंदियां, किसी एक मनुख नूं पंजे कुदरती किसी कोल होण तां आपां कह नहीं सकते, पर जे किसी कोल होण भी तां महाराज सच्चे पातशाह कहंदे कोई खास गल नहीं हैगी गुरमुखो। अत सुंदर कुलीन चतुर मुख ज्ञानी धनवंत। अत दा अत मतलब अनलिमिटेड, बहुत सुंदर। अत दा सुंदर होवे, अत लफ्ज सारे थावां ते लगेगा। अत सुंदर, अत सत्कारयोग खानदान च पैदा होया होवे। कुलीन का मतलब है वो कुल जिसका दुनिया उदा ही सत्कार करती है। सुंदर भी बहुत है, खानदान भी चंगे विच पैदा होया। अत सुंदर कुलीन चतुर, ते विहारां करके चातर भी बहुत है, मतलब बुद्धि पूरी काम करती है, जनरल नॉलेज बहुत है। अत सुंदर कुलीन चतुर मुख ज्ञानी, ते जिहड़ा ज्ञान है ना, मुख तो ज्ञान का उच्चारण करना, जिहड़ा दुनियावी ज्ञान है, जिहड़ा संसारिक ज्ञान है, ये बारे भी बहुत कुछ पता हो। धनवंत ते पंजवां कहते धनवान, धन की भी कोई कमी ना हो, सारे पदार्थ खुले होण, माया खुली होवे, अत दा सुंदर होवे, चंगी कुल च पैदा होया होवे, ज्ञान भी उन्हें बथेरा संसार दा आउंदा होवे। तां भी महाराज पंजवें पातशाह दे ये सतगुरु जी दे पवित्र वचन कहंदे, मृतक कहिए नानका जे प्रीत नहीं भगवंत। ਉਹਦੇ ਜੀਵਨ ਵਿੱਚ अगर महाराज ਦੀ प्रीति है नहीं तो कहंदे ਉਹ ਤੇ ਡੈਡ ਬੋਡੀ ਤੁਰੀ ਫਿਰਦੀ, ਲਾਸ਼ ਹੈ ਤਾਂ ਮ੍ਰਿਤਕ ਹੈ। ਇੰਨਾ ਕੁਝ ਉਹ ਸੰਸਾਰਿਕ ਤੌਰ ਤੇ ਆਪਣੇ ਕੋਲੇ ਲਈ ਫਿਰਦਾ, ਪਰ ਉਹਦੇ ਕੋਲੇ ਅਕਾਲ ਪੁਰਖ ਵਾਹਿਗੁਰੂ ਦਾ ਪ੍ਰੇਮ ਨਹੀਂ ਹੈਗਾ। ਗੁਰਮੁਖੋ ਪ੍ਰੇਮ ਸੁਣ ਤੋਂ ਬਿਨਾਂ ਪੈਦਾ ਨਹੀਂ ਹੁੰਦਾ। ਆਪਾਂ ਕਦੀ ਨਾ ਕਦੀ ਕਥਾ ਸੁਣਾਂਗੇ, ਕੀਰਤਨ ਸੁਣਾਂਗੇ, ਮਹਾਰਾਜ ਦਾ ਉਪਦੇਸ਼ ਸੁਣਾਂਗੇ, ਕੋਈ ਸਤਿਗੁਰੂ ਜੀ ਦੇ ਕੌਤਕ ਸੁਣਾਂਗੇ ਤੇ ਮਨ 'ਚ ਚਾਅ ਪੈਦਾ ਹੋਵੇਗਾ, ਫਿਰ ਬੰਦਾ ਜੀਵਨ ਸਫਲ ਕਰਨ ਵਾਲੇ ਪਾਸੇ ਤੁਰਦਾ। ਫਿਰ ਉਹਨੂੰ ਆਉਂਦਾ ਵੀ ਠੀਕ ਹੈ, ਸੰਸਾਰਿਕ ਤੌਰ ਤੇ ਤਾਂ ਮਹਾਰਾਜ ਨੇ ਬਹੁਤ ਕੁਝ ਦਿੱਤਾ, ਜੀਵਨ ਠੀਕ ਚੱਲ ਰਿਹਾ, ਪਰ ਕੁਝ ਨਾ ਕੁਝ ਧਰਮ ਵੀ ਤਾਂ ਪੱਲੇ ਹੋਣਾ ਚਾਹੀਦਾ ਨਾ। ਕਿਉਂਕਿ ਮਹਾਰਾਜ ਜੀ ਦੇ ਆਉਣ ਦਾ ਮਨੋਰਥ ਆ, ਕਲਗੀਧਰ ਪਾਤਸ਼ਾਹ ਦਾ ਅਵਤਾਰ ਦਿਹਾੜਾ ਲੰਘ ਕੇ ਗਿਆ, ਮਹਾਰਾਜ ਦਾ ਪ੍ਰਕਾਸ਼ ਪੁਰਬ, ਤੇ ਸਤਿਗੁਰੂ ਜੀ ਕਹਿੰਦੇ ਹਾਵੇਂ ਕਾਜ ਜਗਤੋਂ ਆਏ ਧਰਮ ਹੀ ਗੁਰਦੇਵ ਪਠਾਏ। ਅਸੀਂ ਸਿਰਫ ਇਸੇ ਕਰਕੇ ਸੰਸਾਰ ਤੇ ਆਏ ਹਾਂ ਕਿਉਂਕਿ ਧਰਮ ਵਾਸਤੇ ਮਹਾਰਾਜ ਨੇ ਸਾਨੂੰ ਭੇਜਿਆ। ਸੰਸਾਰ ਤੇ ਧਰਮ ਚੱਲਦਾ ਰਹਿਣਾ ਚਾਹੀਦਾ, ਧਰਮ ਕਿਤੇ ਫਰੀਜ ਨਾ ਹੋ ਜੇ। ਅਗਰ ਧਰਮ ਖਤਮ ਹੋ ਗਿਆ ਤਾਂ ਸਮਝ ਲਓ ਜੀਵਨ ਪਸ਼ੂਆਂ ਦੀ ਤਰ੍ਹਾਂ। ਧਰਮ ਹੀ ਹੈ ਕਿ ਜਿਹੜੇ ਧਰਮ ਦੇ ਸੰਸਕਾਰ ਹੀ ਆ ਜਿਹੜੇ ਸਾਨੂੰ ਸਿਖਾਉਂਦੇ ਆ ਕਿ ਜੀਵਨ ਸੰਸਾਰ ਵਿੱਚ ਕਿਵੇਂ ਚੱਲਣਾ, ਕਿਵੇਂ ਚੱਲਦਾ ਰੱਖਣਾ। ਬਸ ਕਹਿੰਦੇ ਅਸੀਂ ਇਸੇ ਲਈ ਆਏ, ਸਾਡੇ ਆਉਣ ਦਾ ਹੋਰ ਕੋਈ ਮਨੋਰਥ ਹੈ ਨਹੀਂ। यही काज तराहम जन्मन समझ ले हो साधु सांग मनमन संत बारन धर्म चलावन संत बारन रुठ सबन को मूल पान। मर कहते संतां की रख्या करनी क्योंकि उन्होंने धर्म का प्रचार करना हुंदा, धर्म के उभारन वास्ते संतां की रख्या वास्ते, ते जिहड़े धर्म च रुकावट बन के उन्होंने दुष्टां की जड़ पट्टण वास्ते असीं संसार ते आए। असल च ये 10वें पातशाह दी आउण दा मनोरथ है। कहते सिर्फ मनोरथ एक किसी भी असीं धर्म चलदा रखना, धर्म करके आए। ਹੁਣ ਧਰਮ ਜਿਸ ਜੀਵਨ ਵਿੱਚ ਮਨਫੀ ਹੈ, ਜਿਹਨੂੰ ਲੋਕਾਂ ਨੇ ਪਹਿਲਾਂ ਚਲੋ ਹੁਣ ਤਾਂ ਮਹਾਰਾਜ ਦੀ ਕਿਰਪਾ ਪ੍ਰਚਾਰ ਬਥੇਰਾ ਹੁੰਦਾ ਕਰਕੇ ਕਾਫੀ ਮੋੜ ਹੈ, ਨਹੀਂ ਤਾਂ ਪਹਿਲਾਂ ਲੋਕਾਂ ਇਹ ਵੀ ਲਿਖ ਲਿਖਿਆ ਸੀ ਵੀ ਧਰਮ ਦੀ ਜੀਵਨ 'ਚ ਜ਼ਰੂਰਤ, ਧਰਮ ਤੇ ਕਹਿੰਦੇ ਸੀ ਵੀ ਅਮੀਰ ਲੋਕਾਂ ਦੇ ਮਨ ਪਰਚਾਵੇ ਦਾ ਇੱਕ ਸਾਧਨ ਹੈ, ਧਰਮ ਦੀ ਜ਼ਰੂਰਤ ਕੋਈ ਨਹੀਂ ਹੈਗੀ ਜੀਵਨ 'ਚ। ਧਰਮ ਤੇ ਇਹ ਵੀ ਲੋਕਾਂ ਨੇ ਲਿਖਿਆ ਸੀ ਵੀ ਧਰਮ ਇੱਕ ਅਫੀਮ ਹੈ, ਸਲੋ ਪੋਇਜ਼ਨ, ਜਿਹਨੂੰ ਹੌਲੀ ਹੌਲੀ ਮਾਰਨਾ ਹੋਵੇ ਉਹਨੂੰ ਤੁਸੀਂ ਧਰਮ ਦੇ ਰਾਹ ਪਾ ਦਿਓ। ਕਿਹਨਾਂ ਲੋਕਾਂ ਨੇ ਲਿਖਿਆ ਸੀ ਜਿਹੜੇ ਧਰਮ ਤੋਂ ਟੁੱਟ ਚੁੱਕੇ ਸਨ, ਜਿਨ੍ਹਾਂ ਨੇ ਸਿਰਫ ਸੰਸਾਰੀ ਜੀਵਨ ਨੂੰ ਜੀਵਨ ਮੰਨਿਆ ਸੀ। पर जो आप गुरबाणी नाल जुड़ते हैं, सुनते हैं, पढ़ते हैं, सत संगत करते, फिर महाराज सच्चे पातशाह कहते खाना पीना हसना सौना विसर गया है मरना। कहते ने खा लिया पी लिया हस लिया सौ लिया, ਇਹਦਾ ना जीवन तो है नहीं, मौत तो विसर गई ना। फिर इनू तो जीवन नहीं ना वो कहते। महाराज ने त्रिक जीवन नहीं रहना। ये ਜਿਹੜਾ ਜੀਵਨ ਹੈ ਇਹਨੂੰ ਗੁਰੂ ਸਾਹਿਬ ਨੇ ਜੀਵਨ ਨਹੀਂ ਮੰਨਿਆ। ਮੈਂ ਰਾਮ ਚ ਬੇਨਤੀ ਕੀਤੀ, ਸੰਸਾਰਿਕ ਤੌਰ ਤੇ ਜੀਵਨ ਬਹੁਤ ਵਧੀਆ ਚੱਲ ਰਿਹਾ ਹੁੰਦਾ ਬੰਦੇ ਦਾ, ਪਰ ਜੇ ਉਹਦੇ ਜੀਵਨ ਵਿੱਚੋਂ ਸਾਧ ਸੰਗਤ ਜੀ ਧਰਮ ਮਨਫੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਇਹ ਕੋਈ ਜੀਵਨ ਨਹੀਂ ਹੈਗਾ। ਗੁਰਮੁਖੋ ਬੰਦੇ ਦੀ ਜ਼ਿੰਦਗੀ ਵਿੱਚ ਸਿਮਰਨ ਭਜਨ ਜ਼ਰੂਰ ਹੋਣਾ ਚਾਹੀਦਾ, ਧਰਮ ਜ਼ਰੂਰ ਹੋਣਾ ਚਾਹੀਦਾ। ਸਤ ਸੰਗਤ ਸੇਵਾ ਤੋਂ ਬਿਨਾਂ ਗੁਰੂ ਸਾਹਿਬ ਜੀ ਨੇ ਆਖਿਆ ਜੀਵਨ ਕਿਸੇ ਕੰਮ ਨਹੀਂ ਹੈਗਾ। ਗੁਰਮੁਖੋ ਸੋ ਉਹ ਇਸ ਪਾਸੇ ਆਪਾਂ ਮੁੜਾਂਗੇ ਤਾਂ ਜੇ ਕਿਸੇ ਗੁਰਮੁਖ ਤੋਂ ਆਪਾਂ ਕੋਈ ਅਕਾਲ ਪੁਰਖ ਵਾਹਿਗੁਰੂ ਦਾ ਪ੍ਰਤਾਪ ਕੌਤਕ ਸਰਵਣ ਕਰਾਂਗੇ, ਕਿਸੇ ਗੁਰਮੁਖ ਦਾ ਜੀਵਨ ਆਪਣੇ ਨਾਲ ਕੋਈ ਸਾਂਝਾ ਕੀਤਾ ਜਾਵੇਗਾ, ਆਪਾਂ ਨੂੰ ਪਤਾ ਲੱਗੇਗਾ ਕਿ ਇਸ ਪਿਆਰੇ ਗੁਰਮੁਖ ਪਿਆਰੇ ਨੇ ਆਪਣੇ ਜੀਵਨ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਨੇੜਤਾ ਪ੍ਰਾਪਤ ਕੀਤੀ। ਇਉਂ ਉਹਦੀ ਖਾਤਰ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਤਾਂ ਮਨ 'ਚ ਚਾਅ ਪੈਦਾ ਹੋਵੇਗਾ ਫਿਰ ਮੈਂ ਵੀ ਇਸ ਮਾਰਗ ਤੇ ਚੱਲਾਂ। ਬਸ ਉਹ ਇਹ ਪੰਜਵੇਂ ਪਾਤਸ਼ਾਹ ਜੀ ਨੇ ਇਸ ਸ਼ਬਦ ਵਿੱਚ ਕਿਰਪਾ ਕੀਤੀ। ਮਹਾਰਾਜ ਕਹਿੰਦੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ। ਭਗਤ ਨਾਮਦੇਵ ਜੀ ਦਾ ਅਕਾਲ ਪੁਰਖ ਵਾਹਿਗੁਰੂ ਨਾਲ ਮਨ ਇੱਕ ਮਿਲ ਹੋ ਗਿਆ। ਆੜ ਦਾਮ ਕੋ ਛਿਪਰੋ
ਹੋਇਓ ਲਠੀਨਾ। ਕਹਿੰਦੇ ਲੋਕ ਅੱਧੀ ਕੌਡੀ ਦਾ ਸ਼ਿੰਬਾ ਕਹਿੰਦੇ ਸੀ, ਕਿਉਂਕਿ ਜਾਤ ਨੀਵੀਂ ਕਰਕੇ ਲੋਕ ਬਹੁਤ ਜਾਤ ਪਾਤ ਦਾ ਬੋਲਬਾਲਾ ਸੀ ਪਹਿਲਾਂ। ਜਿਹੜੀ 11ਵੀਂ ਸਦੀ 'ਚ ਸਾਧ ਸੰਗਤ ਜੀ ਭਗਤੀ ਦੀ ਲਹਿਰ ਚੱਲੀ ਸੀ, ਸ਼ੂਦਰ ਨੂੰ ਲੋਕ ਮੱਥੇ ਲਾ ਕੇ ਰਾਜੀ ਨਹੀਂ ਸੀ। ਕੋਈ ਸ਼ੂਦਰ ਨੂੰ ਆਪਣੇ ਖੂਹ ਤੋਂ ਪਾਣੀ ਨਹੀਂ ਸੀ। ਉਹ ਤਾਂ ਛੱਡੋ ਗੱਲ, 30-40 ਸਾਲ ਪਿੱਛੇ ਚੱਲ ਜਾਓ, ਫਿਰ ਵੀ ਕਿਹੜਾ ਜਿਹਨੂੰ ਨੀਵੀਂ ਜਾਤ ਲੋਕ ਕਹਿੰਦੇ ਉਹਦੇ ਬਰਤਨ ਵੱਖਰੇ ਰੱਖੇ ਜਾਂਦੇ ਆ। ਤਾਂ ਹੁਣ ਮਹਾਰਾਜ ਨੇ ਕਿਰਪਾ ਕੀਤੀ, ਅੱਜ ਜਦੋਂ ਸਤਿਗੁਰੂ ਜੀ ਦਾ ਅਵਤਾਰ ਹੋਇਆ ਤਾਂ ਮਹਾਰਾਜ ਨੇ ਆਖਿਆ ਇੱਕੋ ਪੰਕਤੀ 'ਚ ਸਾਰੇ ਬੈਠਣਗੇ। ਭਾਵੇਂ ਰਾਜਾ ਅਕਬਰ ਆ ਗਿਆ ਗੋਇੰਦਵਾਲ, ਉਹ ਵੀ ਉਹਨਾਂ ਹੀ ਸਾਰੇ ਸੁੱਖਾਂ 'ਚ ਬੈਠਾ, ਭਾਵੇਂ ਉੱਥੇ ਕੋਈ ਗਰੀਬ ਆ ਅਮੀਰ ਆ। ਇਹ ਤਾਂ ਮਹਾਰਾਜ ਸਾਹਿਬ ਜੀ ਨੇ ਸਾਧ ਸੰਗਤ ਜੀ ਭੇਦ ਮਿਲ ਗਿਆ ਸੀ। ਨਹੀਂ ਤਾਂ ਸ਼ੂਦਰ ਨੂੰ ਮੱਥੇ ਲਾ ਕੇ ਵਾਕਿਆ ਬਿਲਕੁਲ ਕੋਈ ਰਾਜੀ ਨਹੀਂ ਸੀ ਹੁੰਦਾ। ਲੋਕ ਕਹਿੰਦੇ ਸੀ ਅੱਧੀ ਕੌਡੀ ਦਾ ਸ਼ਿੰਬਾ। ਪੰਜਵੇਂ ਪਾਤਸ਼ਾਹ ਕਹਿੰਦੇ ਥੋੜਾ ਜਿਹਾ ਉਹਦਾ ਜੀਵਨ ਵਿਚਾਰ ਕੇ ਵੇਖੋ ਗੁਰਮੁਖੋ। ਉਹ ਅੱਧੀ ਕੌਡੀ ਦਾ ਸ਼ਿੰਬਾ ਜਿਹਨੂੰ ਲੋਕ ਕਹਿੰਦੇ ਸਨ, ਉਹ ਲੱਖਾਂ ਦਾ ਗੁਣਾਂ ਦਾ ਸਮੁੰਦਰ ਬਣ ਗਿਆ। ਦੁਨੀਆ ਉਹਦੇ ਪਿੱਛੇ ਪਿੱਛੇ ਤੁਰੀ ਫਿਰਦੀ ਸੀ। ਕੀ ਕੀਤਾ ਜੀ ਉਹਨੇ? ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ। ਕਹਿੰਦੇ ਬਸ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਰਕੇ, ਭਜਨ ਕਰਨ ਕਰਕੇ ਉਹਦਾ ਮਨ ਪਰਮੇਸ਼ਰ ਨਾਲ ਇਕਮਿਕ ਹੋ ਗਿਆ। ਇਹ ਸੁਣ ਰਹੇ ਆ ਭਗਤ ਧੰਨਾ ਜੀ, ਇਹ ਵਿਧ ਸੁਣ ਕੇ ਜੱਟ ਰੋਠ ਭਗਤੀ ਲੱਗਾ। ਕਹਿੰਦੇ ਜੱਟ ਕਿਵੇਂ ਭਗਤੀ ਕਰਨ ਲੱਗ ਪਿਆ ਜੀ? ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਉਹ ਇੰਨਾ ਵੱਡੇ ਭਾਗਾਂ ਵਾਲਾ ਧੰਨਾ ਕਿਵੇਂ ਹੋ ਗਿਆ ਜਿਹਨੂੰ ਪ੍ਰਤੱਖ ਗੁਸਾਈ ਮਿਲਿਆ? ਪ੍ਰਗਟ। ਪ੍ਰਤੱਖ ਦਾ ਅਰਥ ਹੁੰਦਾ ਦਿਖਾਈ ਦੇ ਕੇ ਗੱਲ ਸੁਣਨੀ ਤੇ ਗੱਲ ਦੇ ਅੱਗੇ ਜਵਾਬ ਦੇਣਾ, ਦਿਖਾਈ ਦੇਣੀ। ਗੁਪਤ ਰੂਪ 'ਚ ਤਾਂ ਪਰਮੇਸ਼ਰ ਸਭ ਜਗ੍ਹਾ ਹੀ ਹੈ, ਜਲ ਥਲ ਮਈਲ ਪੂਰਿਆ, ਪਰ ਕੁਝ ਥਾਵਾਂ ਤੇ ਅਕਾਲ ਪੁਰਖ ਵਾਹਿਗੁਰੂ ਪ੍ਰਗਟ ਹੋਇਆ। ਪੰਜਵੇਂ ਪਾਤਸ਼ਾਹ ਕਹਿੰਦੇ ਧੰਨੇ ਨੇ ਪ੍ਰਗਟ ਕੀਤਾ ਉਸ ਪ੍ਰਮਾਤਮਾ ਨੂੰ। ਪਰ ਕਿਵੇਂ? ਉਹਨੇ ਸੁਣਿਆ ਭਗਤ ਨਾਮਦੇਵ ਜੀ ਦਾ ਜੀਵਨ। ਇਹ ਵਿਧ ਸੁਣ ਕੇ ਜਾਟ ਰੋਠ ਭਗਤੀ ਲੱਗ। ਸੁਣ ਕੇ ਉਹਨਾਂ ਭਗਤਾਂ ਦਾ ਜੀਵਨ ਜੱਟ ਕਹਿੰਦੇ ਭਗਤੀ ਕਰਨ ਲੱਗ ਪਿਆ। ਕਿਹਦਾ ਸੁਣਿਆ ਸੀ? ਭਗਤ ਨਾਮਦੇਵ ਜੀ, ਕਬੀਰ ਸਾਹਿਬ, ਰਵਿਦਾਸ ਸਾਹਿਬ ਤੇ ਸੈਣ ਜੀ, 4 ਭਗਤਾਂ ਦਾ ਜ਼ਿਕਰ ਕਰ ਰਹੇ ਪੰਜਵੇਂ ਪਾਤਸ਼ਾਹ ਜੀ। ਹੁਣ ਨਾਮਦੇਵ ਜੀ ਦਾ ਸੁਣਿਆ ਕੀ ਹੈ? ਭਗਤ ਧੰਨਾ। ਕਿਉਂਕਿ ਭਗਤ ਧੰਨਾ ਜੀ ਉਹਨਾਂ ਤੋਂ ਬਾਅਦ ਦੇ ਭਗਤ ਹੈ, ਉਹ ਪਹਿਲਾਂ ਹੋ ਚੁੱਕੇ ਭਗਤ ਨੇ। ਸੁਣਿਆ ਕੀ ਜੀ? ਭਗਤ ਧੰਨਾ ਜੀ ਨੇ ਕਿਸੇ ਤੋਂ ਸੁਣਿਆ ਵੀ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਨ ਵਾਲੇ ਭਗਤ ਨਾਮਦੇਵ ਜੀ ਦੀ ਖਾਤਰ ਪ੍ਰਮਾਤਮਾ ਨੇ ਮੰਤਰ ਫੇਰ ਦਿੱਤਾ। ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਨ ਕਰਕੇ ਆਪਣੇ ਭਗਤ ਦੀ ਲਾਜ ਰੱਖਣ ਲਈ ਪ੍ਰਮਾਤਮਾ ਨੇ ਮਰੀ ਹੋਈ ਗਊ ਜਿਉਂਦੀ। ਆਪਾਂ ਸਾਰੇ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਲਵਾਂਗੇ, ਬਾਹਰੋਂ ਨਹੀਂ। ਹੁਣ ਭਗਤ ਨਾਮਦੇਵ ਜੀ ਆਪਣਾ ਆਪ ਸਾਧ ਸੰਗਤ ਜੀ ਉਹ ਹਾਲ ਦੱਸਦੇ। ਉਹ ਕਹਿੰਦੇ ਭਗਤ ਨਾਮਦੇਵ ਜੀ ਜਦੋਂ ਰਟਨ ਕਰਦੇ ਦਿੱਲੀ ਪਹੁੰਚੇ ਤਾਂ ਦਿੱਲੀ ਦਾ ਜਿਹੜਾ ਬਾਦਸ਼ਾਹ ਉਸ ਵੇਲੇ ਸਾਧ ਸੰਗਤ ਜੀ ਉਹ ਬਹੁਤ ਮੁਤੱਸਬੀ ਹੈ। ਉਹਨੇ ਵੇਖਿਆ ਵੀ ਅੱਛਾ ਇਹ ਹਿੰਦੂ ਭਗਤ ਹੈ, ਇਹਦੇ ਮਗਰ ਬਹੁਤ ਦੁਨੀਆ ਤੁਰੀ ਫਿਰਦੀ ਹੈ, ਸ਼ਿਕਾਇਤਾਂ ਲੱਗੀਆਂ, ਉਹ ਮੁਤੱਸਬੀ ਸੀ। ਉਹਨੇ ਭਗਤ ਨਾਮਦੇਵ ਜੀ ਨੂੰ ਫੜ ਲਿਆ ਤੇ ਭਗਤ ਨਾਮਦੇਵ ਜੀ ਆਪ ਕਹਿੰਦੇ ਸਾਡੇ ਨਾਲ ਏਦਾਂ ਬੀਤੀ। ਸੁਲਤਾਨ ਪੁੱਛਿਆ ਸੁਣਦੇ ਨਾਮਾ, ਦੇਖੋ ਰਾਮ ਤੁਮਾਰੇ ਕੰਮਾਂ। ਇਹ ਹੁਣ ਭਗਤ ਧੰਨਾ ਜੀ ਸੁਣ ਰਹੇ ਕਿਸੇ ਤੋਂ ਭਗਤ ਨਾਮਦੇਵ ਜੀ ਦਾ ਜੀਵਨ ਵੀ ਏਦਾਂ ਹੋਈ ਸੀ। ਜਦੋਂ ਦਿੱਲੀ ਆਏ ਭਗਤ ਨਾਮਦੇਵ ਜੀ, ਕੀ ਹੋਇਆ? ਕਹਿੰਦੇ ਸੁਲਤਾਨ ਪੁੱਛਿਆ ਸੁਣਦੇ ਨਾਮਾ, ਦੇਖੋ ਰਾਮ ਤੁਮਾਰੇ ਕੰਮਾਂ। ਨਾਮਾ ਸੁਲਤਾਨੇ ਬਾਦਲਾ, ਦੇਖੋ ਤੇਰਾ ਹਰ ਬੀਠਲਾ। ਬਿਸਮਿਲ ਗਊ ਦੇਹੋ ਜੀ ਆਏ, ਨਾਤਰ ਗਰਦਨ ਮਾਰੋਂ ਠਾਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਭਗਤ ਨਾਮਦੇਵ ਜੀ ਕਹਿੰਦੇ ਕੀ ਹੋਇਆ ਮੇਰੇ ਨਾਲ? ਦਿੱਲੀ ਆਏ, ਬਾਦਸ਼ਾਹ ਨੇ ਭਗਤ ਨਾਮਦੇਵ ਜੀ ਨੂੰ ਫੜ ਲਿਆ, ਬੰਨ ਲਿਆ। ਉਹ ਕਹਿੰਦੇ ਮੈਨੂੰ ਬੰਦਾ ਕਾਹਤੋਂ ਆ? ਨਾਮਾ ਸੁਲਤਾਨੇ ਬਾਦਲਾ। ਤੇ ਉਹ ਕਹਿੰਦਾ ਦੇਖੋ ਤੇਰਾ ਹਰ ਬੀਠਲਾ, ਕਿਉਂਕਿ ਬੀਠਲ ਕਹਿ ਕੇ ਯਾਦ ਕਰਦੇ ਸੀ ਨਾ ਪਰਮੇਸ਼ਰ ਨੂੰ, ਕਿਉਂਕਿ ਮਹਾਰਾਸ਼ਟਰ ਦੇ ਮਰਾਠੀ ਬੋਲਦੇ ਸੀ। ਉਹ ਕਹਿੰਦੇ ਮੈਂ ਤੇਰੇ ਬੀਠਲ ਦੀ ਕਰਾਮਾਤ ਦੇਖਣੀ, ਤੂੰ ਇੰਨੀ ਦੁਨੀਆ ਮਗਰ ਲਾਈ ਫਿਰਦੀ, ਅੱਧੀ ਦਿੱਲੀ ਤੈਨੂੰ ਨਮਸਕਾਰਾਂ ਕਰਦੀ, ਕੀ ਹੈ ਤੇਰੇ ਕੋਲੇ? ਜੇ ਤੇਰੇ ਕੋਲੇ ਕੁਝ ਹੈ ਤੂੰ ਪਖੰਡ ਕਰ ਰਿਹਾ। ਕਿਉਂਕਿ ਮੁਤੱਸਬੀ ਬੰਦਾ ਨਹੀਂ ਮੰਨਦਾ ਹੁੰਦਾ ਵੀ ਭਗਤ ਦੇ ਅੰਦਰ ਕੋਈ ਕਲਾ ਵਰਤ ਰਹੀ ਹੈ, ਜਿੰਨੀ ਦੇਰ ਉਹ ਦੇਖ ਨਹੀਂ ਲੈਂਦਾ। ਉਹਨੇ ਕਿਹਾ ਜੇ ਤੇਰੇ ਕੋਲ ਕਲਾ ਹੈ ਪ੍ਰਮਾਤਮਾ ਦੀ ਵਾਕਿਆ ਹੀ, ਤੇਰਾ ਬੀਠਣ ਨਾਲ ਮਨ ਇੱਕ ਵੇਕ ਹੈ ਤੇ ਆਹ ਗਊ ਮਾਰ ਦਿੱਤੀ, ਇਹਨੂੰ ਜਿਉਂਦੀ ਕਰ ਦੇ, ਮੈਂ ਵੀ ਤੈਨੂੰ ਨਮਸਕਾਰ ਕਰਦਾ। ਬਾਹਰ ਕਹਿੰਦੇ ਨਾਮਾ ਸੁਲਤਾਨੇ ਬਾਦਲਾ, ਦੇਖੋ ਤੇਰਾ ਹਰ ਬੀਠਲਾ। ਬਿਸਮਿਲ ਗਊ ਦੇਹੋ ਜੀ ਆਏ, ਨਾਤਰ ਗਰਦਨ ਮਾਰ ਉਠਾਏ। ਕਹਿੰਦੇ ਨਹੀਂ ਤੇ ਤੇਰੀ ਗਰਦਨ ਮੈਂ ਧੜ ਤੋਂ ਵੱਖਰੀ ਕਰ ਦਿਆਂਗਾ। ਆ ਬਿਸਮਿਲ ਕੀਤੀ ਗਊ ਨੂੰ ਜਿਉਂਦੀ ਕਰ, ਮੈਂ ਤਾਂ ਦੇਖਣਾ ਵੀ ਵਾਕਿਆ ਤੇਰੇ 'ਚ ਕੋਈ ਕਲਾ ਹੈਗੀ। ਹੁਣ ਭਗਤ ਨਾਮਦੇਵ ਜੀ, ਕਿਉਂਕਿ ਭਗਤ ਤਾਂ ਨਿਮਰਤਾ ਦੇ ਪੁੰਜ ਹੈ, ਕਦੀ ਵੀ ਭਗਤ ਆਪਣਾ ਆਪਾ ਨਹੀਂ ਜਣਾਉਂਦਾ ਵੀ ਹਾਂ ਮੈਂ ਕੁਝ ਕਰ ਸਕਦਾ। ਭਗਤ ਨਾਮਦੇਵ ਜੀ ਕਹਿੰਦੇ ਬਾਦਸ਼ਾਹ ਐਸੀ ਕਿਉਂ ਹੋਏ? ਬਿਸਮਿਲ ਕੀਆ ਨਾ ਜੀਵ ਰੱਖੋ, ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋ। ਕਹਿੰਦੇ ਬਾਦਸ਼ਾਹ ਇਦਾਂ ਕਿੱਦਾਂ ਹੋ ਸਕਦਾ? ਇਹ ਮਰੀ ਗਊ ਕਿਵੇਂ ਜਿਉਂਦੀ ਹੋ ਸਕਦੀ? ਮੇਰਾ ਕੀਤਾ ਥੋੜ੍ਹਾ ਕੁਝ ਹੋ ਰਿਹਾ, ਇਹ ਤੇ ਪ੍ਰਮਾਤਮਾ ਕਰਦਾ ਜੋ ਕੁਝ ਹੁੰਦਾ, ਮੈਂ ਕੀ ਕਰ ਸਕਦਾ? ਤੇ ਬਾਦਸ਼ਾਹ ਕਹਿੰਦਾ ਠੀਕ ਹੈ, ਫਿਰ ਆਪਣੇ ਪ੍ਰਮਾਤਮਾ ਨੂੰ ਆਖ ਕਰੇ। ਤੂੰ ਤਾਂ ਉਸੇ ਨੂੰ ਜਾਪ ਰਿਹਾ ਨਾ, ਜੇ ਤੂੰ ਉਹਨੂੰ ਜਾਪ ਰਿਹਾ ਤਾਂ ਫਿਰ ਆਪਣੇ ਪਰਮੇਸ਼ਰ ਨੂੰ ਆਖ ਵੀ ਗਊ ਜਿਉਂਦੀ ਕਰੇ। ਤੇਰੀ ਜਾਨ ਤਾਂ ਬਚਣੀ ਹੈ ਜੇ ਗਊ ਜਿਉਂਦੀ ਹੋਈ ਤੇ। ਨਾਤਰ ਗਰਦਨ ਮਾਰਨ ਬਾਦਸ਼ਾਹ ਚੜ੍ਹਿਓ ਹੰਕਾਰ, ਗੱਜ ਹਸਤੀ ਦੀਨੋ ਚਮਕਾਰ। ਉਹ ਹੰਕਾਰੀ ਹੋ ਗਿਆ ਨਾ, ਹੰਕਾਰ ਸੀ, ਮੁਤੱਸਬਪੁਣੇ ਵਿੱਚ ਸੀ। ਉਹ ਕਹਿੰਦਾ ਜਾਂ ਤਾਂ ਫਿਰ ਸਾਦਾ ਆਪਣਾ ਪ੍ਰਮਾਤਮਾ, ਉਹਨੂੰ ਕਹਿ ਗਊ ਜਿਉਂਦੀ ਕਰੇ ਜਾਂ ਤੈਨੂੰ ਮਾਰ ਦਿੱਤਾ ਜਾਏ। ਟਾਈਮ ਦੇ ਦਿੱਤਾ ਜੀ 7 ਘੜੀਆਂ। ਆਪਾਂ ਸ਼ਬਦ ਵਿੱਚੋਂ ਚਲੋ ਥੋੜਾ, ਸ਼ਬਦ ਬਹੁਤ ਲੰਬਾ ਹੈ ਭਗਤ ਨਾਮਦੇਵ ਤੇ ਪੰਜਵੇਂ ਪਾਤਸ਼ਾਹ ਜੀ ਦਾ ਜ਼ਿਕਰ ਕੀਤਾ ਜਿਹੜਾ ਨਾਮਦੇਵ ਜੀ ਨੇ ਉਚਾਰਿਆ।
7 ਘੜੀਆਂ ਦਾ ਸਮਾਂ ਦੇ ਦਿੱਤਾ। 7 ਘੜੀਆਂ मतलब एक पैर लगभग, ਉਹਦਾ 7.5 ਘੜੀਆਂ ਦਾ 1 ਪੈਰ ਹੁੰਦਾ, ਕਿਉਂਕਿ ਪਹਿਲਾਂ ਘੜੀ 22 ਮਿੰਟ ਦੀ ਹੁੰਦੀ ਸੀ, ਅੱਜ ਕੱਲ੍ਹ ਘੜੀ 24 ਮਿੰਟ ਦੀ ਹੈ। ਇੱਕ ਘੜੀ ਆਦੀ ਹੋ ਤੇ ਆਦ ਭਗਤ ਕਬੀਰ ਸਾਹਿਬ ਨੇ ਜਿਹੜਾ ਆਖਿਆ, ਇੱਕ ਘੜੀ ਅੱਜ ਕੱਲ੍ਹ 24 ਮਿੰਟ ਦੀ ਹੈ। ਸਤਿਗੁਰੂ ਜੀ ਦੇ ਅਵਤਾਰ ਲੈਣ ਤੋਂ ਪਹਿਲਾਂ ਘੜੀ 22 ਮਿੰਟ ਦੀ ਚੱਲਦੀ ਸੀ। ਇਸ ਕਰਕੇ ਉਹ 7 ਘੜੀਆਂ ਦਾ 1 ਪੈਰ ਬਣਿਆ, 7.5 ਘੜੀਆਂ ਦਾ ਪਹਿਲੇ ਸਮੇਂ ਅਨੁਸਾਰ 1 ਪੈਰ ਸੀ। ਹੁਣ ਬਾਦਸ਼ਾਹ ਨੇ ਆਖ ਦਿੱਤਾ ਵੀ ਇਹ ਤੂੰ 1 ਘੜੀ 1 ਪੈਰ ਹੈ ਤੇਰੇ ਕੋਲੇ। ਦਿੱਲੀ ਸਾਰੀ ਇਕੱਠੀ ਹੋਈ ਵੇਖਣ ਵਾਸਤੇ ਵੀ ਭਗਤ ਨਾਮਦੇਵ ਜੀ ਨੂੰ ਫੜ ਲਿਆ ਜੀ। ਹੁਣ ਦੇਖੋ ਗਊ ਜੀ ਹੁੰਦੀ ਕਿ ਨਹੀਂ ਹੁੰਦੀ। 1 ਘੜੀ ਦਾ ਸਮਾਂ ਦੇ ਦਿੱਤਾ, 1 ਪੈਰ ਦਾ। ਕਹਿੰਦੇ ਲੈ ਤੂੰ ਨਹੀਂ ਨਾ ਕਰ ਸਕਦਾ ਤੇ ਠੀਕ ਆ, ਤੂੰ ਕਹਿਣਾ ਨਾ ਕਰ ਹੈ ਰਾਮ ਹੋਏ ਹਸੋਏ ਆਪਣਾ ਰਾਮ ਸੱਦ, ਫਿਰ ਜੇ ਰਾਮ ਤੇਰੀ ਖਾਤਰ ਗਊ ਜਿਉਂਦੀ ਕਰ ਦੇਗਾ ਤੇਰੀ ਜਾਨ ਬਖਸ਼ ਦਿਆਂਗੇ, ਉਵੇਂ ਤੈਨੂੰ ਛੱਡਣਾ ਇੱਥੇ ਕਿਸੇ ਨੇ ਨਹੀਂ। ਤੇ ਭਗਤ ਨਾਮਦੇਵ ਜੀ ਬੈਠ ਗਏ ਜੀ, ਫਿਰ ਚੌਂਕੜਾ ਮਾਰ ਕੇ ਲੰਘ ਗਿਆ 7 ਘੜੀਆਂ। ਜਲਾਦ ਆਇਆ, ਟੋਕਾ ਉਹਦੇ ਹੱਥ 'ਚ। ਉਹਨੇ ਫਿਰ ਜਦੋਂ 7 ਘੜੀਆਂ ਲੰਘ ਗਈਆਂ ਤਾਂ ਭਗਤ ਨਾਮਦੇਵ ਜੀ ਨੂੰ ਕਹਿੰਦਾ ਵੀ ਨਾਮਦੇਵ ਅੱਖਾਂ ਖੋਲ, ਤੈਨੂੰ ਜਿਹੜਾ ਦਿੱਤਾ ਸੀ ਬਾਦਸ਼ਾਹ ਨੇ ਸਮਾਂ ਉਹ ਮੁੱਕ ਗਿਆ ਤੇ ਤੇਰਾ ਕੋਈ ਰਾਮ ਨਹੀਂ ਆਇਆ। ਉਹ ਗਊ ਮਰੀ ਹੈ ਤੇ ਹੁਣ ਤੇਰਾ ਸਿਰ ਮੈਂ ਕੱਟਣਾ, ਕਿਉਂਕਿ ਮੇਰੀ ਡਿਊਟੀ ਇਹੀ ਹੈ। ਤੇ ਜਦੋਂ ਉਹਨੂੰ ਹਿਲਾਇਆ ਤੇ ਫਿਰ ਭਗਤ ਨਾਮਦੇਵ ਜੀ ਕਹਿੰਦੇ 7 ਘੜੀ ਜਦ ਬੀਤੀ ਸੁਣੀ ਅਜੋ ਨਾ ਆਇਓ ਤੇਰੇ ਭੁਣ ਧਣੀ। ਇੰਨੇ ਵਿਸ਼ਵਾਸ ਨਾਲ ਭਗਤ ਨੇ ਅੱਖਾਂ ਖੋਲ ਕੇ ਆਖਿਆ। ਇਹ ਭਰੋਸਾ ਸਿਰਫ ਭਗਤ ਨੂੰ ਹੁੰਦਾ। ਸਾਧ ਸੰਗਤ ਜੀ, ਅਸੀਂ ਤਾਂ ਡਾਵਾਂਡੋਲੇ ਤੁਰੇ ਫਿਰਦੇ ਹਾਂ ਸੱਚ। ਉਹਨੂੰ ਮਾਣ ਸੀ ਕਿ ਜੇ ਹੋਏਗਾ ਖਸਮ ਤਾਂ ਲੈ ਕਰ ਆਖ ਆ ਜਾਏਗਾ, ਫਿਰ ਜੇ ਮੇਰਾ ਖਸਮ ਹੋਇਆ ਤਾਂ ਮੈਨੂੰ ਬਚਾਵੇਗਾ। ਜਦੋਂ ਜਲਾਦ ਨੇ ਆਖਿਆ ਵੀ ਉੱਠ ਅੱਖਾਂ ਖੋਲ, 7 ਘੜੀਆਂ ਲੰਘ ਗਈਆਂ, ਆਇਆ ਨਹੀਂ ਤੇਰਾ ਕੋਈ, ਗਊ ਮਰੀ ਪਈ ਹੈ। 7 ਘੜੀ ਜਦ ਬੀਤੀ ਸੁਣੀ ਅਜੋ ਨਾ ਆਇਓ ਤੇਰੇ ਭੁਣ ਧਣੀ ਭਾਖੰਤਣ ਬਾਜ ਬਜਾਏ ਲਾ ਗਰੜ ਚੜੇ ਗੋਬਿੰਦ ਆਏਲਾ। ਇਹ ਕਹਿਣ ਦੀ ਦੇਰ ਸੀ ਤੇ ਕਹਿੰਦੇ ਆਪੋ ਪ੍ਰਗਟ ਹੋ ਗਿਆ ਜੀ ਉੱਥੇ। ਹੁਣ ਕੀ ਪ੍ਰਗਟ ਹੋ ਕੇ ਪ੍ਰਮਾਤਮਾ ਕਹਿ ਰਿਹਾ ਭਗਤ ਨਾਮਦੇਵ ਨੂੰ, ਕਹਿੰਦਾ ਕਹੇ ਤਾਂ ਧਰਨਾ ਕੋਡੀ ਕਰੋ, ਕਹੇ ਤਾਂ ਲੇਕਰ ਉੱਪਰ ਧਰੋ, ਕਹੇ ਤਾਂ ਮੋਈ ਗਊ ਦਿਓ ਜੀ ਆਏ, ਸਭ ਕੁਝ ਦੇਖਿਆ ਪਤੀ ਆਏ। 4 ਗੱਲਾਂ ਉਹਨੇ ਕਹੀਆਂ। ਤੂੰ ਕਹਿਣਾ ਧਰਤੀ ਟੇਢੀ ਕਰ ਦਿਆਂ, ਆ ਗਿਆ ਮੈਂ ਤੇਰੀ ਖਾਤਰ ਹੀ ਆਇਆ। ਪਰਮਾਤਮਾ ਨੇ ਆਖਿਆ ਮੈਂ ਤੇਰੇ ਕਰਕੇ ਆਇਆ, ਦੱਸ। ਤਾਂ ਕਹੇ ਤਾਂ ਧਰਨਾ ਅਕੋਡੀ ਦਾ ਅਰਥ ਹੁੰਦਾ ਟੇਢੀ। ਉਹ ਕਹਿੰਦਾ ਇੰਨੀ ਦਿੱਲੀ ਵਾਲੀ ਧਰਤੀ ਟੇਢੀ ਕਰ ਦਿਆਂ। ਕਹੇ ਤਾਂ ਲੇਕਰ ਉੱਪਰ ਧਰੋ, ਜੇ ਤੂੰ ਕਹਿਣਾ ਜਿਹੜੇ ਤੈਨੂੰ ਦੁੱਖ ਦੇ ਰਹੇ ਭਗਤਾ ਇਹ ਇੰਨੀ ਧਰਤੀ ਲੈ ਕੇ ਤੇ ਮੈਂ ਮੁੱਦੀ ਮਾਰ ਦੇਣਾ, ਖਤਮ ਹੀ ਕਰ ਦੇਣਾ। ਕਹੇ ਤਾਂ ਮੋਈ ਗਊ ਦਿਓ ਜੀ ਆਏ, ਸਭ ਕੁਝ ਦੇਖੇਗਾ, ਸਾਰੀ ਦੁਨੀਆ ਦੇਖ ਰਹੀ ਹੈ। ਤੂੰ ਦੱਸ ਗਊ ਜਿਉਂਦੀ ਕਰਾਂ, ਇਹਨਾਂ ਨੂੰ ਸਜ਼ਾ ਦੇਵਾਂ, ਪੁੱਠੀ ਕਰ ਦਿਆਂ, ਇੰਨੀ ਧਰਤੀ ਟੇਢੀ ਕਰ ਦਿਆਂ, ਦੱਸ ਕੀ ਕਰਨਾ, ਮੈਂ ਆਇਆ ਤੇਰੇ ਕਰਕੇ ਆ ਬਸ। ਤੇ ਭਗਤ ਨਾਮਦੇਵ ਜੀ ਕਹਿੰਦੇ ਨਾਮਾ ਪਰਣਾ ਸੇਲ ਮਸੇਲ ਗਊ ਦੁਹਾਈ ਬਸ਼ਰਾਂ ਦੇ। ਸੇਲ ਮਸੇਲ ਕਹਿੰਦੇ ਜਿਹੜਾ ਨਿਆਣਾ ਪਾ ਕੇ ਗਊ ਚੋਂਦੇ ਸੀ ਨਾ, ਮੱਝ ਜਿਹੜੀ ਨਹੀਂ ਛੇਤੀ ਮਿਲਦੀ ਤਾਂ ਉਹਨੂੰ ਨਿਆਣਾ ਰੱਸੀ ਪਾ ਲੈਂਦੇ ਸੀ ਲੱਤਾਂ ਨੂੰ, ਉਹਨੂੰ ਪਿੰਡਾਂ 'ਚ ਕਹਿੰਦੇ ਹੁੰਦੇ ਸੀ ਨਿਆਣਾ ਪਾਉਣਾ। ਆਪਾਂ ਨੂੰ ਇੱਥੇ ਬੱਚਿਆਂ ਨੂੰ ਸਮਝਾਉਣਾ ਔਖਾ, ਪਰ ਆਪਾਂ ਨੂੰ ਪਤਾ ਉੱਥੋਂ ਆਏ ਆ ਵੀ ਉਹਨੂੰ ਕਹਿੰਦੇ ਸੇਲ ਮਸੇਲ ਦਾ ਅਰਥ ਹੁੰਦਾ ਵੀ ਰੱਸੀ ਪਾ ਕੇ ਤੇ ਗਊ ਚੋ ਲਈਦੀ ਹੈ। ਹੁਣ ਨਾਮਦੇਵ ਜੀ ਕਹਿੰਦੇ ਨਹੀਂ ਕੋਈ ਰੌਲਾ ਹੀ ਨਹੀਂਗਾ ਜੀ, ਜੇ ਤੁਸੀਂ ਆ ਗਏ ਜੇ ਤੇ ਬਸ ਤੁਸੀਂ ਆ ਗਊ ਜਿਉਂਦੀ ਕਰੋ। ਤਾਂ ਆ ਬੈਠਾ ਬਾਦਸ਼ਾਹ, ਇਹਨੂੰ ਆਪਾਂ ਇਸੇ ਗਊ ਦਾ ਦੁੱਧ ਚੋ ਕੇ ਤੇ ਬਾਦਸ਼ਾਹ ਨੂੰ ਦਿਖਾ ਦਈਏ ਤੇ ਲੜਾਈ ਮੁੱਕ ਜਾਂਦੀ। ਨਾਮਾ ਪਰਮਾ ਸੇਲ ਮਸੇਲ ਗਊ ਦੁਹਾਈ ਬਸ਼ਰਾਂ ਦੇ। ਕਹਿੰਦੇ ਉਹ ਪ੍ਰਮਾਤਮਾ ਨੇ ਗਊ ਜਿਉਂਦੀ ਕਰ ਦਿੱਤੀ, ਕਿਉਂਕਿ ਮ੍ਰਿਤਕ ਕੋ ਪਾਇਓ ਤਨ ਸਾਸਾ ਵੀ ਉਹਦੇ ਵਾਸਤੇ ਕਿੰਨਾ ਔਖਾ ਭਰਾ ਭਾਵੇਂ ਗਨਸਾਸ ਤੇ ਰੱਖੇ। ਭਗਤ ਦੀ ਖਾਤਰ ਗਊ ਜਿਉਂਦੀ ਕੀਤੀ। ਕਹਿੰਦੇ ਦੁੱਧੇ ਦੋ ਜਾਂ ਮਟਕੀ ਭਰੀ ਲੈ ਬਾਦਸ਼ਾਹ ਕੇ ਆਗੇ ਤਰੀ, ਬਾਦਸ਼ਾਹ ਮਹਿਲ ਮੈਂ ਜਾਏ ਉਹ ਘਟ ਕੀ ਘਟ ਲੱਗੀ ਆ। ਦੁੱਧੇ ਦੋਹੇ ਹੁੰਦਾ ਚੋਣਾ। ਕਹਿੰਦੇ ਚੋ ਕੇ ਉਹ ਮਰੀ ਗਊ ਜਿਉਂਦੀ ਹੋਈ, ਬਸ਼ਾ ਉਹਦੇ ਥੱਲੇ ਛੱਡਿਆ, ਦੁੱਧ ਚੋ ਲਿਆ, ਮਟਕੀ 'ਚ ਪਾਇਆ। ਕਹਿੰਦੇ ਆ ਲੈ ਭਾਈ ਪੀ। ਬਾਦਸ਼ਾਹ ਦੇ ਅੱਗੇ ਰੱਖੀ ਮਟਕੀ। ਫਿਰ ਕਹਿੰਦੇ ਲੈ ਤੂੰ ਕਹਿੰਦਾ ਸਾ ਨਾ ਆ ਗਿਆ ਮੇਰਾ ਰਾਮ ਤੇ ਆ ਮਰੀ ਗਊ ਦਾ ਦੁੱਧ ਤੂੰ ਦੇਖ ਲਿਆ, ਪੀ ਲਾ ਭਾਈ ਤੂੰ। ਹੁਣ ਉਹਨੇ ਕਿੱਥੇ ਪੀਣਾ ਸੀ। ਕਹਿੰਦੇ ਆਓ ਘਟ ਬਾਦਸ਼ਾਹ ਚਲੇ ਗਿਆ ਜੀ, ਸ਼ਰਮਿੰਦਾ ਹੋਇਆ ਆਪਣੇ ਮਹਿਲ 'ਚ, ਤੇ ਉਹਨੂੰ ਦੁੱਖ ਦੀ ਘੜੀ ਆਣ ਪੜੀ, ਕਿਉਂਕਿ ਭਗਤ ਨਾਲ ਅਸਲ 'ਚ ਉਹਨੇ ਮੱਥਾ ਲਾਇਆ ਸੀ ਨਾ। ਆਓ ਘਟ ਕੀ ਘਟ ਲੱਗ ਗਈ ਆਏ, ਮਤਲਬ ਉਹਨੂੰ ਤਕਲੀਫ ਬਹੁਤ ਹੋਈ, ਬਾਦਸ਼ਾਹ ਨੂੰ ਪਰੇਸ਼ਾਨੀ ਹੋਈ। ਜਿਵੇਂ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਲਾਉਣ ਕਰਕੇ ਉਹਦਾ ਪਿਸ਼ਾਬ ਰੁਕ ਗਿਆ, ਬੰਨ ਪੈ ਗਿਆ। ਹੁਣ ਬਾਦਸ਼ਾਹ ਤਰਲੇ ਰਹਿੰਦਾ ਵੀ ਇਹ ਤਾਂ ਬਹੁਤ ਗਲਤੀ ਹੋ ਗਈ, ਮੈਨੂੰ ਮਾਫ ਕਰ ਦੇ, ਮੈਨੂੰ ਮਾਫ ਕਰ ਦੇ। ਕਾਜੀ ਮੁੱਲਾ ਬਿਨਤੀ ਫਰਮਾਏ ਬਖਸ਼ੀ ਹਿੰਦੂ ਮੈਂ ਤੇਰੀ ਗਾਇ। ਉਹ ਕਹਿੰਦਾ ਵੀ ਮੈਨੂੰ ਵੀ ਆਪਣੀ ਗੱਲ ਸਮਝ ਕੇ ਤੂੰ ਹਿੰਦੂ ਭਗਤਾਂ ਮੈਨੂੰ ਮਾਫ ਕਰ ਦੇ, ਮੇਰੇ ਤੋਂ ਗਲਤੀ ਹੋ ਗਈ। ਹੁਣ ਮੈਨੂੰ ਪਤਾ ਲੱਗ ਗਿਆ ਹਾਂ ਤੂੰ ਤੇਰੀ ਪ੍ਰਮਾਤਮਾ ਨਾਲ ਸਿੱਧੀ ਗੱਲ ਹੈ, ਤੂੰ ਤੇਰੀ ਖਾਤਰ ਪ੍ਰਮਾਤਮਾ ਨੇ ਗਊ ਜਿਉਂਦੀ ਕਰ ਦਿੱਤੀ। ਹੁਣ ਉਹ ਭਗਤ ਨਾਮਦੇਵ ਜੀ ਕਹਿੰਦੇ ਠੀਕ ਹੈ, ਤੇਰਾ ਮੇਰੇ ਨਾਲ ਕੋਈ ਮੇਰੀ ਕਿਹੜੀ ਤੇਰੇ ਨਾਲ ਕੋਈ ਈਰਖਾ, ਤੂੰ ਹੀ ਕਰ ਰਿਹਾ ਸਾਇਦਾਂ। ਤੇ ਹੁਣ ਇਹ ਗੱਲ ਹੈ ਵੀ ਅੱਜ ਤੋਂ ਬਾਅਦ ਉਹ ਕਹਿੰਦਾ ਮੈਂ ਤੇਰੇ ਲਈ ਕੀ ਕਰਾਂ। ਭਗਤ ਨਾਮਦੇਵ ਕਹਿੰਦੇ ਨੇ ਬਸ ਤੂੰ ਮੇਰੇ ਲਈ ਕੁਝ ਨਹੀਂ ਕਰਨਾ, ਇਨਸਾਫ ਦਾ ਰਾਜ ਕਰ ਬਾਕੀ ਸਾਰੇ ਲੋਕਾਂ ਵਾਸਤੇ। ਇਸ ਪਤੀਆ ਕਾ ਹੈ ਪ੍ਰਵਾਨ ਸਾਚ ਸੀਲ ਚਾਲੋ ਸੁਲਤਾਨ। ਉਹ ਕਹਿੰਦੇ ਬਸ ਮੇਰੀ ਬੇਨਤੀ ਇੰਨੀ ਹੈ ਵੀ ਸਾਚ ਸੀਲ ਤੂੰ ਸੱਚ ਤੇ ਪਹਿਰਾ ਦੇ, ਤਾਂਗੜਾ ਕਰ ਕਿਸੇ ਨੂੰ ਦੂਜੇ ਧਰਮ ਦਾ ਦੂਜੇ ਮਜ਼ਹਬ ਦਾ ਸਮਝ ਕੇ ਤੂੰ ਲੋਕਾਂ ਨੂੰ ਦੁੱਖ ਦੇ ਰਿਹਾ, ਇਵੇਂ ਨਾ ਕਰ, ਬਸ ਸੱਚ ਦਾ ਰਾਜ ਧਰਮ ਦਾ ਰਾਜ ਕਰ। ਹੁਣ ਭਗਤ ਨਾਮਦੇਵ ਜੀ ਵਾਸਤੇ ਗਊ ਜਿਉਂਦੀ ਹੋਈ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਇਹ ਭਗਤ ਧੰਨਾ ਜੀ ਸੁਣ ਰਹੇ ਵੀ ਭਗਤ ਨਾਮਦੇਵ ਵਾਸਤੇ ਅੱਛਾ
ਕਹਿੰਦੇ ਉਹਨੇ ਗਊ ਜਿਉਂਦੀ ਕਰ ਦਿੱਤੀ। ਫਿਰ ਕਿਸੇ ਨੇ ਕਿਹਾ ਕਦੇ ਗਊ ਜਿਉਂਦੀ ਨਹੀਂ ਕੀਤੀ, ਉਹਦੇ ਵਾਸਤੇ ਤਾਂ ਮੰਦਿਰ ਵੀ ਫੇਰ ਦਿੱਤਾ। ਹਸਤ ਖੇਲਤ ਤੇਰੇ ਦੇਹਰੇ ਆਇਆ, ਭਗਤ ਕਰਤਨਾਮਾ ਪਕੜ ਉਠਾਇਆ, ਹਿੰਦਰੀ ਜਾਤ ਮੇਰੀ ਜਾਤ ਮਰਾਇਆ, ਸ਼ੀਪੇ ਕੇ ਜਨਮ ਕਾਹੇ ਕੋ ਆਇਆ। ਕਹਿੰਦੇ ਹੱਸਦੇ ਖੇਡਦੇ ਭਗਤ ਨਾਮਦੇਵ ਜੀ ਉਹ ਮੰਦਿਰ 'ਚ ਜਾ ਵੜੇ। ਮੰਦਿਰ ਤਾਂ ਆਪਾਂ ਦੇਖਿਆ ਹੀ ਹੈ ਨਾ, ਸ਼ਾਇਦ ਤੁਹਾਡੇ ਚੋਂ ਕੁਝ ਗੁਰਮੁਖਾਂ ਨੇ ਦਰਸ਼ਨ ਕੀਤੇ ਹੋਣਗੇ, ਆਪਾਂ ਕੀਤੇ ਆ। ਜਦੋਂ ਹਜ਼ੂਰ ਸਾਹਿਬ ਜਾਈਏ ਤੇ ਉਹ ਭਗਤ ਨਾਮਦੇਵ ਜੀ ਦੇ ਜਦੋਂ ਪਿੰਡ ਆਪਾਂ ਜਾਂਦੇ ਰਸਤੇ 'ਚੋਂ ਮੰਦਿਰ ਆ ਜਾਂਦਾ, ਜਿਹੜਾ ਘੁਮਾਇਆ ਪ੍ਰਮਾਤਮਾ ਨੇ ਭਗਤ ਨਾਮਦੇਵ ਜੀ ਵਾਸਤੇ। ਹਜ਼ੂਰ ਸਾਹਿਬ ਜਦੋਂ ਜਾਂਦੇ ਫਿਰ ਦਰਸ਼ਨ ਕਰੀਦੇ, ਉਹ ਵੀ ਜ਼ਿਕਰ ਭਗਤ ਨਾਮਦੇਵ ਜੀ ਨੇ ਆਪ ਹੀ ਕਰ ਦਿੱਤਾ। ਕਹਿੰਦੇ ਮੈਂ ਹੱਸਦਾ ਖੇਡਦਾ ਇੱਕ ਦਿਨ ਮੰਦਿਰ 'ਚ ਜਾ ਵੜਿਆ, ਮੰਦਿਰ ਸੀ ਉੱਚੀ ਜਾਤੀ ਵਾਲਿਆਂ ਦਾ, ਤਾਂ ਮੈਂ ਜਾ ਕੇ ਜਦ ਉੱਥੇ ਬਹਿ ਗਿਆ, ਆਰਤੀ ਹੋ ਰਹੀ ਸੀ, ਤਾਂ ਉਹਨਾਂ ਨੇ ਧੱਕੇ ਮਾਰੇ, ਤੂੰ ਕਾਹਦੇ ਲਈ ਮੰਦਿਰ 'ਚ ਆ ਗਿਆ, ਕਿਉਂਕਿ ਨੀਵੀਂ ਜਾਤ ਹੈ। ਫਿਰ ਭਗਤ ਨਾਮ ਜੀ ਰੋਸ ਕੀਤਾ, ਹੀਨੜੀ ਜਾਤ ਮੇਰੀ ਜਾਤ ਮਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਇਹ ਜੇ ਮੇਰੀ ਹੀਣੀ ਜਾਤ ਹੈ ਤੇ ਫਿਰ ਦੱਸ ਇਹ ਮੈਂ ਆਇਆ ਇਸ ਜਾਤ ਵਿੱਚ, ਤੂੰ ਕਾਹਨੂੰ ਮੈਨੂੰ ਭੇਜਿਆ ਸ਼ੀਬਿਆਂ ਦੇ ਘਰੇ? ਜੇ ਮੈਂ ਸ਼ੀਬਿਆਂ ਦੇ ਘਰੇ ਪੈਦਾ ਹੋ ਕੇ ਭਗਤੀ ਨਹੀਂ ਸੀ ਕਰ ਸਕਦਾ ਤਾਂ ਮੈਨੂੰ ਕਾਹਦੇ ਲਈ ਸ਼ੀਬਿਆਂ ਦੇ ਘਰੇ ਜਨਮ ਦੇਣਾ ਸੀ ਤੂੰ? ਮੈਂ ਮੰਦਿਰ 'ਚ ਨਹੀਂ ਜਾ ਸਕਦਾ ਸੀ। ਨਾਰਾਜ਼ ਹੋਏ ਭਗਤ ਨਾਮਦੇਵ ਜੀ, ਕਹਿੰਦੇ ਲੈ ਚੱਲੀ ਕਮਲੀ ਚੱਲਿਓ ਪਲਟਾਏ, ਦਿਉਰੇ ਪਾਸੇ ਬੈਠਾ ਜਾਏ। ਉਹ ਆਪਣੀ ਉਹਨਾਂ ਨੇ ਕਮਲੀ ਰੱਖੀ ਮੋਢੇ ਤੇ ਰੋਸ ਜਿਹਾ ਮਨ ਵਿੱਚ ਮੰਨ ਕੇ ਜਦੋਂ ਉਹਨਾਂ ਧੱਕੇ ਮਾਰੇ ਤੇ ਮੰਦਿਰ ਦੇ ਪਿੱਛੇ ਜਾ ਕੇ ਭਗਤ ਨਾਮਦੇਵ ਜੀ ਬਹਿ ਗਏ। ਤੇ ਜਿਉਂ-ਜਿਉਂ ਨਾਮਾ ਹਰ ਗੁਣ ਉਚਰੇ ਭਗਤ ਜਨਾ ਕਹੋ ਦੇਹਰਾ ਫੇਰ ਦਿਆ ਦੇਹਰਾ ਨਾਮੇ ਕੋ ਪੰਡੀਨ ਕੋ ਪਛਵਾਰ ਲਾ। ਜਿਵੇਂ ਜਿਵੇਂ ਉਹ ਪਰਮੇਸ਼ਰ ਨੂੰ ਚੇਤੇ ਕਰ ਰਿਹਾ ਤੇ ਮੰਦਿਰ ਘੁੰਮ ਕੇ ਉਹਦਾ ਜਿਹੜਾ ਮੁੱਖ ਦਵਾਰ ਸੀ ਭਗਤ ਫੇਰ ਆਏ ਜੀ, ਸਾਰੇ ਦੌੜੇ ਭਗਤ ਨਾਮਦੇਵ ਜੀ ਦੇ ਚਰਨੀ ਪਏ, ਸਾਡੇ ਕੋਲ ਗਲਤੀ ਹੋ ਗਈ, ਸਾਨੂੰ ਤਾਂ ਪਤਾ ਹੀ ਨਹੀਂ ਸੀ, ਅਸੀਂ ਤੁਹਾਨੂੰ ਧੱਕੇ ਮਾਰ ਬੈਠੇ। ਇਹ ਭਗਤ ਨਾਮਦੇਵ ਜੀ ਦੀ ਖਾਤਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਕੌਤਕ ਕੀਤਾ ਤੇ ਭਗਤ ਧੰਨਾ ਜੀ ਸੁਣ ਰਹੇ ਆ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ਿਪਰ ਹੋਇਓ ਲਖੀਣਾ, ਬੋਨਾ ਤੰਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ। ਹੁਣ ਦੂਜੇ ਭਗਤ ਦੀ ਗੱਲ ਆ ਗਈ। ਕਹਿੰਦੇ ਫਿਰ ਭਗਤ ਧੰਨਾ ਜੀ ਨੇ ਸੁਣਿਆ ਭਗਤ ਕਬੀਰ ਸਾਹਿਬ ਜੀ ਦਾ ਜੀਵਨ। ਉਹ ਕੀ ਕਰਦੇ ਸੀ? ਬੋਨਾ ਤਾਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜਲਾਹਰਾ ਭਇਓ ਗੁਣੀ। ਕਹਿੰਦੇ ਨੀਵੀਂ ਕੋਲ ਦਾ ਜਲਾਇਆ ਲੋਕ ਕਹਿੰਦੇ ਸੀ, ਜਾਤ ਜਲਾਹਾ ਮਤ ਕਾ ਧੀਰ। ਭਗਤ ਕਬੀਰ ਸਾਹਿਬ ਆਪ ਵੀ ਕਹਿੰਦੇ ਬਲਹਾਰੀ ਇਸ ਜਾਤ ਕੋ। ਉਹ ਕਹਿੰਦੇ ਮੈਨੂੰ ਕੋਈ ਫਰਕ ਨਹੀਂ ਹੈਗਾ, ਮੈਂ ਜਲਾਇਆ ਦੀ ਜਾਤ ਚ ਤਾਂ ਲੋਕਾਂ ਨੂੰ ਫਰਕ ਹੋਏਗਾ, ਮੈਨੂੰ ਨਹੀਂ, ਮੈਂ ਤਾਂ ਜਿਸ ਜਾਤ 'ਚ ਪਰਮਾਤਮਾ ਨੇ ਜਪਾ ਦਿੱਤਾ ਮੈਂ ਉਸੇ ਨੂੰ ਧੰਨ ਕਹਿ ਰਿਹਾ। ਪਰ ਪੰਜਵੇਂ ਪਾਤਸ਼ਾਹ ਕਹਿੰਦੇ ਦੇਖ ਲਓ ਤੁਸੀਂ, ਉਹ ਕਬੀਰ ਸਾਹਿਬ ਤਾਣੀ ਕੱਪੜਾ ਬੁਣਨਾ ਜਿਨ੍ਹਾਂ ਦੀ ਕਿਰਤ ਹੈ, ਪਰ ਉਹ ਸਵੇਰੇ ਸ਼ਾਮ ਆਪਣੀ ਕਿਰਤ ਰੋਕ ਕੇ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿੱਚ ਜੁੜਦੇ। ਸਾਰਾ ਦਿਨ ਉਹ ਕੰਮ ਹੀ ਕਰਦੇ, ਆਪਣਾ ਕਿਰਤ ਕਰਦੇ ਭਗਤ ਕਬੀਰ ਦੀ, ਕਿਉਂਕਿ ਖੱਡੀ ਤਾਣੀ ਤੇ ਕੱਪੜਾ ਬੁਣਨਾ ਉਹਨਾਂ ਦੀ ਕਿਰਤ ਹੈ, ਉਸੇ ਨਾਲ ਹੀ ਪਰਿਵਾਰ ਦਾ ਰੋਟੀ ਪਾਣੀ ਚੱਲਦਾ। ਪਰ ਪੰਜਵੇਂ ਪਾਤਸ਼ਾਹ ਕਹਿੰਦੇ ਸਵੇਰੇ ਸ਼ਾਮ ਉਹ ਆਪਣਾ ਕੰਮ ਰੋਕ ਦਿੰਦੇ ਸੀ। ਬੁਣਨਾ ਤਾਣਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਉਹ ਪ੍ਰੀਤ ਨੂੰ ਪੱਕੀ ਕਰ ਲਈ। ਹੁਣ ਸਵੇਰੇ ਸ਼ਾਮ ਉਹ ਬਹਿੰਦੇ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿੱਚ। ਨੀਚ ਕੁਲਾ ਜਲਾਹਰਾ ਭਇਓ ਗੁਣੀ ਗਹੀਰਾ। ਹੁਣ ਭਗਤ ਧੰਨਾ ਜੀ ਨੇ ਸੁਣਿਆ, ਕਹਿੰਦੇ ਨੀਵੀਂ ਕੁਲ ਦਾ ਜਲਾਇਆ ਉਹ ਵੀ ਗੁਣਾਂ ਦਾ ਸਾਗਰ ਹੋ ਗਿਆ। ਜਦੋਂ ਉਹਨੇ ਪ੍ਰਮਾਤਮਾ ਨਾਲ ਪ੍ਰੀਤੀ ਪਾਈ, ਅਕਾਲ ਪੁਰਖ ਵਾਹਿਗੁਰੂ ਨੇ ਕਬੀਰ ਦੀ ਖਾਤਰ ਕੀ ਕੀਤਾ ਜੀ? ਤੇ ਭਗਤ ਧੰਨਾ ਜੀ ਨੂੰ ਹੁਣ ਗੁਰਮੁਖ ਕੋਈ ਸੁਣਾ ਰਿਹਾ। ਉਹ ਕਹਿੰਦੇ ਕਬੀਰ ਸਾਹਿਬ ਨੂੰ ਜਦੋਂ ਹਾਥੀ ਅੱਗੇ ਬੰਨ ਕੇ ਸੁੱਟ ਦਿੱਤਾ ਸੀ, ਸਿਰਫ ਇਸੇ ਕਰਕੇ ਭਈ ਉਹ ਪਰਮੇਸ਼ਰ ਦਾ ਨਾਮ ਜਪ ਰਿਹਾ, ਤੇ ਸ਼ੂਦਰ ਨੂੰ ਜਪਣ ਦਾ ਅਧਿਕਾਰ ਨਹੀਂ ਹੈਗਾ ਜੀ। ਸ਼ੂਦਰ ਹੋ ਕੇ ਕਿਉਂ ਜਪ ਰਿਹਾ ਤੂੰ? ਕਬੀਰ ਸਾਹਿਬ ਆਪ ਕਹਿੰਦੇ ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਟ ਕੁੰਚਰ ਕੋ ਦੀਨਾ, ਕੁੰਚਰ ਪੋਟ ਲੈ ਨਮਸਕਾਰੇ ਗੁਜੀ ਨਹੀਂ ਕਾਜੀ ਅੰਧਿਆਰੇ। ਕਬੀਰ ਸਾਹਿਬ ਕਹਿੰਦੇ ਮੈਂ ਕੀ ਕਸੂਰ ਕੀਤਾ ਸੀ? ਕਿਆ ਅਪਰਾਧ ਸੰਤ ਹੈ ਕੀਨਾ, ਕਹਿੰਦੇ ਮੈਂ ਕੋਈ ਅਪਰਾਧ ਥੋੜ੍ਹਾ ਕੀਤਾ ਸੀ, ਸਿਰਫ ਪਰਮੇਸ਼ਰ ਨੂੰ ਜਪ ਰਿਹਾ ਸੀ। ਪਰ ਕਾਜੀ ਨੂੰ ਨਹੀਂ ਮਨਜ਼ੂਰ ਸੀ, ਉਹ ਕਹਿੰਦਾ ਵੀ ਨਹੀਂ, ਨੀਵੀਂ ਜਾਤ ਵਾਲਾ ਕਿਵੇਂ ਜਪ ਸਕਦਾ ਜੀ? ਸ਼ੂਦਰ ਨੂੰ ਜਪਣ ਦਾ ਅਧਿਕਾਰ ਹੀ ਨਹੀਂ। ਬਾਂਧ ਪੋਟ ਕੁੰਚਰ ਕੋ ਦੀਨਾ, ਕਹਿੰਦੇ ਮੇਰੀ ਪੋਟਲੀ ਬੰਨ ਕੇ ਹਾਥੀ ਅੱਗੇ ਪਾਤੀ। ਹਾਥੀ ਰੱਖਿਆ ਹੁੰਦਾ ਸੀ, ਉਹਨੂੰ ਖੂਨੀ ਹਾਥੀ ਕਹਿੰਦੇ, ਬੰਦੇ ਮਾਰ ਲਈ। ਜਿਸ ਦਿਨ ਕਿਸੇ ਨੂੰ ਕਤਲ ਦੀ ਸਜ਼ਾ ਦੇਣੀ, ਕਈ ਪ੍ਰਕਾਰ ਦੀ ਸੂਲੀ ਚਾੜ ਦਿੰਦੇ ਸੀ, ਸਿਰ ਲਾ ਦਿੰਦੇ ਸੀ, ਖੱਲ ਲਾ ਦਿੰਦੇ ਸੀ, ਹਾਥੀ ਦੇ ਪੈਰਾਂ ਨਾਲ ਬੰਨ ਕੇ ਸਾਧ ਸੰਗਤ ਜੀ ਤਲਵਾ ਦਿੰਦੇ ਸੀ ਬੰਦੇ ਨੂੰ। ਕਈ ਮਾਰਨ ਦੇ ਤਰੀਕੇ ਸੀ। ਹੁਣ ਕਬੀਰ ਸਾਹਿਬ ਨੂੰ ਹਾਥੀ ਅੱਗੇ ਪਾਇਆ, ਖੂਨੀ ਹਾਥੀ ਉਹਨੂੰ ਕੱਢ ਕੇ ਲਿਆਂਦਾ। ਕਬੀਰ ਸਾਹਿਬ ਕਹਿੰਦੇ ਮੈਂ ਕੀ ਅਪਰਾਧ ਕੀਤਾ ਸੀ? ਜਾਪੀ ਰਿਹਾ ਸੁਣ। ਪਰ ਉਹਨਾਂ ਨੂੰ ਬੜੀ ਪਰੇਸ਼ਾਨੀ ਹੋਈ। ਉਹਨਾਂ ਨੇ ਬੰਨ ਕੇ ਮੇਰੀਆਂ ਲੱਤਾਂ ਬਾਹਾਂ ਤੇ ਹਾਥੀ ਦੇ ਅੱਗੇ ਰੱਖ ਦਿੱਤਾ। ਪਰ ਹੁਣ ਹਾਥੀ ਵਿੱਚ ਵੀ ਤਾਂ ਅਕਾਲ ਪੁਰਖ ਵਾਹਿਗੁਰੂ ਆਪ ਹੀ ਵਰਤ ਰਿਹਾ ਨਾ ਜੀ। ਸਭ ਸੂਖਮ ਦੇ ਸਤੂਲ ਤੇ ਪ੍ਰਮਾਤਮਾ ਦੇ ਹੱਥ 'ਚ ਹੀ ਨੇ ਨਾ। ਆਪਣੇ ਭਗਤ ਦੀ ਪੇਠ ਥੋੜੀ ਉਹਨੇ ਲੱਗਣ ਦੇਣੀ, ਤਾਂ ਆਪਣਾ ਸੁਭਾਅ ਬਦਲ ਲੈਂਦੇ। ਭਾਈ ਗੁਰਦਾਸ ਜੀ ਕਹਿੰਦੇ ਜਲ ਅਗਨੀ ਵਿੱਚ ਘੱਤਿਆ ਜਲਣ ਡੁੱਬਿਆ ਗੁਰ ਪ੍ਰਸਾਦ। ਜਦੋਂ ਪ੍ਰਹਲਾਦ ਨੂੰ ਮਾਰ ਲਈ ਜਲ ਦੇ ਵਿੱਚ ਪਾਇਆ ਤਾਂ ਪਾਣੀ ਨੇ ਡੁੱਬਿਆ ਨਹੀਂ। ਅੱਗ 'ਚ ਲੈ ਕੇ ਉਹਦੀ ਭੂਆ ਬੈਠੀ, ਭੂਆ ਸੜ ਗਈ ਪਰ ਪ੍ਰਹਲਾਦ ਦੀ ਰੱਖਿਆ ਹੋਈ। ਕਿਉਂ? ਤਤ ਅੱਗ ਨੇ ਸੁਭਾਅ ਬਦਲ ਲਿਆ। ਤਤ ਤਾਂ ਅਧੀਨ ਹੈ ਨਾ ਅਕਾਲ ਪੁਰਖ ਵਾਹਿਗੁਰੂ ਦੇ। ਪਾਣੀ ਵੀ ਤਤ ਹੈ, ਅੱਗ ਵੀ ਤਤ ਹੈ। ਮਹਾਰਾਜ ਤਾਂ ਕਹਿੰਦੇ ਬਾਹਰ ਕੋਠੇ ਵਿੱਚ ਰੱਖਿਆ ਬਾਰ ਦੀਆ ਤਾਲਾ, ਨਿਰਭਉ ਬਾਲਕ ਮੂਲ ਨਾ ਡਰੇ ਮੇਰੇ ਅੰਤਰ ਗੁਰ ਗੋਪਾਲਾ। ਤੀਸਰੇ ਪਾਤਸ਼ਾਹ ਕਹਿੰਦੇ ਛੋਟਾ ਬਾਲਕ ਸੀ 5 ਸਾਲ ਦਾ, ਹਨੇਰੇ ਕਮਰੇ 'ਚ ਬੰਦ ਕਰਕੇ ਬਾਹਰੋਂ ਤਾਲਾ ਲਵਾਤਾ ਉਹਦੇ ਪਿਓ ਨੇ, ਪ੍ਰਹਲਾਦ ਦੇ ਪਿਓ ਨੇ, ਵੀ ਇਹ ਹਰੀ ਹਰੀ ਜਪਣੋਂ ਹਟ ਜਾਏਗਾ ਤੇ ਇਹ ਹੁਣ ਹਰਨਾਕਸ਼ ਜਪਣ ਲੱਗ ਪਏ। ਪਰ ਉਹ ਨਹੀਂ ਸੀ ਜਪਦਾ। ਮਹਾਰਾਜ ਕਹਿੰਦੇ ਉਹ 5 ਸਾਲ ਦਾ ਬੱਚਾ ਨਿਰਭਉ ਸੀ। ਨਿਰਭਉ ਬਾਲਕ ਮੂਲ ਨਾ ਡਰੇ ਮੇਰੇ ਅੰਤਰ ਗੁਰ ਗੋਪਾਲਾ। ਕਹਿੰਦੇ ਨਹੀਂ ਸੀ ਡਰਿਆ ਉਹ।
क्यों? क्योंकि भगत नूं भरोसा भी परमात्मा मेरे अंग संग है। फिर वो थंम वाली घटना घटी ना, जदों ਉਹਦੇ पिता ने आख्या भी तत्ता थंम कीता तू ਇਹਨੂੰ जफी पा थंम नूं ना, मैं वेखदा तेन कौन बचाउंदा, काड़ खड़ग काल पै कोपिओ मोह बताओ जो तुहे राखे, पीत पीतंबर ते भुणगी थंम माहे अर पख है, हरनाक्ष जिन नखह बुलारिओ सुर नर की सनाथा। जदों मार लगा ना ਉਹਦਾ पिता, काले खड़ग कढ़ के म्यान चो कहंदा आ थंम नूं जफी पा, मैं वेखदा तेन कौन बचा सकदा। ते प्रहलाद ने आख्या बचाउण वाला किहड़ा दूरों थोड़ा होना, इत्थे ही है। ये कहण दी देर सी ते थंम विचों नरसिंह प्रगट होया ते हरनाक्ष मार दिता। प्रहलाद दी मेरा मतलब कहण तो भी तत् सब अकाल पुरख वाहिगुरू दे अधीन है, सब पशु पंछी भी परमात्मा के अधीन है। जे सप ने छां की हमारे गुरु नानक पातशाह सप कितों कोर्स करके नहीं आया, बस सप का मन, क्योंकि जोत सारे अकाल पुरख वाहिगुरू दी है ते सारे जीव जंतु महाराज दे अधीन कर दिंदा परमात्मा। इवें कबीर साहब कहते जदों मेरी पंड बन के हाथी दे अगे रखी, हाथी ने मत्था टेक दिता जी। क्या अपराध संत है कीना, बांध पोट कुंचर को दीना, कुंचर पोट लै नमस्कार है, बूझी ने काजी उधारे। कहते मूर्ख काजी नूं फिर भी नहीं समझ आई भी हाथी इहनूं मत्था टेक रहा, मैं तो मारन वास्ते लिआंदा इहनूं। वो हुण वो महावत नूं गुस्से हुंदा काजी भी इहनूं पता नहीं लगा, शायद हाथी नूं समझ नहीं आई, इहनूं दूरों फेर के फिर एक बारी लिया कबीर साहब नूं दगड़े। एक बार नहीं, कबीर साहब कहते 3 बार पतिया भर लीना, मन कठोर अजहू ना पतीना। 3 बार काजी गुस्से होया महावत नूं भी हाथी नूं गेड़ा दे के लिया, ये मारदा क्यों नहीं कबीर नूं। जब 3 बार उन्हें मत्था टेकता, अखीर काजी नूं शर्मिंदे होए मत्था टेकना पिया, छड़ दिता जी कबीर साहब नूं। कहंदे लोग कहंदे सी ये जलाया नीवीं जात दा, बोना ताना त्याग के प्रीत चरण कबीरा, नीच कुला जलाहरा पयो गुणी गहीरा, रविदास ढवंता ढोर नीत तिन त्यागी माया। हुण तीजा भगत मारे कहते रविदास साहब जी का जीवन देख लो जी तुसीं। उन्हों का काम सी मरे हुए ढोर, मरे हुए पशु चकने, उनकी खल उतारनी, उहदे जोड़े बनाने ते लोकां नूं देने, बस आई किरता उन्हां दी। टुटे हुए जोड़े गंढणे ते नवें बनाने, वो देने, कुछ लोगों के टुटे गंढणे। ये भगत रविदास जी की किरत। भाई रविदास जी ने आखिया भगत भगत जग वज्जिया, चौ चक्कां दे विच चिमरेटा, पाणा गंढे राह विच, पाणा कहंदे जुत्ती नूं, कहंदे जोड़े गंढदे रस्ते च बैठे भगत रविदास जी, लोगों के टुटे जोड़े गंढदे। ये उन्होंने किरत है, पर दुनिया मत्थे टेक रही भगत रविदास साहब जी नूं। इवें किवें हो गया जी? रविदास ढवंता ढोर नीत, कहंदे वो मरे हुए ढोर ढोंदे सी रविदास जी, उन्हां दी सारी कोल, उन्हां दा खानदान। मरे पशु, किसी दा पशु मर जाना ते उहनूं नगर तो बाहर लैके जाना, फिर उहदी खल लाउणी, उहदे जोड़े बनाउणे। रविदास ढवंता ढोर नीत तिन त्यागी माया, कहंदे जिस वेले उन्हां ने माया दा त्याग कीता, प्रगट हुआ साध संगत दर्शन पाया। कहते प्रतख हरि दे दर्शन किए भगत रविदास जी ने, ऐं प्रगट हो गए भगत भगत करके। भाई दुनिया सारी च एक बार भगत रविदास साहब जी का बोलबाला होया, कोई भगत पैदा होया, भाई परमात्मा अंग संग है उस भगत जिन्हों लोग मत्थे ला के नहीं सी राजी भी तू तो चमार आ, तेरे ते मत्थे लगन तो बाद इशनान करना पैना दोबारा। वो भगत कहते अकाल पुरख ने प्रगट कर दिता दुनिया में, ते वो खुद भी कहते भगत रविदास साहब जी, वो कहते नागर जना मेरी जात बख्यात चमार है। कहते नगर के लोगों प्रगट है, लोगों को पता मेरी जात चम्यार है। खुद कह रहे भगत रविदास साहब जी का शब्द आ मलार राग का, नागर जना मेरी जात बख्यात चमारन, हृदय राम गोबिंद गुण सारंग। पर कहते मैं चमार नहीं रह गया, क्यों? मेरे हृदय च राम आ गया, या राम मेरे हृदय च आ गया, फिर मैं कितने चमार रह गया जी? फिर मैं चमार थोड़ो, हुण परमात्मा मेरे अंदर प्रगट हो गया। वो आप कह रहे भगत रविदास जी, पर पंडित कितों मानते सी जी? वो कहते फिर की होया, तू चमार आ तो तू ब्रह्म ज्ञानी थोड़ा हो सकता, तू झूठी बोली जाना, तेरे अंदर परमात्मा आ गया। एक नीवीं जात का बंदा किवें परमेश्वर दे विच अभेद हो सकता? तो हुण भगत रविदास साहब जी प्रमाण देंदे, वो कहते सुरसरी सरल कित बार नीरे, संत जन करत नहीं पान। सुरसरी हुंदी गंगा, सरल हुंदा पानी, बार नहीं हुंदी शराब। भगत रविदास जी कहते मैं तुहानूं समझाउणा, ये चमार हुण किवें परमेश्वर दा रूप होया बैठा, तुसीं मंनदे नहीं ना। वो कहते असीं नहीं मानते, लोगों के जोड़े कढ़ने वाला किवें ब्रह्म ज्ञानी हो सकता? वो कहते मैं दसदा, सुरसरी सरल कृत बार नीरे, संत जन करत नहीं पान। भगत रविदास जी कहते अगर गंगा का पानी लैके उसकी शराब कढ़ ली जाए तो संत तां भी मूँह नहीं लाउंदे। जे कोई आखे ना भी गंगा के पानी की बनी है तो भगत रविदास जी कहते संत तां भी ना मूँह नहीं लाउणगे। सुरसरी सरल कृत बार नीरे, गंगा के पानी की शराब अगर बना ली जाए, संत जन करत नहीं पान, कहते संत फिर भी पान नहीं करते। सुरा नत अपवित्र जल रही, पर कहते एक होर कला वेखो तुसीं परमात्मा की,
गंगा चों अगर पानी लैके शराब बना ली जाए तो गुरमुख मूंह नूं तां भी नहीं लाउंदे। पर भगत रविदास जी कहते अगर शराब दे 4 घड़े गंगा च पा दिते जाण ते लोग गंगा दी चूड़ियां लैण तां भी नहीं अड़दे। की फर्क है जी? फिर गंगा चों पानी लैके भगत रविदास जी कहते अगर शराब कड्ढी गुरमुख मूंह नूं नहीं लाउंदा, गंगा जल दी बनी मूंह नूं नहीं लाउंदा। पर अगर शराब दे कुछ घड़े गंगा च पा दिते जाण, गंगा दा कुछ नहीं बिगड़दा, क्योंकि गंगा च मिल के वो भी गंगा ही हो जाती है। सुरा अपवित्र नत अवर जल रे, कहते ये वर्गा अपवित्र पानी शराब वर्गा और कोई नहीं हुंदा, ये बहुत पवित्र है। सुरसरी मिलत न होए अंग, पर कहते जदों उहनूं गंगा च पा देगा फिर वो आनंद, फिर वो फर्क नहीं रह जाता, वो गंगा च मिल के गंगा का ही रूप हो जाता। फिर भी संत ਉਹਦੇ ਚ ਇਸ਼ਨਾਨ भी करते, चूड़े भी लेंदे, वो नहीं सोचते भी ते किसी ने शराब की बोतल डोल दी है। जिवें महाराज का होर प्रमाण है गुरु ग्रंथ साहिब जी की बाणी, वो कहते ज्यों मींह उठे गलियां नालियां टोबियां का जल जाए पवे विच सुरसरी सुरसरी मिलत पवित्र पावन हो जावे। कहते मींह पैंदा ते गलियां नालियां टोबियां का पानी रुड़ के गंगा च पै जांदा ते गंगा दा रूप हो जांदा। कोई ये नहीं कहता नालियां का पानी रुड़ के आया मैं काहतों चूड़ी रवां, गंगा च मिल के गंगा हो जाता। भगत रविदास जी कहते जिवें शराब गंगा च मिल के गंगा का रूप हो जाती, लेकिन पानी गंगा का बाहर लिया के शराब कड्ढी जाए तो गुरमुख मूंह नूं नहीं लाउंदे। इस तरह मैनू तुसीं लोग कहंदे मैनू उहदे तो वख करके वेखदे जदों मैं तुहानूं चम्यार दिसदा है, पर जदों ये चम्यार उस अकाल पुरख वाहिगुरू च भेद हो गया, चम्यार किवें रह गया? हुण ते कहंदे मेरे हिरदे च अकाल पुरख वाहिगुरू प्रगट है, फिर भी वो नहीं मन्ने। फिर अगला प्रमाण दिंदे कहंदे जैसे तार तार अपवित्र कर मानिया रे जैसे कागरा करत विचार। तार कहंदे दरख्त नूं ताड़, ताड़ी का एक दरख्त हुंदा साध संगत जी, शिमले वाले भी हुंदा ते मध्य प्रदेश विच भी हुंदा। ताड़ी उधर शराब नूं ही कहंदे। असल विच उस दरख्त दे विचों मैं उहनूं देखिया, उहनूं ऐं टक ला के ते उहदे नाल एक डब्बा किल ठोक के बंन दिंदे, डब्बा टंग दिंदे ते वो जिथे टक लाया हुंदा उत्थों हौली हौली पानी जिहा उहदे विच आउंदा जांदा तां उहदे विच हुंदा नशा, शराब वर्गा हुंदा बिल्कुल। उहनूं ताड़ी कहंदे। ताड़ी इस करके कई थावां 'ते शराब नूं भी ताड़ी कह दिंदे। भगत रविदास जी कहंदे देखो ताड़ी का जिहड़ा दरख्त है वो अपवित्र मन्निया सब ने, पर तार अपवित्र कर मानिया रे जैसे कागरा करत विचार। कहंदे ओहदा बन गया कागज, कागज दी विचार करो ते कागज ताड़ी दा बनिया अपवित्र है, क्योंकि नशे वाला दरख्त है वो। पर की होया कहंदे भगत भगवत लिखिए ते उपरे पूजिए कर नमस्कार। कहंदे उसे कागज दे उत्ते परमेश्वर दी बंदगी लिखदे उहनूं मत्थे टेकण लग पैंदे। फिर कोई नहीं कहंदा ये ताड़ी दस, क्यों? क्योंकि परमेश्वर के नाम ने अपवित्र नूं पवित्र कर दिता ना। जिस नीच को कोई न जाने नाम जब तो चाहो पुट माने, नीच जात हर जपत्या उत्तम पदवी पाए। कहते जिन्होंने लोग नीच कहते नीच जाति च पैदा आ, जे वाहिगुरू वाहिगुरू कर लग पाए उत्तम पदवी नूं प्राप्त हो जाती, नीच कित्थे रह जाता फिर वो। भगत रविदास जी कहते ताड़ी का दरख्त पवित्र सी, ਉਹਦੇ कागज बना के ਜਦੋਂ ਉੱਤੇ ਵਾਹਿਗੁਰੂ ਦਾ ਨਾਮ ਲਿਖ ਦਿੱਤਾ, ਪਰਮੇਸ਼ਰ ਦੀ ਸੋਭਾ ਲਿਖ ਦਿੱਤੇ, ਉਸੇ ਕਾਗਜ਼ ਨੂੰ ਮੱਥੇ ਟੇਕਣ ਲੱਗ ਪੈਂਦੇ। तर तार पवित्र कर मानिया रे जैसे कागरा करत विचारन। भगत भगाओत लिखिए ते उपरे पूजिए कर नमस्कारन। ते हुण कहंदे मेरी जात कुट बांडला ढोर ढुवंता, मेरी जात दे सारे लोग चमड़ा कुटदे वड्डदे टुकदे ते ओहदियां जुत्तियां बनाउंदे। ये भगत रविदास जी खुद कह रहे, कोई लका नहीं रख रहे। वो कहते सब नूं पता नागर जना मेरी जात बख्यात चमार, सब नूं पता नगर नूं कि ये चमार है। कहंदे लेकिन हुण मैं चमार नहीं हैगा, हुण मैं ब्रह्म ज्ञानी हाँ, हुण मेरे च परमेश्वर च कोई फर्क नहीं रह गया। कबीर तू तू करता तू हूँ मुझ में रहा न हूँ। जब महाराज ने साध संगत जी छाती ना ला लिया होना, आप ये भी विचार करनी क्योंकि अमर संचार है ना अगले दिन। कलगीधर पातशाह 5 प्यारिਆਂ ने जो छाती ना ला के कहते ना मेरे 5 प्यारे है, ये मेरे 5 प्यारे। उन्होंने तो साध संगत जी एक नाई है, एक खत्तरी है, एक जट है, एक झीवर है। तो महाराज ने तो कोई फर्क नहीं रखा। महाराज ने 5 ਨੂੰ छाती ना ला के आखना मेरे 5 प्यारे है, तो फर्क कितने रह गया जी? फिर तो ब्रह्म ज्ञानी हो गए ना, 5 ये महाराज का रूप ही हो गए। फिर ता महाराज ने सिंह पंचन मैं मेरो बासा पूर्ण करे धर जे आसा। 5 ਸਿੰਘਾਂ च मेरा ही वासा, जो कहेंगे मैं पूर्ण कर देंगा। जो महाराज जी ने छाती ना ला लियो 5, फिर नाई कौन रह गया जी? शिंबा कौन रह गया? झीवर कौन रह गया? फिर तो 5 प्यारे हो गए, 5 प्यारे। क्यों? जो महाराज किसी को साध संगत जी अपने च भेद करते हैं, फिर ਉਹਦੇ ਉੱਤੇ ਇੰਨੀ बख्शिश करते ਅਸੀਂ अंदाजा भी नहीं ला सकते। साडा अंदाजा भी छोटा है, जिन्नी कृपा महाराज उत्ते करते जो प्रसन्न होंगे किसी ते। मैनू किसी ने एक बार पूछा सी, कहते जी वो गल्लां बणियां जी भी 5 प्यारे जदों कहते भी महाराज ने अमृत तैयार किया जी 1699 ਨੂੰ अमृत का बाटा तैयार किया तो 20,000 ने 80,000 ਵਿੱਚੋਂ 20,000 ने अमृत छक लिया।
ਤਾਂ ਪਹਿਲਾ ਬਾਟਾ ਤਾਂ ਮਹਾਰਾਜ ਜੀ ਨੇ ਆਪ ਤਿਆਰ ਕਰ ਲਿਆ। ਚਲੋ ਠੀਕ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਤਿਆਰ ਕੀਤਾ। ਪਾਣੀ ਤੇ ਬਾਣੀ ਪੜੀ, ਮਹਾਰਾਜ ਸਾਹਿਬ ਜੀ ਨੇ ਆਪ ਤਾਂ ਅੰਮ੍ਰਿਤ ਤਿਆਰ ਹੋ ਗਿਆ। ਪੰਜਾਂ ਨੂੰ ਛਕਾਇਆ, ਉਹਨਾਂ ਦੇ ਸਿਰ ਜੋੜੇ, ਮਹਾਰਾਜ ਨੇ ਆਪਣੇ ਬਲ ਨਾਲ ਸੁਰਜੀਤ ਕੀਤੇ। ਫਿਰ ਉਹਨਾਂ ਪੰਜਾਂ ਨੂੰ ਸੱਚੇ ਪਾਤਸ਼ਾਹ ਕਹਿੰਦੇ ਹੁਣ ਮੈਨੂੰ ਦਿਓ ਇਹ ਅੰਮ੍ਰਿਤ ਦੀ ਦਾਤ। ਕਿੰਨੀ ਕੁ ਮਹਾਨ ਅੰਮ੍ਰਿਤ ਦੀ ਦਾਤ ਹੈ। ਬਸ ਆਪਾਂ ਨੂੰ ਮੈਂ ਤਾਂ ਕਹਿੰਦਾ ਨਾ ਗੁਰਮੁਖੋ ਪ੍ਰਮਾਣ ਦੇਣ ਦੀ ਤੁਸੀਂ ਲੋੜ ਹੀ ਨਾ ਸਮਝੋ। ਸਿਰਫ ਇੰਨੀ ਗੱਲ ਸਿੱਖ ਵਾਸਤੇ ਬਹੁਤ ਹੈ ਵੀ 10ਵੇਂ ਪਾਤਸ਼ਾਹ ਨੇ ਆਖਿਆ ਅੰਮ੍ਰਿਤ ਛਕਣਾ ਤੇ ਬਸ, ਦੂਜੀ ਤਾਂ ਗੱਲ ਹੀ ਨਹੀਂ। ਫਿਰ ਦੂਜੀ ਗੱਲ ਕਿਉਂ ਪੁੱਛੀ ਅਸੀਂ? ਕਿਉਂ ਆਖੀਏ ਵੀ ਕਿਉਂ ਛਕਣਾ ਜੀ? ਜਿਹਨੇ ਨਹੀਂ ਛਕਿਆ ਉਹ ਕਿੱਦਾਂ ਚੱਲੀ ਜਾਂਦਾ ਜੀ? ਇਹਦੇ ਨਾਲ ਕੀ ਫਰਕ? ਇਹ ਤਾਂ ਸਵਾਲ ਆਪਾਂ ਤਾਂ ਕਰੀਏ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਨਾ ਆਖਿਆ ਹੋਵੇ। ਪਰ ਮਹਾਰਾਜ ਤਾਂ ਪੰਜਵੇਂ ਪਾਤਸ਼ਾਹ ਕਹਿੰਦੇ ਜਿਹੜਾ ਅੰਮ੍ਰਿਤ ਤੁਸੀਂ ਛਕਿਆ ਦਇਆ ਸਿੰਘ ਨੂੰ ਮੈਨੂੰ ਛਕਾਓ। ਤੇ ਉਹ ਕਹਿੰਦੇ ਮਹਾਰਾਜ ਏਦਾਂ ਕਿੱਦਾਂ ਹੋ ਸਕਦਾ? ਗੁਰੂ ਸਿੱਖ ਨੂੰ ਦੀਖਿਤ ਕਰਦਾ ਹੈ, ਸਿੱਖ ਥੋੜਾ ਗੁਰੂ ਨੂੰ ਦੀਖਿਆ ਦਿੰਦਾ। ਮਹਾਰਾਜ ਤੁਹਾਡੇ ਤੋਂ ਅੰਮ੍ਰਿਤ ਅਸੀਂ ਲਿਆ, ਤੁਹਾਨੂੰ ਕਿਵੇਂ ਅੰਮ੍ਰਿਤ ਦੇ ਸਕਦੇ? ਏਦਾਂ ਕਿੱਦਾਂ? ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਨਹੀਂ, ਏਦਾਂ ਹੀ ਹੋਣਾ ਦਇਆ ਸਿੰਘ। ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਚਲਾਈ ਮਰਿਆਦਾ, ਮੈਂ ਕੋਈ ਇਹਦੇ ਚ ਵੱਖਰਾ ਨਹੀਂ ਕੀਤਾ। ਤਾਂ ਉਹ ਕਹਿੰਦੇ ਮਹਾਰਾਜ ਏਦਾਂ ਕਿੱਦਾਂ ਹੋ ਸਕਦਾ? ਕਿਵੇਂ? ਤਾਂ ਉਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਦਇਆ ਸਿੰਘ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਰਤਾਰਪੁਰ ਦੀ ਧਰਤੀ ਤੇ ਆਪਣੇ ਸੇਵਕ ਨੂੰ ਸਿੰਘਾਸਨ ਤੇ ਬਿਠਾ ਕੇ ਪਰਿਕਰਮਾ ਕਰਕੇ ਮੱਥਾ ਟੇਕਿਆ ਤੇ ਲੈਣੇ ਤੋਂ ਅੰਗਦ ਬਣਾ ਦਿੱਤਾ। ਅੰਗਦ ਦੇਵ ਜੀ ਮਹਾਰਾਜ ਬਣ ਗਏ। ਉਹ ਬਣ ਗਏ ਖਾਲਸਾ। ਗੁਰੂ ਕਰੋ ਖਾਲਸਾ ਮੈਂ ਅਬ। ਜੈਸੇ ਗੁਰੂ ਨਾਨਕ ਨੇ ਅੰਗਦ ਕੋ ਕੀਨਿਓ, ਮਹਾਰਾਜ ਕਹਿੰਦੇ ਜਿਵੇਂ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਆਪਣਾ ਰੂਪ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਬਣਾ ਦਿੱਤਾ। ਅਬ ਅੰਮ੍ਰਿਤ ਪਿਲਾਵੋ ਮੋਹੇ। ਉਹ ਸੱਚੇ ਪਾਤਸ਼ਾਹ ਕਹਿੰਦੇ ਦਇਆ ਸਿੰਘ ਮੈਂ ਕੋਈ ਨਵਾਂ ਕੰਮ ਨਹੀਂ ਕਰ ਲੱਗਾ। ਖਾਲਸਾ ਗੁਰੂ ਕਰੋ ਖਾਲਸਾ ਮੈਂ ਆਪ। ਜੈਸੇ ਗੁਰੂ ਨਾਨਕ ਨੇ ਅੰਗਦ ਕੋ ਕੀਨਿਓ ਆਪ ਅੰਮ੍ਰਿਤ ਪਿਲਾਵੋ ਮੋਹੇ। ਉਹ ਕਹਿੰਦੇ ਹੁਣ ਸ਼ੰਕਾ ਨਾ ਕਰ, ਸਾਵਧਾਨ ਹੋ, ਉਹ ਅੰਮ੍ਰਿਤ ਮੈਨੂੰ ਵੀ ਦਿਓ ਤੁਸੀਂ। ਕਿਉਂਕਿ ਜਿਵੇਂ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਨੇ ਆਪਣਾ ਰੂਪ ਕੀਤਾ, ਮੈਂ ਖਾਲਸੇ ਨੂੰ ਅੱਜ ਆਪਣਾ ਰੂਪ ਦੇਣ ਲੱਗਾ। ਇਸ ਕਰਕੇ ਮੇਰੇ ਚ ਤੇ ਖਾਲਸੇ ਦਾ ਅੱਜ ਮੈਂ ਕੋਈ ਫਰਕ ਨਹੀਂ ਰਹਿਣ ਦੇਣਾ। ਮੈਂ ਕੋਈ ਫਰਕ ਨਹੀਂ ਰਹਿਣ ਦੇਣਾ। ਤੇ ਇਸ ਲਈ ਉਹ ਕਹਿੰਦੇ ਜੀ ਚਲੋ ਠੀਕ ਹੈ ਜੀ, ਪਹਿਲਾ ਬਾਟਾ ਤਾਂ ਮਹਾਰਾਜ ਨੇ ਆਪ ਤਿਆਰ ਕਰਤਾ। ਜਿਹੜਾ 20,000 ਨੇ ਅੰਮ੍ਰਿਤ ਛਕਿਆ ਹੈ ਤਾਂ ਸਾਰੇ ਲੇਖਕਾਂ ਨੇ ਲਿਖਿਆ ਕਿ 20,000 ਨੇ ਉਸ ਦਿਨ ਅੰਮ੍ਰਿਤ ਛਕਿਆ। ਮਾਤਾ ਜੀ ਨੇ ਵੀ ਛਕਿਆ, ਸਾਹਿਬਜ਼ਾਦਿਆਂ ਨੇ ਵੀ ਛਕਿਆ, ਮਹਾਰਾਜ ਜੀ ਨੇ। ਕਿਉਂਕਿ ਜਦੋਂ ਕਲਾ ਵਰਤ ਦੀ ਦੇਖ ਲਈ ਸਾਹਮਣੇ ਤਾਂ ਫਿਰ ਸਭ ਨੇ ਛਕ ਲਿਆ ਜੀ। ਕਹਿੰਦੇ ਜਿਹੜਾ 20,000 ਨੇ ਨੂੰ ਛਕਾਇਆ, ਉਹ ਜਿਹੜਾ ਬਾਟਾ ਤਿਆਰ ਕੀਤਾ ਉਹ ਫਿਰ ਕਿਹਨੇ ਕੀਤਾ? ਉਹ ਪੰਜਾਂ ਪਿਆਰਿਆਂ ਨੇ ਕੀਤਾ। ਜਿਹੜੇ ਪੰਜ ਪਿਆਰੇ ਥਾਪ ਦਿੱਤੇ ਮਹਾਰਾਜ ਨੇ। ਤੇ ਕਹਿੰਦੇ ਜੀ ਪੰਜਾਂ ਪਿਆਰਿਆਂ ਨੇ ਜਾਪ ਸਾਹਿਬ ਕਿੱਦਾਂ ਪੜਿਆ? ਇੱਕ ਤਾਂ ਜਗਨਨਾਥਪੁਰੀ ਤੋਂ ਆਇਆ, ਉੜੀਸਾ ਤੋਂ, ਇੱਕ ਬਿਦਰ ਕਰਨਾਟਕ ਤੋਂ ਆ ਰਿਹਾ, ਇੱਕ ਦਿੱਲੀ ਤੋਂ ਆਇਆ, ਇੱਕ ਲਾਹੌਰ ਤੋਂ ਆਇਆ। ਤੇ 10ਵੇਂ ਪਾਤਸ਼ਾਹ ਜੀ ਅੰਮ੍ਰਿਤ ਸੰਚਾਰ ਕਰ ਰਹੇ ਹੈ। ਤਾਂ ਉਦੋਂ ਠੀਕ ਹੈ ਜਾਪ ਸਾਹਿਬ ਮਹਾਰਾਜ ਨੇ ਆਚਾਰਿਆ, ਨਿਤਨੇਮ ਚ ਲੋਕ ਜਾਪ ਸਾਹਿਬ ਕਰਦੇ ਆ, ਪਰ ਹਲੇ ਗੁਟਕੀ ਸਾਹਿਬ ਤੇ ਛਪੇ ਨਹੀਂ ਸੀ। ਤੇ ਉਹ ਜਿਹੜਾ ਉੜੀਸਾ ਤੋਂ ਆਇਆ, ਜਿਹੜਾ ਬਿਦਰ ਕਰਨਾਟਕ ਤੋਂ ਆਇਆ, ਉਹਨੇ ਜਾਪ ਸਾਹਿਬ ਕਿੱਥੋਂ ਪੜ੍ਹ ਲਿਆ, ਸੁਣ ਲਿਆ ਹੋਊਗਾ। ਉਹ ਪੰਜਾਂ ਪਿਆਰਿਆਂ ਨੇ ਬਾਟਾ ਕਿਵੇਂ ਤਿਆਰ ਕੀਤਾ? ਤੇ ਹੱਥ ਜੋੜ ਕੇ ਇੱਕ ਬੇਨਤੀ ਕੀਤੀ ਸੀ, ਗੁਰਮੁਖੋ ਗੁਰੂ ਤੇ ਕਦੀ ਸ਼ੰਕਾ ਨਹੀਂ ਕਰੀਦੀ। ਜਦੋਂ ਉਹਨਾਂ ਪੰਜਾਂ ਨੂੰ ਕੁੱਟ ਕੇ ਮਹਾਰਾਜ 10ਵੇਂ ਪਾਤਸ਼ਾਹ ਨੇ ਨਾਲ ਲਾ ਕੇ ਆਖਣਾ ਇਹ ਮੇਰੇ ਪਿਆਰੇ ਆ, ਉਹਨਾਂ ਨੂੰ ਜਾਪ ਸਾਹਿਬ ਗੁਟਕੇ ਤੋਂ ਪੜ੍ਹਨ ਦੀ ਲੋੜ ਨਹੀਂ, ਉਹਨਾਂ ਦੇ ਅੰਦਰੋਂ ਨਿਕਲੂਗਾ ਜਿਵੇਂ 10ਵੇਂ ਪਾਤਸ਼ਾਹ ਦੇ ਅੰਦਰੋਂ ਨਿਕਲਿਆ। ਕਿਉਂਕਿ ਜਿਹਨੂੰ ਛਾਤੀ ਨਾਲ ਮਹਾਰਾਜ ਨੇ ਲਾ ਲਿਆ ਨਾ ਗੁਰਮੁਖੋ, ਉਹਨੂੰ ਤਾਂ ਬ੍ਰਹਮ ਗਿਆਨ ਬਖਸ਼ਦਾ। ਤੇ ਬ੍ਰਹਮ ਗਿਆਨੀ ਨੂੰ ਗੁਟਕੇ ਸਾਹਿਬ ਤੋਂ ਪੜ੍ਹਨ ਦੀ ਲੋੜ ਨਹੀਂ ਹੈਗੀ। ਜਿਵੇਂ ਭਗਤ ਰਵਿਦਾਸ ਸਾਹਿਬ ਜੀ ਦੇ 40 ਸ਼ਬਦ ਹੈ, ਉਹਨਾਂ ਨੂੰ ਕਿੱਥੋਂ ਸਿਖਾਏ? ਕਿਸੇ ਵਿਦਿਆਲੇ ਚੋਂ ਸਿੱਖਿਆ? ਅੰਦਰੋਂ ਨਿਕਲੇ ਉਹਨਾਂ ਦੇ ਅੰਦਰੋਂ। ਜਦ ਬ੍ਰਹਮ ਗਿਆਨ ਆ ਗਿਆ ਤਾਂ ਬਾਣੀ ਅੰਦਰੋਂ ਨਿਕਲ ਆਈ। ਨਹੀਂ ਤਾਂ ਭਗਤ ਰਵਿਦਾਸ ਸਾਹਿਬ ਜੀ ਦੇ 40 ਸ਼ਬਦ ਕਿੱਥੋਂ ਆ ਜਾਣੇ ਸੀ? ਕੌਣ ਪੜ੍ਹ ਦਿੰਦਾ ਜੀ ਉਹਨਾਂ ਨੂੰ ਵਿਦਿਆਲੇ 'ਚ? ਇਸ ਕਰਕੇ ਗੁਰਮੁਖੋ ਇਹ ਕਲਗੀਧਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਉਸ ਦਿਨ 1699 ਵਾਲੇ ਦਿਨ। ਤਾਂ ਮਹਾਰਾਜ ਸਾਹਿਬ ਜੀ ਨੇ ਆਖਿਆ ਇਹਦੀ ਮੈਨੂੰ ਵੀ ਜ਼ਰੂਰਤ ਹੈ, ਔਰ ਓਨੀ ਜ਼ਰੂਰਤ ਹੈ ਦਇਆ ਸਿੰਘਾ ਜਿੰਨੀ ਤੁਹਾਨੂੰ ਸੀ ਇਹਦੀ। ਇਸ ਹਾਲਾਂਕਿ ਮਹਾਰਾਜ ਆਪ ਨਾਮ ਹੀ ਅੰਮ੍ਰਿਤ ਛਕਦੇ, ਫਿਰ ਕਿਹੜੀ ਗੁਰੂ ਸਾਹਿਬ ਜੀ ਦੀ ਕਲਾ ਘੜ ਚੱਲੀ ਸੀ? ਉਹਨਾਂ ਨੇ ਤਾਂ ਆਪ ਹੀ ਅੰਮ੍ਰਿਤ ਬਣਾਇਆ ਨਾ ਜੀ, ਆਪ ਹੀ ਤਿਆਰ ਕੀਤਾ। ਉਹ ਤਾਂ 10ਵੇਂ ਪਾਤਸ਼ਾਹ ਇਹ ਤਾਂ ਨਹੀਂ ਸੀ ਜੇ ਮਹਾਰਾਜ ਨੇ ਛਕਦੇ ਕੀ ਸੱਚਖੰਡ ਨਾ ਜਾਂਦੇ। ਪਰ ਸਿਰਫ ਸਾਨੂੰ ਦੱਸਣ ਲਈ ਵੀ ਇਸ ਅੰਮ੍ਰਿਤ ਦੀ ਮਹਾਨਤਾ ਬਹੁਤ ਜ਼ਿਆਦਾ, ਕਹਿਣ ਕਥਨ ਤੋਂ ਪਰੇ ਆ। ਇਸ ਕਰਕੇ ਇਹ ਅੰਮ੍ਰਿਤ ਤੁਸੀਂ ਮੈਨੂੰ ਵੀ ਦਿਓ ਦਇਆ ਸਿੰਘ। ਇਹ ਅੰਮ੍ਰਿਤ ਆ, ਜੇ ਮਹਾਰਾਜ ਜੀ ਦੇ ਬੱਚਿਆਂ ਨੇ ਛਕਿਆ ਤਾਂ ਆਪਾਂ ਸੁਣਾਉਂਦੇ ਆ ਨਾ ਜੀ। 7 ਤੇ 9 ਸਾਲ ਦੇ ਬੱਚੇ ਨੀਹਾਂ 'ਚ ਖੜੇ ਆ, ਉਹਨਾਂ ਨੂੰ ਹਰ ਤਰ੍ਹਾਂ ਨਾਲ ਸਾਧ ਸੰਗਤ ਜੀ ਲਾਲਚ ਦਿੱਤਾ ਗਿਆ, ਨਹੀਂ ਮੰਨੇ। ਦੂਜੇ ਦਿਨ ਡਰਾਵੇ ਦਿੱਤੇ ਗਏ, ਇਹੋ ਜਿਹੀ ਮੌਤ ਤੁਹਾਨੂੰ ਦੇਵਾਂਗੇ ਬੱਚਿਓ ਵੀ ਮੌਤ ਵੀ ਕੰਮ ਉੱਠੇਗੀ। ਜਿਹੜੀ ਮੌਤ ਤੁਹਾਨੂੰ ਦਿੱਤੀ ਜਾਣੀ ਨਾ, ਕੋਈ ਤੁਹਾਡਾ ਪਿਤਾ ਨਹੀਂ ਉਹ ਮਾਰਤਾ ਚਮਕੌਰ ਦੀ ਗੜੀ 'ਚ, ਤੁਹਾਡੇ ਭਰਾ ਵੀ ਮਾਰਦੇ, ਕੋਈ ਤੁਹਾਨੂੰ ਬਚਾਉਣ ਵਾਲਾ ਨਹੀਂ ਹੈਗਾ। ਇਸ ਕਰਕੇ ਤੁਹਾਨੂੰ ਬਹੁਤ ਦੁੱਖਦਾਈ ਮੌਤ ਦੇਵਾਂਗੇ। ਇੱਥੇ ਤੁਸੀਂ ਇੱਕ ਵਾਰ ਕਹਿ ਦਿਓ ਅਸੀਂ ਮੁਸਲਮਾਨ ਬਣਨਾ ਤਿਆਰ ਆ, ਤੇ ਤੁਹਾਨੂੰ ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ। ਤੇ ਬਾਬੇ ਜ਼ੋਰਾਵਰ ਸਿੰਘ ਨੇ ਪਤਾ ਕੀ ਆਖਿਆ? ਕਹਿੰਦੇ ਤੂੰ ਸਾਨੂੰ ਮੌਤ ਤੋਂ ਡਰਾਉਣਾ? ਮੌਤ ਦਾ ਡਰ ਤੁਸੀਂ ਸਾਨੂੰ ਦਿੰਦੇ? ਮੌਤ ਦਾ ਡਰ ਤਾਂ ਅਸੀਂ ਬਾਟੇ 'ਚ ਘੋਲ ਕੇ ਖੰਡੇ ਨਾਲ ਕਦੋਂ ਦਾ ਪੀ ਲਿਆ। ਸਾਨੂੰ ਮੌਤ ਕੀ ਕਹਿ ਸਕਦੀ ਹੈ? ਨਹੀਂ ਡਰੇ ਉਹ। ਉਹਨੇ ਆਖਿਆ ਠੀਕ ਹੈ, ਮੌਤ ਅਸੀਂ ਘੋਲ ਕੇ ਪੀ ਲਈ ਹੈ ਬਾਟੇ 'ਚ ਖੰਡੇ ਦੇ ਨਾਲ,
इस करके सानू मौत नहीं डरा सकती, वाकई नहीं डरा सकती साध संगत जी। जे मौत डराउंदी तो किहड़ी माई आ इस तरह जल सकती भी ओदी गल नाल चंबड़िया बच्चा खो के जला दे नेजे ते टंग दिंदा, तैनूं कहंदे तूं एक बारी कह दे मैं सिख नहीं, तेरा दूजा बच्चा बच जाएगा। एक ठीक है नेजे ते टंग दित्ता, तेरा दूसरा जिहड़ा तेरे गल नाल चंबड़िया ना इनू तू जिंदा बचा के लैके जा सकदी, सिर्फ एक बार कह दे मैं सिख नहीं। उन्हें कहा मैनू मौत कबूल है। महाराज ने अपने 9 ते 7 साल के बच्चे ही इसे करके वारे भी ये लोड़ पैन ते वारे जा सकते, लेकिन अपना धर्म कदी ना छड्डा, असीं सिख हां। ये कहना ही सौखा है, मां की गोद चो खिंच के बच्चे को साध संगत जी मुड्ढी ते रख के टुकड़ी करके उसकी झोली च पाने, ये कोई सौखा काम नहीं है। पर मां डोली तो नहीं ना, उन्हें आखिया मैनू अपना धर्म प्यारा, मैनू सिक्खी प्यारी, मैं नहीं छड्डदी। वो महानता सच्चे पातशाह जी ने दिती है। हाँ ठीक है, वक्रे वक्रे विचार होंगे लोगों के, कहते नहीं जी वो पहले जम समय की लोड़ सी जी, अज नहीं लोड़, क्यों नहीं लोड़? कोई मुखो जब तक दुनिया रहेगी, सूरज चंद्रमा सितारे रहणगे, गुरु के अमृत की लोड़ सिख नूं उदों तक ही रहनी। समा आउण नाल गुरु की बख्शिश थोड़ा बदल जाती गुरमुखो। समा बदलिया तो यदा मतलब भी नेतने बदल जाएगा। हुण जपजी साहब बदल दिए भी ये तो 4-5 सदियां हो गई जी, हुण नवीं आसा दी वार चाहिए को आपां नूं? नहीं, यही रहनी दुनिया, रहती दुनिया तक यही जपजी साहब, यही 5 बाणियां, यही रहरास, यही आसा दी वार रहनी है, यही अमृत रहेगा, क्योंकि पूरे का किया सब कुछ पूरा। फिर भी कई बार इदा होंदा जीवन में दसा समाजिक पक्षों ठीक है चल रहा, अपने अंदर भावना भी होंगी है, बंदा परोपकारी भी होंदा, नेक भी होंदा, नेकी भी कमा रहा होंदा, सेवा भी करता है, लेकिन फिर भी साध संगत जी अमृत तो थोड़ा जिहा ओहदा मन जिहड़ा मान नहीं रहा भी मैं नहीं छकना जी, चलो ठीक ही है जी सारा कुछ, हुण आपां किहड़ा किसी दा हक मारदे आ, सारा कुछ तो ठीक है। चलो एक मैं साखी सुनाउणा तुहानूं, पता लग जाएगा अमृत साडी जिंदगी च किन्ना क जरूरी है। 10वें पातशाह जी नूं एक गरीब सिख ने मत्था टेकिया ते महाराज जी दे चरण फड़दे तां अखां च पानी सी, ते महाराज ने कहा की गल? कहंदा महाराज कोई गरीबी बहुत है, कृपा करो कोई सौखे दिन आउण ते कोई महाराज 4 दिन सौखे देख लीए। गुरु साहब ने कहा चढ़दी कला कोई नहीं पाई, तू गुरु नानक पातशाह जी के दर ते आया तां तेरी हो जूगी इच्छा पूरी। लो जो महाराज साहब जी ने मेहर की नज़र की तो काम चल पिया, क्योंकि महाराज की कृपा कर देन तां काम, मतलब पिंडां च कहंदे हुंदे सी जी महाराज की कृपा हो जाए भुज्जे मोठ उग पैंदे बंदे दे, भुज्जे दाने नहीं उगदे, पर जे महाराज की कृपा होए पिंडां च कहंदे ये तो महाराज की इत्ते कृपा भाई, ये तो भुज्जे मोठ उग रहे। हुण जद महाराज की कृपा होई तो उसदी गरीबी कट्टी गई, काम चल पिया, बड़ा कारोबार वधिया जी। जद चंगा कारोबार चलिया तो फिर महाराज दा धन्नवाद करना आया, वो काफ़ी सारी भेटां लियांदी उन्हें, वाहवा सारी भेटां परातां ढक्कियां होइयां लैके आया, महाराज के चरणों च रखियां, मत्था टेकिया, तो गुरु साहब ने कहंदा महाराज बड़ी आप जी की कृपा हुई जी, तो मैं ये भेटां लैके आया। तो गुरु साहब कहंदे तू कौन है भाई इन्नी भेटां लैके आया, तू कौन है? कहंदा महाराज चेता नहीं आप जी, मैं गरीब सा, मैं मत्था टेकिया सी आन के, तुसां मेरे ते कृपा की महाराज, ये तुसां चढ़दी कला की। महाराज कहंदे सानूं सारा चेता, तू आया सा, तू आख्या सी भी मैं वडियाई सुन के आया महाराज, मैं भी 4 दिन सौखे देख ला। कहते महाराज चेता तो फिर आप जी क्यों पूछ रहे? महाराज कहते नहीं पूछ इस करके रहे हैं कि तू इन्नी भेटा लैके आया, तू कौन है? कहना महाराज मेरी समझ च नहीं गल आई, मैं आप जी का सिख हाँ तां ही लैके आया, मैं आप जी अगे बेनती की, तुसां कृपा की, मेरा कारोबार चलिया, मेरी गरीबी कट दित्ती, हुण मैं धन्नवाद करना है महाराज सिख ही। महाराज कहते नहीं सिख हुंदा सानूं पुछण दी की लोड़ सी, जे सिख हुंदा सी काहतों पुछदे, तू कौन है? कहना महाराज मैं नहीं मानता, जे मैं सिख नहीं तुसीं फिर मेरी बेनती को मनी, मेरी गरीबी को कट्टी। महाराज कहंदे सुण फिर तैनूं समझाउणी एक गल। गुरु साहब कहंदे एक बंदा तुरिया जांदा रस्ते रस्ते, वो पए ते तुरिया जांदा, पए आपां नूं पता कच्चे रस्ते नूं कहंदे पिंडां 'च, वो पए पए तुरिया जांदा तां फसल किसी दी फसल विच पशु वड़े आ, ते फसल वाला आप उत्थे नहीं, पिंड आ। हुण आवारा पशु आण के किसी दी फसल खाई जा रहे आ, अजारी जा रहे आ, ते जिहड़ा बंदा तुरिया जांदा वो चंगा बंदा, उहने सोचिया भी ये फसल वाला तो इत्थे हैगा नहीं, ते जदों नूं किते वो आ गया तो फसल सारी उजाड़ देणगे ओहदी। पशु आवारा आ गया, उन्हें जी पशु उत्थों ओहदी फसल चों कढ दित्ते, दूर जंगल च छड्ड दित्ते, जंगल च जाके छड्ड दित्ते, चलो जी ओहदी फसल बच गई। तो महाराज कहंदे वो जिस बंदे ने किसी दी फसल विचों पशु कढे, उन्हें पता भी नहीं है फसल किहदी है, वो तो रस्ते रस्ते तुरिया जा रहा, नेक आदमी है, उन्हें वेख्या किसी की गरीब की फसल उजाड़ रहे पशु, चलो मैं बचा देना, उन्हें पशु हक के अगे लाले तो दूर छड्ड दित्ते। महाराज कहंदे हुण ये दस भी वो जिन्हें फसल किसी की बचाई, ओहदी फसल चों पशु कढे, तां
ਉਹਦੀ ਕੋਈ ਰਿਸ਼ਤੇਦਾਰੀ ਉਹਦੇ ਨਾਲ ਸੰਬੰਧ ਬਣ ਗਿਆ ਫਸਲ ਵਾਲੇ ਮਾਲਕ ਨਾਲ। ਮਾਲਕ ਦਾ ਪਿੰਡ ਬੈਠਾ, ਉਹਨੂੰ ਤਾਂ ਪਤਾ ਹੀ ਨਹੀਂ ਹੈ ਕਿਹਦੀ ਫਸਲ ਹੈ, ਤੇ ਮਾਲਕ ਨੂੰ ਨਹੀਂ ਪਤਾ ਕਿ ਮੇਰੀ ਉਜੜ ਦੀ ਫਸਲ ਅੱਜ ਕਿਸੇ ਨੇ ਬਚਾ ਦਿੱਤੀ ਹੈ। ਉਹਦਾ ਸੰਬੰਧ ਬਣਿਆ? ਕਹਿੰਦਾ ਜੀ ਨਹੀਂ ਬਣਿਆ। ਉਹ ਤਾਂ ਜਾਣਦੇ ਨਹੀਂ ਇੱਕ ਦੂਜੇ ਨੂੰ। ਕਹਿੰਦੇ ਫਿਰ ਵੀ ਉਹਦੀ ਫਸਲ ਬਚਾਈ ਨਾ ਉਹਨੇ। ਉਹ ਜਾਣਦਾ ਨਹੀਂ, ਸੰਬੰਧ ਨਹੀਂ ਕੋਈ, ਲੇਕਿਨ ਉਹਦੀ ਫਸਲ ਬਚਾਈ। ਇਸੇ ਤਰ੍ਹਾਂ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਘਰ ਹੈ, ਕੋਈ ਇੱਥੇ ਸ਼ਰਧਾ ਲੈ ਕੇ ਆਵੇ, ਉਹਦੇ ਉਹ ਜਿਹੜੀ ਵੀ ਅਰਦਾਸ ਬੇਨਤੀ ਕਰਦਾ ਭਾਵਨਾ ਨਾਲ ਉਹਦੀ ਅਰਦਾਸ ਪੂਰੀ ਹੁੰਦੀ। ਤੂੰ ਅਰਦਾਸ ਕੀਤੀ ਕਾਰੋਬਾਰ ਦੀ ਵੀ ਗਰੀਬੀ ਕੱਟੀ ਹੈ, ਤੇਰੀ ਅਰਦਾਸ ਅਸੀਂ ਪੂਰੀ ਕਰਨੀ ਸੀ ਕਿਉਂਕਿ ਤੂੰ ਭਾਵਨਾ ਲੈ ਕੇ ਆਇਆ। ਤੇਰੀ ਅਰਦਾਸ ਪੂਰੀ ਹੋਈ, ਤੇਰੀ ਗਰੀਬੀ ਕੱਟੀ, ਪਰ ਤੇਰਾ ਇਹਦੇ ਨਾਲ ਸਾਡਾ ਸੰਬੰਧ ਥੋੜਾ ਬਣ ਗਿਆ, ਕੋਈ ਸੰਬੰਧ ਥੋੜਾ ਬਣ ਗਿਆ। ਸਵਾ ਉਹ ਕਹਿੰਦਾ ਮਹਾਰਾਜ ਫਿਰ ਅੱਛਾ ਮੈਨੂੰ ਤਾਂ ਬੜਾ, ਮੈਂ ਤਾਂ ਆਖਿਆ ਜੀ ਤੁਸੀਂ ਕਿਰਪਾ ਕੀਤੀ, ਮੇਰੀ ਗਰੀਬੀ ਤੁਸੀਂ ਕੱਟੀ, ਤੁਹਾਨੂੰ ਯਾਦ ਵੀ ਹੈ ਮੈਂ ਭੇਡਾਂ ਲੈ ਕੇ ਆਇਆ, ਤਾਂ ਸੰਬੰਧ ਮਾਰੇ। ਕਹਿੰਦੇ ਨਹੀਂ, ਸੰਬੰਧ ਵਾਸਤੇ ਸਾਡੀ ਇੱਕ ਮਰਿਆਦਾ, ਅਰਦਾਸ ਇੱਥੇ ਹਰ ਇੱਕ ਦੀ ਪੂਰੀ ਹੋਣੀ ਹੈ, ਕਿਉਂਕਿ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ 54 ਵਰਨਾਂ ਕੋ ਸਾਂਝਾ। ਇਸ ਦਰ ਤੇ ਆਣ ਕੇ ਕਿਸੇ ਧਰਮ ਦਾ ਬੰਦਾ ਵੀ ਅਰਦਾਸ ਕਰੇ ਉਹਦੀ ਅਰਦਾਸ ਸੁਣੀ ਜਾਣੀ ਹੈ, ਕਿਉਂਕਿ ਇਹ ਪਰਪਕਾਰੀਆਂ ਦਾ ਦਰ ਹੈ। ਪਰ ਕਹਿੰਦੇ ਸਾਡੇ ਨਾਲ ਸੰਬੰਧ ਕੋਈ ਨਹੀਂ, ਸੰਬੰਧ ਬਣਾਉਣਾ ਤੇ ਫਿਰ ਸਾਡੀ ਇੱਕ ਮਰਿਆਦਾ, ਉਹ ਹੈ ਅੰਮ੍ਰਿਤ। ਉਹਦੇ ਚ ਤੈਨੂੰ ਹੋਣਾ ਵਾ। ਡੱਲੇ ਨੂੰ ਮਹਾਰਾਜ ਕਹਿੰਦੇ ਕਿੰਨੀ ਸੇਵਾ ਕੀਤੀ ਮਹਾਰਾਜ ਸਾਹਿਬ ਜੀ ਦੀ ਡੱਲੇ ਨੇ। ਤਲਵੰਡੀ ਸਾਬੋ ਆਪਾਂ ਜਾਂਦੇ ਨਾ ਦਰਸ਼ਨ ਕਰਦੇ ਮਹਾਰਾਜ ਦੀਆਂ ਵਸਤੂਆਂ ਦੇ, ਉਹਦੇ ਘਰੇ ਹੱਲੇ ਵੀ ਉਹਨੇ ਵੀ ਇਹੀ ਗੱਲ ਆਖੀ ਸੀ। ਉਹਨੇ ਕਿਹਾ ਮਹਾਰਾਜ ਮੈਂ ਆਪ ਜੀ ਦੀ ਇੰਨੀ ਸੇਵਾ ਕੀਤੀ ਤਾਂ ਮੈਨੂੰ ਵੀ ਤੁਸੀਂ ਆਖੀ ਜਾਂਦੇ ਜ਼ਰੂਰਤ ਹੋ। ਕਹਿੰਦੇ ਮਹਾਰਾਜ ਨੇ ਆਖਿਆ ਹਾਂ ਡੱਲਿਆ, ਉਹ ਜ਼ਰੂਰਤ ਤੈਨੂੰ ਪੈਣੀ ਹੈ, ਕਿਉਂਕਿ ਉਹਨੇ ਆਖਿਆ ਮਹਾਰਾਜ ਮੈਨੂੰ ਸੱਚਖੰਡ ਦਿਓਗੇ ਥੋੜੀ ਜਿਹੀ ਜਗ੍ਹਾ। ਤਾਂ ਮਹਾਰਾਜ ਨੇ ਆਖਿਆ ਨਹੀਂ ਹੋਰ ਜੋ ਮਰਜ਼ੀ ਮੰਗ ਲਾ, ਲੇਕਿਨ ਉੱਥੇ ਜਗ੍ਹਾ ਕੋਈ ਨਹੀਂ। ਉਹਨੇ ਕਿਹਾ ਮਹਾਰਾਜ ਮੈਂ ਇੰਨੀ ਸੇਵਾ ਕੀਤੀ। ਕਹਿੰਦੇ ਹਾਂ ਸੇਵਾ ਕਰਕੇ ਕਹਿ ਰਹੇ ਨਾ ਜੋ ਮਰਜ਼ੀ ਮੰਗ ਲਾ। ਕਹਿੰਦਾ ਨਹੀਂ ਮਹਾਰਾਜ ਫਿਰ ਮੈਂ ਤਾਂ ਇਹੀ ਮੰਗਦਾ। ਮਹਾਰਾਜ ਕਹਿੰਦੇ ਫਿਰ ਇਹ ਲੈਣ ਵਾਸਤੇ ਤਾਂ ਤੈਨੂੰ ਅੰਮ੍ਰਿਤ ਛਕਣਾ ਪੈਣਾ, ਫਿਰ ਤੇ ਰਹੀ ਖੁੱਲੇ ਰਸਤੇ। ਕਿਉਂਕਿ ਸਤਿਗੁਰ ਪੂਰੇ ਸਾਥ ਕਰਿਆ ਨਾਮ ਤੇਰੇ ਕੀ ਮੁਕਤੇ ਬੀਤੀ ਜਮ ਕਾ ਮਾਰਗ ਦੂਰ ਰਿਹਾ। ਕਹਿੰਦੇ ਮਾਰਗ ਵੱਖਰਾ ਹੋ ਜਾਂਦਾ। ਸਿੱਖਾਂ ਦਾ ਮਾਰਗ ਹੋਰ ਹੈ, ਦੁਨਿਆਵੀ ਲੋਕਾਂ ਦਾ ਮਾਰਗ ਜਿਹੜਾ ਸਿੱਖਾਂ ਦਾ। ਮੈਂ ਤਾਂ ਕਿਹਾ ਚਲੋ ਗੁਰਮੁਖਾਂ ਦਾ ਕਹੋ, ਕਿਸੇ ਧਰਮ 'ਚ ਵੀ ਗੁਰਮੁਖ ਹੁੰਦੇ। ਸਾਈਂ ਮੀਆਂ ਵਾਲੀ ਗਣੀ ਖਾਂ ਨਬੀ ਖਾਂ ਵਿਚਾਰੇ ਨਰਕਾਂ 'ਚ ਥੋੜ੍ਹੇ ਜਾਣੇ ਸੀ ਜਿਨ੍ਹਾਂ ਤੇ ਮਿਹਰ ਹੋ ਗਈ। ਗੁਰਮੁਖ ਦਾ ਮਾਰਗ ਹੋਰ ਹੁੰਦਾ ਤੇ ਬਾਕੀ ਲੋਕਾਂ ਦਾ ਮਾਰਗ ਹੋਰ ਹੁੰਦਾ। ਬਸ ਉਸ ਮਾਰਗ ਨੂੰ ਪ੍ਰਗਟ ਕਰਨ ਲਈ ਸੱਚੇ ਪਾਤਸ਼ਾਹ ਜੀ ਨੇ ਆਖਿਆ ਦਇਆ ਸਿੰਘਾ ਮੈਨੂੰ ਮਿਸ਼ਕਾ ਹੋਏ, ਇਹਦੀ ਮੈਨੂੰ ਵੀ ਉਨੀ ਜ਼ਰੂਰਤ ਹੈ ਜਿੰਨੀ ਤੁਹਾਨੂੰ ਸੀ। ਨੇ ਮਹਾਰਾਜ ਸਾਹਿਬ ਜੀ ਨੂੰ ਕੀ ਜ਼ਰੂਰਤ ਹੈ ਗੁਰਮੁਖੋ? ਸੱਚੇ ਪਾਤਸ਼ਾਹ ਜੀ ਨੇ ਤਾਂ ਆਪ ਅੰਮ੍ਰਿਤ ਪ੍ਰਗਟ ਕੀਤਾ ਨਾ। ਸੋ ਇਸ ਦੀ ਮਹਾਨਤਾ ਦੱਸਣ ਵਾਸਤੇ ਹੀ ਇਹ ਕਲਗੀਧਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਹੁਣ ਸੰਬੰਧ ਆਪਾਂ ਵਿਚਾਰ ਕਰ ਰਹੇ ਸਾਂ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਆ ਮੇਰੀ ਜਾਤ ਕੁੱਟ ਬਾਂਡਲਾ ਢੋਰ ਢਵੰਤਾ ਜੋ ਬਨਾਰਸੀ ਆਸ ਪਾਸਾ। ਕਹਿੰਦੇ ਬਨਾਰਸ ਦੇ ਆਸ ਪਾਸ ਹੱਲੇ ਵੀ ਰੋਜ਼ ਮੇਰੀ ਜਾਤ ਦੇ ਲੋਕ ਮਰੇ ਪਸ਼ੂਆਂ ਨੂੰ ਢੋਂਦੇ ਆ, ਉਹਨਾਂ ਦੇ ਜੋੜੇ ਬਣਾ ਕੇ ਵੇਚਣ ਦਾ ਕੰਮ ਕਰਦੇ। ਮੇਰੀ ਜਾਤ ਕੁੱਟ ਬਾਂਡਲਾ ਢੋਰ ਢਵੰਤਾ, ਮਰੇ ਹੋਏ ਢੋਰ ਪਸ਼ੂਆਂ ਨੂੰ ਢੋਣਾ ਮੇਰੀ ਜਾਤ ਦੇ ਕੁਲ ਦੇ ਲੋਕ ਇਹ ਕੰਮ ਕਰਦੇ ਆ। ਕੁੱਟ ਬਾਂਡਲਾ ਵੱਢਣਾ ਕੁੱਟਣਾ, ਉਸ ਚਮੜੇ ਨੂੰ ਜੋੜਾ ਬਣਾਉਣਾ। ਨਿਤ ਹੈ ਬਨਾਰਸੀ ਆਸ ਪਾਸਾ। ਕਹਿੰਦੇ ਹੱਲੇ ਵੀ ਰੋਜ਼ ਬਨਾਰਸ ਦੇ ਆਸੇ ਪਾਸੇ ਮੇਰੀ ਕੋਲ ਦੇ ਜਿੰਨੇ ਲੋਕ ਨੇ ਨਾ, ਜਿੰਨੇ ਚਮਿਆਰ ਨੇ, ਉਹ ਮਰੇ ਪਸ਼ੂਆਂ ਨੂੰ ਢੋਣ ਦਾ ਹੀ ਕੰਮ ਕਰਦੇ ਆ। ਇਹ ਭਗਤ ਰਵਿਦਾਸ ਜੀ ਖੁਦ ਕਹਿ ਰਹੇ। ਮੇਰੀ ਜਾਤ ਕੁੱਟ ਬਾਂਡਲਾ ਢੋਰ ਢਵੰਤਾ ਨਿਤ ਹੈ ਬਨਾਰਸੀ ਆਸ ਪਾਸਾ ਆਪ ਵਿਪਰ ਪ੍ਰਧਾਨ ਤੇ ਕਰੇ ਡੰਡਾਓ ਤੇਰਾ ਨਾਮ ਸੁਣਾਏ ਰਵਿਦਾਸ ਦਾਸਾ। ਉਹ ਕਹਿੰਦੇ ਹੁਣ ਵੱਡੇ ਵੱਡੇ ਪੰਡਤ ਜਿਹੜੇ ਮੈਨੂੰ ਕੋਲ ਨਹੀਂ ਸੀ ਬਿਠਾਉਂਦੇ, ਅਕਾਲ ਪੁਰਖ ਵਾਹਿਗੁਰੂ ਤੇਰੀ ਇੰਨੀ ਕਿਰਪਾ ਹੋਈ ਹੁਣ ਆਣ ਕੇ ਮੈਨੂੰ ਮੱਥਾ ਟੇਕਦੇ ਰੋਜ਼ ਸਵੇਰੇ। ਇਹ ਭਗਤ ਰਵਿਦਾਸ ਜੀ ਕਹਿ ਰਹੇ। ਕਹਿੰਦੇ ਆਪ ਵਿਪਰ ਪ੍ਰਧਾਨ ਤੇ ਵਿਪਰ ਕਹਿੰਦੇ ਪੰਡਤ ਨੂੰ, ਬ੍ਰਾਹਮਣ ਨੂੰ। ਪ੍ਰਧਾਨ ਦਾ ਮਤਲਬ ਵੱਡਾ ਬਾਹਮਣ, ਜਿਹੜਾ ਕਾਂਸ਼ੀ ਦਾ ਜਿਹੜਾ ਸਭ ਤੋਂ ਵੱਡਾ ਹੋਵੇਗਾ, ਜਿਹਦੇ ਕੋਲੇ ਬੜੇ ਹੋਰ ਬ੍ਰਾਹਮਣ ਪੜ੍ਹਦੇ ਹੋਣਗੇ, ਵਿਦਿਆਰਥੀ ਹੋਣਗੇ। ਭਗਤ ਰਵਿਦਾਸ ਜੀ ਕਹਿੰਦੇ ਹੇ ਪ੍ਰਮਾਤਮਾ ਤੇਰੀ ਐਸੀ ਕਿਰਪਾ, ਬਸ ਤੂੰ ਪ੍ਰਗਟ ਹੋਇਆ ਤੇ ਹੁਣ ਜਿਹੜੇ ਮੈਨੂੰ ਮੱਥੇ ਲਾ ਕੇ ਨਹੀਂ ਸੀ ਰਾਜੀ, ਜਿਹੜੇ ਕਹਿੰਦੇ ਸੀ ਝਾਲਾ ਬਾਈ ਰਾਣੀ ਨੂੰ ਵੀ ਜੇ ਇਹਨੂੰ ਪੰਗਤ 'ਚ ਬਿਠਾਉਣਾ ਸੀ ਪ੍ਰਸ਼ਾਦਾ ਹੀ ਨਹੀਂ ਛਕਣਾ। ਉਹ ਚਤੌੜ ਦੀ ਰਾਣੀ ਨੂੰ ਕਹਿੰਦੇ ਨਾ, ਕਿਉਂਕਿ ਉਹ ਮੰਨਦੀ ਹੈ ਭਗਤ ਰਵਿਦਾਸ ਸਾਹਿਬ ਜੀ ਦੀ ਚੇਲੀ ਹੈ। ਹੁਣ ਉਹ ਕਹਿੰਦੀ ਵੀ ਮੈਂ ਪ੍ਰਸ਼ਾਦਾ ਭੋਜਨ ਤਿਆਰ ਹੋ। ਕਹਿੰਦੇ ਜੇ ਤੂੰ ਇਹਨੂੰ ਚਮਿਆਰ ਨੂੰ ਨਾਲ ਬਿਠਾਉਣਾ ਅਸੀਂ ਨਹੀਂ ਛਕਦੇ ਪ੍ਰਸ਼ਾਦਾ ਤੇਰਾ, ਭਾਵੇਂ ਤੂੰ ਰਾਣੀ ਹੋਵੇ, ਅਸੀਂ ਨਹੀਂ ਇਹਦੇ ਨਾਲ ਛਕਦੇ। ਉਹ ਭਗਤ ਰਵਿਦਾਸ ਜੀ ਕਹਿੰਦੇ ਮੈਂ ਤਾਂ ਪਹਿਲਾਂ ਹੀ ਆਖਿਆ ਸੀ ਤੁਸੀਂ ਇਹਨਾਂ ਨੂੰ ਪਹਿਲਾਂ ਛਕਾ ਲਓ ਵੀ ਮੈਂ ਬਾਅਦ 'ਚ ਛਕ ਲੂੰਗਾ। ਉਹ ਕਹਿੰਦੀ ਨਹੀਂ ਜੀ ਇਹਨਾਂ ਨੇ ਛਕਣਾ ਨਹੀਂ ਛਕਣਾ ਨਾ ਛਕਣਾ, ਵੀ ਤੁਸੀਂ ਨਾਲ ਹੀ ਬੈਠੋਗੇ ਇਹਨਾਂ ਦੇ, ਮੈਂ ਤਾਂ ਤੁਹਾਨੂੰ ਮੰਨਦੀ ਹਾਂ। ਭਗਤ ਰਵਿਦਾਸ ਜੀ ਕਹਿੰਦੇ ਨਹੀਂ ਐ ਨਹੀਂ, ਹੁਣ ਤੂੰ ਬੁਲਾਇਆ ਸਾਰਿਆਂ ਨੂੰ ਤਾਂ ਇਹ ਝਗੜਾ ਨਾ ਪਾਓ, ਕੋਈ ਗੱਲ ਨਹੀਂ ਇਹਨਾਂ ਨੂੰ ਛਕ ਲੈਣ ਦਿਓ। ਭਗਤ ਮਾਲਾ 'ਚ ਲਿਖਿਆ ਸਾਧ ਸੰਗਤ ਜੀ, ਉਹ ਕਹਿੰਦੇ ਜਦੋਂ ਉਹ ਬੈਠੇ ਛਕਣ ਵਾਸਤੇ ਤੇ ਸਾਰਿਆਂ ਨਾਲ ਹੀ ਰਵਿਦਾਸ ਬੈਠੇ ਦਿਖਾਈ ਦੇਣ। ਫੇਰ ਉੱਠ ਕੇ ਮੱਥਾ ਟੇਕਿਆ ਨਾ, ਤਾਂ ਕਹਿੰਦੇ ਆਪ ਵਿਪਰ ਪ੍ਰਧਾਨ ਤੇ ਕਰੇ ਡੰਡੌਤ। ਕਹਿੰਦੇ ਹੁਣ ਤਾਂ ਵੱਡੇ ਵੱਡੇ ਪੰਡਤ ਵੀ ਭਗਤ ਰਵਿਦਾਸ ਜੀ ਹੇ ਪ੍ਰਮਾਤਮਾ ਤੇਰੇ ਇਸ ਸੇਵਕ ਨੂੰ ਮੱਥੇ ਟੇਕਦੇ ਆਣ ਕੇ, ਉਹ ਜਿਹੜੇ ਕਹਿੰਦੇ ਸੀ ਜੇ ਕੋਲ ਬਿਠਾਇਆ ਸੀ ਪ੍ਰਸ਼ਾਦਾ ਨਹੀਂ ਛਕਣਾ। ਇਹ ਤੇਰੇ ਨਾਮ ਦੀ ਬਖਸ਼ਿਸ਼ ਹੈ, ਇਹ ਤੇਰੇ ਨਾਮ ਦੀ ਕਿਰਪਾ। ਫਿਰ ਅੱਗੇ ਕਹਿੰਦੇ ਸੈਣ ਨਾਈ ਬੁੱਤ ਕਾਰੀਆ, ਉਹ ਘਰ ਘਰ ਸੁਣਿਆ। ਚੌਥਾ ਭਗਤ ਜਿਹੜਾ ਪੰਜਵੇਂ ਪਾਤਸ਼ਾਹ ਜੀ ਜ਼ਿਕਰ ਕਰਦੇ,
ਸੈਣ ਨਾਈ ਬੁੱਤਕਾਰੀਆ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ। ਕਹਿੰਦੇ ਸੈਣ ਨਾਈ ਸੀ ਜਾਤ ਕਰਕੇ ਤੇ ਬੁੱਤੀਆਂ ਕਰਦਾ ਸੀ। ਸੈਣ ਨਾਈ ਬੁੱਤਕਾਰੀਆ, ਆਪਾਂ ਨੂੰ ਪਤਾ ਜਿਹੜੇ ਕਿਸੇ ਜਾਤ ਤੇ ਤਰਕ ਨਹੀਂ ਹੈਗੀ, ਪਰ ਵਾਕਈ ਉਹ ਉਦੋਂ ਏਦਾਂ ਹੁੰਦਾ ਸੀ। ਜਿਹੜੇ ਵੀ ਨਾਈ ਜਾਤ ਨਾਲ ਗੁਰਮੁਖ ਪਿਆਰੇ ਸੰਬੰਧ ਸਾਨੂੰ ਲੋਕਾਂ ਦੀਆਂ ਬੁੱਤੀਆਂ ਕਰਨੀਆਂ ਉਹਨਾਂ ਦੀ ਡਿਊਟੀ ਸੀ, ਹਜੇ ਤੱਕ ਵੀ ਕਰਦੇ ਆ। ਨਾਈ ਨੇ ਸੁਨੇਹੇ ਦੇਣੇ ਹੁੰਦੇ, ਉਹਨੇ ਦੇਗ ਬਣਾਉਣੀ ਹੁੰਦੀ, ਉਹਨੇ ਚੌਲ ਬਣਾਉਣੇ ਹੁੰਦੇ, ਵਿਆਹ ਤੇ ਸਤਸੰਗ ਸਾਰਾ ਕੁਝ ਨਾਈ ਕਰਦਾ। ਫਿਰ ਖੁਸ਼ੀ ਗਮੀ ਦੇ ਸੁਨੇਹੇ ਵੀ ਨਾਈ ਦੇ ਕੇ ਆਉਂਦਾ ਸੀ ਪਿੰਡਾਂ 'ਚ, ਉਹਨੂੰ ਭੇਜਦੇ ਸੀ, ਰਾਜਾ ਕਹਿੰਦੇ ਸੀ ਉਹਨੂੰ ਪਿੰਡਾਂ 'ਚ ਉਦੋਂ। ਤਾਂ ਹੁਣ ਪੰਜਵੇਂ ਪਾਤਸ਼ਾਹ ਕਹਿੰਦੇ ਦੇਖੋ ਸੈਣ ਨਾਈ ਹੈ, ਲੋਕਾਂ ਦੀਆਂ ਬੁੱਤੀਆਂ ਕਰਨੀਆਂ, ਖੁਸ਼ੀ ਗਮੀ ਦੇ ਸੁਨੇਹੇ ਦੇਣੇ ਤੇ ਵੱਡੇ ਲੋਕਾਂ ਦੀਆਂ ਵਗਾਰਾਂ ਕਰਨੀਆਂ, ਇਹ ਭਗਤ ਜੀ ਦਾ ਕੰਮ ਹੈ। ਮੱਧ ਪ੍ਰਦੇਸ਼ ਦੇ ਸੀ ਭਗਤ ਸਾਧ ਸੰਗਤ ਜੀ, ਤੇ ਉਹ ਉੱਥੋਂ ਦੇ ਰਾਜੇ ਦੀ ਨੌਕਰੀ ਕਰਦੇ ਆ। ਹੁਣ ਭਗਤ ਸੈਣ ਜੀ ਦੀ ਡਿਊਟੀ ਇਹ ਆ ਵੀ ਸਵੇਰੇ ਜਾ ਕੇ ਰਾਜੇ ਦਾ ਇਸ਼ਨਾਨ ਕਰਵਾਉਣਾ, ਉਹਦੀਆਂ ਤਲੀਆਂ ਝੱਸਣੀਆਂ, ਉਹਨੂੰ ਬਸਤਰ ਪਾਉਣੇ, ਜਦੋਂ ਉਹਨੇ ਪੱਗ ਬੰਨਣੀ ਤੇ ਸ਼ੀਸ਼ਾ ਫੜ ਕੇ ਸਾਹਮਣੇ ਖੜਨਾ, ਉਹਨੇ ਪੱਗ ਬੰਨਣੀ। ਇਹ ਰੋਜ਼ ਦਾ ਕੰਮ ਸੀ। ਹੋਇਆ ਕਿ ਇੱਕ ਦਿਨ ਉਹ ਕਹਿੰਦੇ ਸੈਣ ਨਾਈ ਬੁੱਤਕਾਰੀਆ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਕਹਿੰਦੇ ਪ੍ਰਮਾਤਮਾ ਹਿਰਦੇ 'ਚ ਵਸਿਆ, ਵੱਡੇ ਭਗਤਾਂ 'ਚ ਗਿਣਤੀ ਆ ਗਈ ਭਗਤ ਸੈਣ ਜੀ ਦੀ। ਤੇ ਕੀ ਹੋਇਆ ਜੀ, ਕੌਤਕ ਕੀ ਵਰਤਿਆ। ਭਾਈ ਗੁਰਦਾਸ ਜੀ ਕਹਿੰਦੇ ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ, ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ। ਕਹਿੰਦੇ ਕਬੀਰ ਸਾਹਿਬ ਜੀ ਦੀ ਸੋਭਾ ਸੁਣ ਕੇ ਭਗਤ ਸੈਣ ਜੀ ਦੇ ਮਨ 'ਚ ਆਇਆ ਸੀ ਮੈਂ ਵੀ ਭਗਤੀ ਕਰਾਂ। ਜਿਵੇਂ ਇਹ ਬਿੱਧ ਸੁਣ ਕੇ ਜੱਟ ਰੋਠ ਭਗਤੀ ਲੱਗ ਗਿਆ। ਜੱਟ ਕਿਉਂ ਭਗਤੀ ਕਰਨ ਲੱਗ ਗਿਆ, ਕਹਿੰਦੇ ਧੰਨਾ ਵਡਭਾਗਾ ਕਿਵੇਂ ਲੱਗ ਗਿਆ ਸੀ, ਦੂਜੇ ਭਗਤਾਂ ਦੀ ਸੋਭਾ ਸੁਣ, ਕਬੀਰ ਸਾਹਿਬ ਜੀ ਦੀ ਸੋਭਾ ਸੁਣ ਕੇ ਭਗਤ ਸੈਣ ਜੀ ਭਗਤ ਬਣੇ ਸੀ। ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ, ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ। ਕਹਿੰਦੇ ਰਾਤ ਉਹ ਭਗਤੀ ਕਰਦੇ ਭਗਤ ਸੈਣ ਜੀ, ਤੇ ਦਿਨੇ ਰਾਜੇ ਦੀ ਡਿਊਟੀ ਕਰਦੇ, ਉਹਦਾ ਇਸ਼ਨਾਨ ਕਰਾਉਂਦੇ, ਉਹਦੀਆਂ ਤਲੀਆਂ ਝੱਸਦੇ, ਉਹਦੇ ਬਸਤਰ ਪਾਉਂਦੇ, ਉਹਦੀ ਪੱਗ ਬਣਾਉਂਦੇ। ਹੁਣ ਭਾਈ ਗੁਰਦਾਸ ਜੀ ਕਹਿੰਦੇ ਇੱਕ ਦਿਨ ਕੀ ਹੋਇਆ, ਆਏ ਸੰਤ ਪ੍ਰਾਹੁਣੇ ਕੀਰਤਨ ਹੋਗਾ ਰਹਿਣ ਸਬਾਈ। ਕਹਿੰਦੇ ਸੰਤ ਆ ਗਏ ਜੀ ਭਗਤ ਸੈਣ ਜੀ ਦੇ, ਕਿਉਂਕਿ ਸੋਭਾ ਹੋ ਰਹੀ ਸੀ ਨਾ ਵੀ ਭਗਤਾ ਤੇ ਆ ਗਏ ਉਹਨਾਂ ਦੇ ਘਰੇ ਜੀ ਸੰਤ। ਤੇ ਸਾਰੀ ਰਾਤ ਕੀਰਤਨ ਚੱਲੀ ਗਿਆ, ਰਾਤ ਚੱਲੀ ਗਿਆ ਤੇ ਉਹਨਾਂ ਦਿਨੇ ਵੀ ਸਮਾਪਤੀ ਨਹੀਂ ਕੀਤੀ। ਆਏ ਸੰਤ ਪ੍ਰਾਹੁਣੇ ਕੀਰਤਨ ਹੋਵਾ ਰਹਿਣ ਸਬਾਈ, ਛੱਡ ਨਾ ਸਕੇ ਸਾਧ ਜਨ ਰਾਜ ਦੁਆਰ ਨ ਸੇਵ ਕਮਾਈ। ਕੀ ਹੋ ਗਿਆ ਜੀ, ਕਹਿੰਦੇ ਹੁਣ ਉਹ ਛੱਡਣ ਨੂੰ ਮਨ ਨਹੀਂ ਕੀਤਾ ਭਗਤ ਸੈਣ ਜੀ ਦਾ। ਦੀਵਾਨ ਚੱਲ ਰਿਹਾ, ਹੁਣ ਚੱਲ ਵੀ ਉਹਨਾਂ ਦੇ ਘਰੇ ਰਿਹਾ, ਛੱਡ ਕੇ ਕਿਵੇਂ ਜਾਣ। ਉਧਰ ਡਿਊਟੀ ਕਰਨੀ ਰਾਜੇ ਦੀ, ਜੇ ਨਹੀਂ ਜਾਂਦੇ ਤਾਂ ਰਾਜੇ ਦੇ ਕੰਮ, ਮੰਨ ਲਓ ਕਿਤੇ ਆਮ ਥਾਂ ਦੇ ਐਬਸੈਂਟ ਲੱਗ ਗਈ ਕੋਈ ਗੱਲ ਨਹੀਂ, ਪਰ ਰਾਜੇ ਦੀ ਤਾਂ ਜ਼ਬਾਨ ਹੀ ਕਾਨੂੰਨ ਆ ਨਾ। ਜੇ ਉਹਨੇ ਆਖਿਆ ਅੱਜ ਆਇਆ ਨਹੀਂ ਇਸ਼ਨਾਨ ਕਰਾਉਣਾ, ਫਾਂਸੀ ਟੰਗ ਦਿਓ, ਤੇ ਫਾਂਸੀ ਚਾੜ ਦੇਣਗੇ, ਸੂਲੀ ਦੇ ਦੇਣਗੇ। ਰਾਜੇ ਦੇ ਅੱਗੇ ਕਿਹੜੀ ਅਪੀਲ ਹੋਣੀ ਕੋਈ। ਪਰ ਉੱਠੇ ਨਹੀਂ ਜੀ ਭਗਤ ਸੈਣ ਜੀ। ਭਾਈ ਗੁਰਦਾਸ ਜੀ ਕਹਿੰਦੇ ਛੱਡ ਨਾ ਸਕਿਆ ਸਾਧ ਜਨ ਰਾਜ ਦੁਆਰ ਨਾ ਸੇਵ ਕਮਾਈ। ਨਹੀਂ, ਦੀਵਾਨ ਸਮਾਪਤ ਨਹੀਂ ਹੋਇਆ ਤੇ ਭਗਤ ਸੈਣ ਜੀ ਉੱਠੇ ਨਹੀਂ ਦੀਵਾਨ ਚੋਂ। ਦੀਵਾਨ ਚੱਲੀ ਗਿਆ, ਉਹ ਆਨੰਦ 'ਚ ਬੈਠੇ ਗਏ। ਤਾਂ ਹੁਣ ਹੋਇਆ ਕਿ ਜੀ ਉਧਰ ਗਏ ਨਹੀਂ, ਡਿਊਟੀ ਤੇ ਗਏ ਨਹੀਂ, ਰਾਜ ਦੁਆਰ ਨਾਲ ਸੇਵ ਕਮਾਈ। ਪਰ ਪਰਮਾਤਮਾ ਆਪਣੇ ਭਗਤਾਂ ਦੀ ਪਿੱਠ ਨਹੀਂ ਲੱਗਣ ਦਿੰਦਾ। ਭਾਈ ਗੁਰਦਾਸ ਜੀ ਕਹਿੰਦੇ ਸੈਣ ਰੂਪ ਹਰ ਜਾਏ ਕਾ ਆਇਆ ਰਾਣੀ ਨੂੰ ਰਜਾਏ। ਸੈਣ ਰੂਪ ਹਰ ਜਾਏ, ਹਰੀ ਨੇ ਸੈਣ ਦਾ ਰੂਪ ਧਾਰਨ ਕੀਤਾ, ਜਾ ਕੇ ਰਾਜੇ ਦਾ ਇਸ਼ਨਾਨ ਕਰਾਤਾ, ਉਹਦੀਆਂ ਤਲੀਆਂ ਝੱਸਦੀਆਂ, ਉਹਦੀ ਪੱਗ ਬਣਾਤੀ। ਹੁਣ ਜਦ ਪ੍ਰਮਾਤਮਾ ਨੇ ਅੱਜ ਸੈਣ ਦੇ ਰੂਪ 'ਚ ਤਲੀਆਂ ਝੱਸੀਆਂ, ਉਹ ਇੱਕ ਵੱਖਰਾ ਹੀ ਆਨੰਦ ਆਇਆ ਰਾਜੇ ਨੂੰ। ਉਹ ਸ਼ੋਧ ਕਦੀ ਉਹਦਾ ਤਾਂ ਨਾਮ ਦੱਸਿਆ ਨਹੀਂ ਜਿਸ ਜਾ ਸਕਦਾ। ਕਹਿੰਦੇ ਸੈਣ ਰੂਪ ਹਰ ਜਾਏ ਕਾ ਆਇਆ ਰਾਣੀ ਨੂੰ ਰਿਝਾਈ, ਸਾਧ ਜਨਾਂ ਨੂੰ ਵਿਦਾ ਕਰ ਰਾਜ ਦੁਆਰ ਗਿਆ ਸ਼ਰਮਾਈ। ਕਹਿੰਦੇ ਹੁਣ ਸੰਤਾਂ ਨੇ ਕੀਤੀ ਦੁਪਹਿਰੋਂ ਬਾਅਦ ਸਮਾਪਤੀ, ਤੇ ਸ਼ਰਮਿੰਦਾ ਮਾਫੀ ਮੰਗਣ ਲਈ ਭਗਤ ਸੈਣ ਗਿਆ ਰਾਜੇ ਕੋਲ ਵੀ ਮਹਾਰਾਜ ਮੈਨੂੰ, ਉਹ ਹੁਣ ਡਰਦਾ ਵੀ ਪਤਾ ਨਹੀਂ ਸਾਰੇ ਟੱਬਰ ਨੂੰ ਮਾਰ ਦੂ, ਪਤਾ ਨਹੀਂ ਮੈਨੂੰ ਇਕੱਲੇ ਨੂੰ ਸੂਲੀ ਚਾੜੇ, ਕਿਉਂਕਿ ਮੈਂ ਗਿਆ ਨਹੀਂ ਡਿਊਟੀ। ਇਹ ਕੋਈ ਖੇਡ ਤਾਂ ਹੈ ਨਹੀਂ, ਰਾਜੇ ਦੀ ਡਿਊਟੀ ਹੈ। ਕਹਿੰਦੇ ਸੰਤਾਂ ਨੂੰ ਵਿਦਾ ਕਰਕੇ ਨਾ ਭਗਤ ਸੈਣ ਜੀ ਤੇ ਡਰਦੇ ਸ਼ਰਮਿੰਦੇ ਮਾਫੀ ਮੰਗਣ ਲਈ ਰਾਜੇ ਕੋਲੇ ਗਏ। ਸਾਧ ਜਨਾਂ ਨੂੰ ਵਿਦਾ ਕਰ ਰਾਜ ਦੁਆਰ ਗਿਆ ਸ਼ਰਮਾਈ। ਰਾਣੇ ਦੂਰੋਂ ਸੱਦ ਕੇ ਖੋਲ ਕਵਾਏ ਗਲੋਂ ਪੈਣਾ। ਕੀ ਹੋਇਆ, ਜਦੋਂ ਉਹਦੀ ਦਰਬਾਰ 'ਚ ਵੜੇ ਭਗਤ ਸੈਣ ਜੀ ਤੇ ਉਹ ਬੈਠਾ ਸੀ ਸਿੰਘਾਸਨ ਤੇ ਰਾਜਾ, ਉਹਨੇ ਵੇਖਿਆ ਭਗਤ ਜੀ ਆ ਗਏ, ਉਹ ਉੱਠ ਕੇ ਭੱਜ ਕੇ ਆਪਣੇ ਸਿੰਘਾਸਨ ਤੋਂ ਗਿਆ ਤੇ ਜਿਹੜੀ ਕੀਮਤੀ ਮਾਲਾ ਸੀ ਗਲ ਦੀ ਲਾ ਕੇ ਭਗਤ ਸੈਣ ਜੀ ਦੇ ਗਲ 'ਚ ਪਾਤੀ। ਹੁਣ ਭਗਤ ਜੀ ਬੜੇ ਹੈਰਾਨ ਵੀ ਇਹ ਉੱਠ ਕੇ ਮੇਰੇ ਲਈ ਆਇਆ, ਮੈਂ ਤਾਂ ਮਾਫੀ ਮੰਗਣ ਆਇਆ ਕਿਉਂਕਿ ਡਿਊਟੀ ਤੇ ਨਹੀਂ ਆਇਆ। ਤੇ ਇਹਦਾ ਮਤਲਬ ਹੈ ਵੀ ਇਹ ਬਹੁਤੇ ਗੁੱਸੇ 'ਚ ਆ ਵੀ ਇਹ ਮੇਰੇ ਮਾਲਾ ਇੰਨੀ ਕੀਮਤੀ ਪਾਤੀ ਵੀ ਇਹ ਉਹ ਹਿਸਾਬ ਹੋ ਗਿਆ ਜਿਵੇਂ ਬੱਕਰੇ ਦੀ ਬਲੀ ਦੇਣ ਤੋਂ ਪਹਿਲਾਂ ਉਹਦਾ ਇਸ਼ਨਾਨ ਕਰਾਉਂਦੇ, ਸੰਧੂਰ ਸੰਧਾਰ ਜਿਹਾ ਲਾਉਂਦੇ ਉਹਨੂੰ, ਵੀ ਇਹ ਤਾਂ ਮੇਰੇ ਤਾਂ ਕਰ ਰਿਹਾ। ਹੁਣ ਭਗਤ ਜੀ ਡਰਦੇ ਆ। ਉਹ ਫੜਿਆ ਭਗਤ ਜੀ ਨੇ, ਰਾਜੇ ਨੇ ਫੜਿਆ ਭਗਤ ਸੈਣ ਜੀ ਨੂੰ ਤੇ ਸਿੰਘਾਸਨ ਤੇ ਬਿਠਾ ਤਾ। ਕਹਿੰਦਾ ਇੱਥੇ ਬੈਠੋ ਮਹਾਰਾਜ। ਉਹ ਕਹਿੰਦਾ ਨਹੀਂ ਜੀ ਮੈਨੂੰ ਮਾਫੀ ਦੇ ਦਿਓ, ਮੈਂ ਮੰਨਦਾ ਜੀ ਮੇਰੀ ਬੜੀ ਗਲਤੀ, ਮਹਾਰਾਜ ਮੈਨੂੰ ਇੱਕ ਵਾਰ ਮਾਫ ਕਰ ਦਿਓ, ਜ਼ਿੰਦਗੀ 'ਚ ਮੁੜ ਕੇ ਮੈਂ ਕਦੀ ਨਾਗਾ ਨਹੀਂ ਪਾਉਂਦਾ। ਉਹ ਕਹਿੰਦਾ ਕਾਹਦੀ ਮਾਫੀ, ਹੱਦ ਹੋਈ, ਮੈਂ ਤੈਨੂੰ ਆਪਣੇ ਸਿੰਘਾਸਨ ਤੇ ਬਿਠਾ ਰਿਹਾ, ਤੂੰ ਮੇਰਾ। ਉਹ ਕਹਿੰਦਾ ਨਹੀਂ ਮਹਾਰਾਜ ਮੇਰੇ ਕੋਲ ਮਾਫੀ, ਮੈਂ ਮਾਫੀ ਮੰਗਦਾ ਜੀ, ਇੱਕ ਗਲਤੀ ਤੇ ਜ਼ਿੰਦਗੀ ਦੀ ਮਾਫ ਕਰ ਦਿਓ। ਕਹਿੰਦਾ ਕਾਹਦੀ ਗਲਤੀ, ਮਾਫੀ ਕਾਹਦੀ ਮੰਗਦਾ।
ਤੇ ਭਗਤ ਸੈਣ ਜੀ ਕਹਿੰਦੇ ਜਿਹੜਾ मैं आया नहीं जी अज इशनान नहीं कराया ਤੁਹਾਡੀ ਤਿਆਰੀ ਵਸਤਰ ਪੱਗ ਨਹੀਂ ਬਣਾ ਉਹ ਕਹਿੰਦੇ ਗੁਰਮੁਖਾ ਉਹ ਤੂੰ ਹੀ ਤੇ ਆਣ ਕੇ ਇਸ਼ਨਾਨ ਕਰਾਇਆ ਆ ਮੈਂ ਮਾਲਾ ਤੇਰੀ ਉਂ ਹੀ ਨਹੀਂ ਗਲ ਚ ਪਾ ਰਿਹਾ ਤੈਨੂੰ ਸੁਣਾ ਜਿਹੜਾ ਅੱਜ ਤੂੰ ਮੇਰੀਆਂ ਤਲੀਆਂ ਝੱਸੀਆਂ ਜਿਹੜਾ ਆਨੰਦ ਮੈਨੂੰ ਆਇਆ ਜ਼ਿੰਦਗੀ 'ਚ ਨਹੀਂ ਮੈਂ ਬੋਲ ਕੇ ਦੱਸ ਸਕਦਾ ਇੰਨਾ ਮੈਨੂੰ ਆਨੰਦ ਆਇਆ ਗਿਆਨ ਆ ਗਿਆ ਨਾ ਜੀ ਉਹ ਕਹਿੰਦਾ ਮੈਂ ਤੈਨੂੰ ਤਾਂ ਬਿਠਾ ਰਿਹਾ ਭਗਤ ਸੈਣ ਥੋੜਾ ਜਿਹਾ ਹੌਸਲਾ ਆ ਅੱਖਾਂ 'ਚ ਪਾਣੀ ਆ ਗਿਆ ਭਗਤ ਸੈਣ ਜੀ ਦੇ ਕਹਿੰਦਾ ਵੀ ਅੱਛਾ ਜੀ ਵੀ ਮੈਂ ਆਇਆ ਸਵੇਰੇ ਤੇ ਉਹ ਕਹਿੰਦੇ ਹਾਂ ਤੂੰ ਆਇਆ ਮੇਰੀ ਗੱਲ ਨਹੀਂ ਆ ਬਾਕੀ ਨੂੰ ਪੁੱਛ ਅੱਜ ਮੇਰੇ ਬਾਕੀ ਸੇਵਾਦਾਰਾਂ ਨੂੰ ਪੁੱਛ ਤੂੰ ਹੀ ਆਇਆ ਉਹ ਕਹਿੰਦੇ ਵੀ ਕੀ ਹੋ ਗਿਆ ਅੱਜ ਤੁਹਾਨੂੰ ਸੈਣ ਜੀ ਤੁਸੀਂ ਤੇ ਇਸ਼ਨਾਨ ਕਰਾਇਆ ਸੀ ਕੋਲ ਖਲੋਤੇ ਤੁਸੀਂ ਪੱਗ ਬਣਾਈ ਤੁਸੀਂ ਤਲੀਆਂ ਝੱਸੀਆਂ ਫੇਰ ਤਾਂ ਉਹ ਜੀ ਬਸੋਂ ਹੀ ਬਾਹਰ ਹੋ ਗਿਆ ਭਗਤ ਸੈਣ ਜੀ ਦੇ ਕੰਮ ਉਹ ਕਹਿੰਦਾ ਸੱਚੀ ਗੱਲ ਹੈ ਮੈਂ ਆਇਆ ਉਹ ਕਹਿੰਦੇ ਹਾਂ ਤੂੰ ਆਇਆ ਇਹਦੇ 'ਚ ਕੀ ਸ਼ੱਕ ਹੈ ਕਿਉਂ ਪੁੱਛਦਾ ਉਹ ਕਹਿੰਦਾ ਓਨੀ ਸੱਚੀ ਗੱਲ ਹੈ ਵੀ ਮੈਂ ਨਹੀਂ ਜੀ ਆਇਆ ਮੇਰੇ ਘਰ ਤੇ ਸੰਤਾਂ ਦਾ ਕੀਰਤਨ ਚੱਲ ਰਿਹਾ ਸੀ ਮੈਂ ਤੇ ਉੱਠਿਆ ਹੀ ਨਹੀਂ ਫਿਰ ਉਹ ਸਾਰੇ ਹੈਰਾਨ ਹੋ ਗਏ ਉਹ ਕਹਿੰਦੇ ਇਦਾਂ ਕਿੱਦਾਂ ਹੋ ਸਕਦਾ ਭਗਤ ਸੈਣ ਜੀ ਕਹਿੰਦੇ ਸੱਚੀ ਗੱਲ ਹੈ ਮੇਰੇ ਘਰੋਂ ਜਾ ਕੇ ਪੁੱਛ ਲਓ ਮੈਂ ਨਹੀਂ ਆਇਆ ਮੈਂ ਤਾਂ ਮਾਫੀ ਮੰਗਣ ਆਇਆ ਉਹ ਕਹਿੰਦੇ ਵੀ ਓਨੀ ਸੱਚੀ ਗੱਲ ਹੈ ਵੀ ਤੂੰ ਆਇਆ ਤਲੀਆਂ ਤੂੰ ਝੱਸੀਆਂ ਉਹ ਕਹਿੰਦਾ ਫਿਰ ਪਤਾ ਕੀ ਜੇ ਜਿਸ ਦੀ ਯਾਦ ਵਿੱਚ ਮੈਂ ਬੈਠਾ ਜਪ ਰਿਹਾ ਸਾਂ ਉਹ ਆਪ ਆ ਗਿਆ ਤੇ ਭਾਈ ਗੁਰਦਾਸ ਨੇ ਕਿਹਾ ਸੈਣ ਰੂਪ ਹਰ ਜਾਏ ਕਇਆ ਰਾਣੇ ਨੂੰ ਰਿਜਾਈ ਸਾਧ ਜਨਾਂ ਨੂੰ ਵਿਦਾ ਕਰ ਰਾਜ ਦਵਾਰ ਗਿਆ ਸਰਮਾਈ ਰਾਣੇ ਦੋਨੋਂ ਸੱਦ ਕੇ ਖੋਲ ਕਵਾਏ ਗਲੋਂ ਪਹਿਨਾਈ ਵਸ ਕੀਤਾ ਤੂੰ ਹਉ ਬੋਲੇ ਰਾਣਾ ਸੁਣੇ ਲਗਾਈ ਵਸ ਕੀਤਾ ਤੂੰ ਹਉ ਅੱਜ ਰਾਣਾ ਕਹਿੰਦਾ ਤੂੰ ਮੈਨੂੰ ਵਸ ਹੀ ਕਰ ਲਿਆ ਰਾਜਾ ਕਹਿੰਦਾ ਕਮਾਲ ਹੀ ਕਰਤੀ ਤੂੰ ਅੱਜ ਜਿਹੜੀ ਸਵੇਰੇ ਮੇਰੇ ਮਾਲ 'ਚ ਕੀਤੀ ਸਾਰੇ ਸੁਣ ਰਹੇ ਆ ਕੋਈ ਲਕਾਈ ਨਹੀਂ ਉਹ ਕਹਿੰਦੇ ਸੁਣੇ ਲਕਾਈ ਸਾਰੀ ਕਚਹਿਰੀ ਸੁਣ ਰਹੀ ਹੈ ਪ੍ਰਗਟ ਕਰੇ ਭਗਤ ਵਡਿਆਈ ਉਹ ਕਹਿੰਦੇ ਅਸਲ 'ਚ ਆਪਣੇ ਭਗਤ ਦੀ ਵਡਿਆਈ ਪ੍ਰਮਾਤਮਾ ਨੇ ਪ੍ਰਗਟ ਕਰਨੀ ਹੁੰਦੀ ਗੁਰਮੁਖੋ ਆਪਣੇ ਭਗਤ ਵਾਸਤੇ ਉਹ ਪ੍ਰਮਾਤਮਾ ਅਸੰਭਵ ਕੌਤਕ ਵੀ ਕਰ ਦਿੰਦਾ ਜਿਹਨੂੰ ਸਾਡੀ ਕਲਪਨਾ ਵੀ ਨਹੀਂ ਸਾਧ ਸੰਗਤ ਦੀ ਸੋਚ ਸਕਦੀ ਇਹ ਬਿਰਧ ਸੁਣ ਕੇ ਜਾਟ ਰੋਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡ ਭਾਗਾ ਕਹਿੰਦੇ ਇਹ ਸੁਣ ਕੇ ਚਾਰਾਂ ਭਗਤਾਂ ਦਾ ਜੀਵਨ ਤੇ ਪ੍ਰਮਾਤਮਾ ਦੇ ਕੌਤਕ ਤੇ ਇੱਕ ਜੱਟ ਆਪਣੀ ਖੇਤੀ ਕਰਨ ਵਾਲਾ ਭਗਤੀ ਕਰਨ ਲੱਗ ਪਿਆ ਜੀ ਚੱਲ ਪਿਆ ਸਮਾਜ ਤੇ ਭਗਤ ਧੰਨਾ ਜੀ ਇੰਨੀ ਉੱਚੀ ਅਵਸਥਾ ਫਿਰ ਭਗਤ ਧੰਨਾ ਜੀ ਨੇ ਪ੍ਰਾਪਤ ਕੀਤੀ ਕਹਿੰਦੇ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡ ਭਾਗਾ ਪ੍ਰਤੱਖ ਪ੍ਰਗਟ ਹੋਇਆ ਪ੍ਰਮਾਤਮਾ ਔਰ ਧੰਨਾ ਭਗਤ ਜੀ ਦੇ ਨਾਲ ਗੱਲਬਾਤ ਕੀਤੀ ਕੀ ਗੱਲਬਾਤ ਕੀਤੀ ਚਲੋ ਸੰਖੇਪ ਰੂਪ ਚ ਕਹਿ ਕੇ ਆਪਾਂ ਸਮਾਪਤੀ ਕਰੀਏ ਭਾਈ ਗੁਰਦਾਸ ਜੀ ਕਹਿੰਦੇ ਬਾਹਮਣ ਪੂਜੇ ਦੇਵਤੇ ਧੰਨਾ ਗਊ ਚਰਾਵਣ ਆਵੇ ਧੰਨੇ ਡਿਠਾ ਚਲਤੇ ਪੁੱਛੇ ਬਾਹਮਣ ਆਖ ਸੁਣਾਵੇ ਠਾਕਰ ਦੀ ਸੇਵਾ ਕਰੇ ਜੋ ਇੱਛਾ ਸੋਈ ਫਲ ਪਾਵੇ ਧੰਨਾ ਕਰਦਾ ਜੋਦੜੀ ਮੈਂ ਪੀਦੇ ਇੱਕ ਜੇ ਤੋਹਿ ਪਾਵੇ ਕਹਿੰਦੇ ਇੱਕ ਦਿਨ ਗਊਆਂ ਲੈ ਕੇ ਜਾ ਰਿਹਾ ਆਪਣੇ ਖੂਹ ਨੂੰ ਧੰਨਾ ਤੇ ਰਸਤੇ 'ਚ ਰੋਜ਼ ਉਹ ਪੰਡਿਤ ਠਾਕਰਾਂ ਦੀ ਸੇਵਾ ਕਰਦਾ ਉਂਦੀ ਲੰਘਦੇ ਰੋਜ਼ ਭਗਤ ਧੰਨਾ ਜੀ ਉਹਨੇ ਮੰਦਿਰ ਬਣਾਇਆ ਛੋਟਾ ਜਿਹਾ ਤਾਂ ਉਹ ਇੱਕ ਦਿਨ ਉਹ ਹੁਣ ਵੇਖੋ ਪਿਛਲਾ ਸੰਸਕਾਰ ਜਾਗਣਾ ਨਾ ਕੋਈ ਕਿਉਂਕਿ ਇਹ ਬਿਰਧ ਸੁਣ ਕੇ ਜਾਟ ਰੋਠ ਭਗਤੀ ਲੱਗਾ ਨਾ ਹੁਣ ਉਹ ਅੱਜ ਧੰਨਾ ਜੀ ਨੇ ਰੋਕਿਆ ਆਖਿਆ ਵੀ ਇਹ ਪੰਡਿਤ ਜੀ ਇਹ ਕੀ ਕਰਦੇ ਤੁਸੀਂ ਉਹਨੇ ਕਿਹਾ ਵੀ ਮੈਂ ਠਾਕਰਾਂ ਦੀ ਸੇਵਾ ਕਰਦਾ ਹੁਣ ਭਗਤ ਧੰਨਾ ਜੀ ਕਹਿੰਦੇ ਠਾਕਰਾਂ ਦੀ ਸੇਵਾ ਕੀਤੇ ਕੀ ਹੋ ਜਾਂਦਾ ਇਹ ਸੇਵਾ ਕੀਤੇ ਕੀ ਹੁੰਦਾ ਉਹ ਅੱਗੇ ਬ੍ਰਾਹਮਣ ਕਹਿੰਦਾ ਠਾਕਰ ਦੀ ਸੇਵਾ ਕਰੇ ਜੋ ਇੱਛਾ ਸੋਈ ਫਲ ਪਾਵੇ ਉਹ ਕਹਿੰਦੇ ਠਾਕਰ ਦੀ ਸੇਵਾ ਕਰਕੇ ਜੋ ਮੰਗ ਲਈਏ ਮਿਲ ਜਾਂਦਾ ਭਗਤ ਧੰਨਾ ਕਹਿੰਦਾ ਅੱਛਾ ਇਹ ਤਾਂ ਕਮਾਲ ਹੋ ਗਈ ਇਹ ਤੇ ਠਾਕਰ ਫਿਰ ਮੈਨੂੰ ਚਾਹੀਦਾ ਜੀ ਕੋਈ ਮੇਰਾ ਤਾਂ ਕੰਮ ਬਹੁਤ ਹੈ ਇਹ ਕਿਰਪਾ ਕਰਕੇ ਇਹ ਠਾਕਰ ਇੱਕ ਮੈਨੂੰ ਦਿਓ ਕਹਿੰਦੇ ਉਹਨੇ ਮੰਗ ਲਿਆ ਹੁਣ ਉਹ ਪੰਡਤ ਸ਼ੈਤਾਨ ਸੀ ਉਹਨੇ ਆਖਿਆ ਮੈਂ ਠਾਕਰ ਕਾਹਤੋਂ ਦੇਵਾਂ ਠਾਕਰ ਕਹਿੰਦੇ ਜਿਹੜਾ ਸਾਧ ਸੰਗਤ ਜੀ ਧਾਰੀਦਾਰ ਪੱਥਰ ਹੁੰਦਾ ਗੰਡਕਾ ਨਦੀ ਚੋਂ ਨਿਕਲਦਾ ਉਹਦੀ ਪੂਜਾ ਕੀਤੀ ਜਾਂਦੀ ਧੰਨਾ ਕਰਦਾ ਜੋਦੜੀ ਮੈਂ ਵੀ ਦੇ ਇੱਕ ਜੇ ਤੋਹਿ ਭਾਵੇ ਕਹਿੰਦੇ ਉਹਨੇ ਆਖਿਆ ਪੰਡਤ ਜੀ ਇੱਕ ਮੈਨੂੰ ਦੇ ਦਿਓ ਮੈਨੂੰ ਬਹੁਤੀ ਲੋੜ ਹੈ ਮੈਂ ਇਹਦੀ ਪੂਜਾ ਕਰਾਂ ਤੁਸੀਂ ਕਹਿੰਦੇ ਜੋ ਪੂਜਾ ਕੀਤੀ ਜੋ ਮੰਗੀਏ ਮਿਲ ਜਾਂਦਾ ਤੇ ਇੱਕ ਮੈਨੂੰ ਦਿਓ ਉਹਨੇ ਹੁਣ ਠਾਕਰ ਨਹੀਂ ਦਿੱਤਾ ਭਾਈ ਗੁਰਦਾਸ ਜੀ ਕਹਿੰਦੇ ਪੱਥਰ ਇੱਕ ਲਪੇਟ ਕੇ ਦੇ ਧੰਨੇ ਨੂੰ ਗੈਲ ਛਡਾਵੇ ਧੰਨੇ ਕੋ ਪਿੱਛਾ ਛਡਾ ਲਿਆ ਜੀ ਇੱਕ ਪੱਥਰ ਲਪੇਟ ਕੇ ਸੋਹਣੇ ਜਿਹੇ ਕੱਪੜੇ 'ਚ ਤੇ ਉਹ ਪੰਡਤ ਨੇ ਦੇਤਾ ਧੰਨੇ ਕਹਿੰਦੇ ਆ ਲੈ ਧੰਨਿਆ ਠਾਕਰ ਲੈ ਜਾ ਠਾਕਰ ਦਿੱਤਾ ਨਹੀਂ ਧੋਖਾ ਕੀਤਾ ਪੱਥਰ ਇੱਕ ਲਪੇਟ ਕੇ ਦੇ ਧੰਨੇ ਨੂੰ ਗੈਲ ਛਡਾਵੇ ਉਹਨੇ ਕਿਹਾ ਵੀ ਇਹਨੂੰ ਮੈਂ ਕਰਨਾ ਕੀ ਹੈ ਜੀ ਉਹ ਕਹਿੰਦੇ ਕਰਨਾ ਕੁਝ ਨਹੀਂ ਪਹਿਲਾਂ ਆਪ ਇਸ਼ਨਾਨ ਕਰਨਾ ਫਿਰ ਠਾਕਰ ਦਾ ਇਸ਼ਨਾਨ ਕਰਾਉਣਾ ਫਿਰ ਇਹਦੇ ਅੱਗੇ ਭੋਜਨ ਰੱਖ ਕੇ ਤੇ ਇਹਨੂੰ ਭੋਗ ਲਵਾਉਣਾ ਤੇ ਬਸ ਇੰਨਾ ਹੀ ਕੰਮ ਹੈ ਇਹੀ ਮੈਂ ਕਰਦਾ ਰੋਜ਼ ਧੰਨਾ ਲੈ ਕੇ ਖੁਸ਼ੀ ਹੁਣ ਧੰਨਾ ਤਾਂ ਵਿਚਾਰਾ ਭੋਲਾ ਨਾ ਭੋਲੇ ਭਾਈ ਭਗਤ ਮਲਾਵੇ ਭਾਈ ਗੁਰਦਾਸ ਜੀ ਕਹਿੰਦੇ ਉਹਨੇ ਆਖਿਆ ਸ਼ੇਰ ਤਾਂ ਠਾਕਰ ਨੂੰ ਪੂਜਾ ਕਰੀਏ ਤੇ ਜੋ ਮੰਗੀਏ ਉਹ ਕਹਿੰਦਾ ਜੋ ਮੰਗੀਏ ਮਿਲਦਾ ਜਾਂਦਾ ਠਾਕਰ ਦੀ ਪੂਜਾ ਕਰ ਜੋ ਇੱਛਾ ਸੋਈ ਫਲ ਪਾਵੇ ਜਿੱਦਾਂ ਜਿੱਦਾਂ ਦੱਸਿਆ ਸੀ ਭਗਤ ਧੰਨਾ ਜੀ ਲੈ ਕੇ ਉਹਨੂੰ ਆਪਣੇ ਖੂਹ ਤੇ ਲਿਜਾ ਕੇ ਸਾਧ ਸੰਗਤ ਜੀ ਉਹ ਕਹਿੰਦੇ ਠਾਕਰ ਨੂੰ ਨਵਾਲ ਕੇ ਸ਼ਾਹੀ ਰੋਟੀ ਦੇ ਭੋਗ ਚੜਾਵੇ ਪਹਿਲਾਂ ਆਪ ਇਸ਼ਨਾਨ ਕੀਤਾ ਫਿਰ ਠਾਕਰ ਨੂੰ ਨਵਾਲਿਆ ਫਿਰ ਉਹਨੂੰ ਰੱਖ ਕੇ ਚੌਂਕੀ ਤੇ ਸ਼ਾਹੀ ਹੁੰਦੀ ਲੱਸੀ ਤੇ ਭੋਜਨ ਉਹ ਹੋਈ ਸੀ ਧੰਨੇ ਕੋਲੇ ਆਪਣੇ ਪ੍ਰਸ਼ਾਦੇ ਤੇ ਲੱਸੀ ਉਹਦੇ ਅੱਗੇ ਰੱਖ ਕੇ ਉਹਨੂੰ ਕਹਿੰਦੇ ਛਕੋ ਠਾਕਰ ਜੀ ਹੁਣ ਠਾਕਰ ਕਿੱਥੇ ਛਕੇ
ਉਹ ਛਕਦੇ ਨਹੀਂ, ਤੇ ਭਗਤ ਧੰਨਾ ਜੀ ਕਹਿੰਦੇ ਛਕੋ ਮਹਾਰਾਜ, ਛਕੋ ਛਕੋ ਤੇ ਛਕੀਏ ਅਸੀਂ ਵੀ। ਉਹ ਨਹੀਂ ਛਕਦੇ, ਕਹਿੰਦੇ ਠਾਕਰ ਨੂੰ ਨਿਵਾਲ ਕੇ ਸ਼ਾਹੀ ਰੋਟੀ ਲਿਆ ਭੋਗ ਚੜਾਵੇ, ਹੱਥ ਜੋੜ ਮਿੰਨਤਾਂ ਕਰੇ, ਪੈਰੀ ਪੈ ਪੈ ਬਹੁਤ ਮਨਾਵੇ। ਹੁਣ ਠਾਕਰ ਛਕਦਾ ਨਹੀਂ, ਉਹ ਹੱਥ ਜੋੜਦਾ, ਮਿੰਨਤਾਂ ਕਰਦਾ, ਪੈਰੀ ਪੈਂਦਾ, ਠਾਕਰ ਜੀ ਤੁਸੀਂ ਉੱਥੋਂ ਛਕਦੇ, ਮੇਰੇ ਤੋਂ ਕਾਹਤੇ ਨਹੀਂ ਛਕਦੇ? ਛਕੋ ਮਹਾਰਾਜ, ਮੈਂ ਵੀ, ਮੈਨੂੰ ਵੀ ਭੁੱਖ ਲੱਗੀ, ਮੈਂ ਪ੍ਰਸ਼ਾਦਾ ਛਕਾਂ, ਤੁਸੀਂ ਛਕੋ ਤੇ ਮੈਂ ਛਕਾਂ। ਉਹ ਛਕਦਾ ਨਹੀਂ। ਫਿਰ ਉਹ ਆ ਗਿਆ ਜੀ ਅੜੀ ਤੇ, ਉਹ ਵੀ ਫਿਰ ਭਗਤ ਧੰਨਾ ਕਹਿੰਦਾ ਚੰਗਾ ਜੇ ਤੁਸੀਂ ਨਹੀਂ ਛਕਣਾ ਨਾ। ਤੇ ਉਹ ਕਹਿੰਦਾ ਮੈਂ ਵੀ ਮੂੰਹ ਨਾਲ ਜੁਠਾਲ ਸੀ, ਤੂੰ ਰੁੱਠਾ ਮੈਂ ਕਿਉਂ ਨਾ ਪਾਵੇ। ਕਹਿੰਦਾ ਚੰਗਾ ਫਿਰ ਮੈਂ ਵੀ ਮੂੰਹ ਨਾਲ ਜੁਠਾ, ਮੈਂ ਵੀ ਮੂੰਹ ਜੁਠਾ ਨਹੀਂ ਕਰਨਾ। ਚੰਗਾ ਜਿੰਨੀ ਤੇ ਤੂੰ ਨਹੀਂ ਛਕਦਾ ਮੈਂ ਵੀ ਨਹੀਂ ਛਕਣਾ। ਇੱਥੇ ਬੈਠੇ ਆਪਾਂ ਵੀ। ਭਾਈ ਗੁਰਦਾਸ ਜੀ ਲਿਖਦੇ ਇਹ, ਕਹਿੰਦੇ ਭਗਤ ਧੰਨੇ ਨੇ ਆਖਿਆ ਤੁਸੀਂ ਛਕੋਗੇ ਤੇ ਮੈਂ ਛਕਣਾ, ਨਹੀਂ ਤੇ ਮੈਂ ਵੀ ਜੂਠਾ ਮੂੰਹ ਨਹੀਂ ਕਰਨਾ। ਹੁਣ ਪਰਮਾਤਮਾ ਨੇ ਵੇਖਿਆ ਇਹ ਤਾਂ ਬਹਿ ਕੇ ਆੜੀ ਕਰਕੇ ਤਾਂ ਹੁਣ ਮਰੂਗਾ, ਕਿਉਂਕਿ ਪਖੰਡ ਨਹੀਂ ਸੀ ਨਾ, ਫਰੇਮ ਥੋੜਾ ਸੀ। ਮਨੋਂ ਕਹਿ ਰਿਹਾ ਸੀ ਤੂੰ ਛਕਣਾ ਤੇ ਮੈਂ ਛਕਣਾ, ਨਹੀਂ ਤੇ ਮੈਂ ਵੀ ਨਹੀਂ ਛਕਣਾ। ਸੱਚ ਕਹਿ ਰਿਹਾ ਸੀ। ਜਦੋਂ ਭਗਤ ਜਦੋਂ ਗਏ ਨਾ ਉਹ ਸਾਈਂ ਭੀਖਣ ਜੀ ਪਟਨਾ ਸਾਹਿਬ ਦਰਸ਼ਨ ਕਰਨ ਮਹਾਰਾਜ ਦੇ ਚੜ੍ਹਦੇ ਵਸੀਦਾ ਕਰਕੇ, ਤਾਂ ਉਹ ਦਰਸ਼ਨ ਕਰਾਉਂਦੇ ਨਹੀਂ ਸੀ ਮਾਮਾ ਕਿਰਪਾਲ ਚੰਦ। ਮਾਤਾ ਨਾਨਕ ਜੀ ਨੇ ਆਖਿਆ ਨਾ ਜਿੰਨੀ ਦੇਰ ਗੁਰੂ ਤੇਗ ਬਹਾਦਰ ਸਾਹਿਬ ਜੀ ਨਹੀਂ ਆਉਂਦੇ ਆਪਾਂ ਦਰਸ਼ਨ ਨਹੀਂ ਕਰਾਉਣੇ ਕਿਸੇ ਨੂੰ ਵੀ। ਤਾਂ ਉਹ ਭੀਖਣ ਕਹਿੰਦਾ ਭੀਖਣ ਸ਼ਾਹ ਕਹਿੰਦਾ ਮੈਂ ਇੰਨੀ ਦੂਰੋਂ ਆਇਆ, ਸੈਂਕੜੇ ਮਰੀਜ਼ ਨਾਲ ਲੈ ਕੇ, ਤੇ ਇਹਨਾਂ ਦੇ ਦਰਸ਼ਨ ਕਰਨ ਆਇਆ, ਮੈਨੂੰ ਦਰਸ਼ਨ ਕਰਾਓ। ਤੇ ਮਾਮਾ ਕਿਰਪਾਲ ਚੰਦ ਜੀ ਨੇ ਆਖਿਆ ਨਹੀਂ ਦਰਸ਼ਨ ਅਸੀਂ ਕਰਾ ਨਹੀਂ ਸਕਦੇ, ਕਿਉਂਕਿ ਇਹਨਾਂ ਦੇ ਪਿਤਾ ਜੀ ਅਜੇ ਗਏ ਪੂਰਬ ਵੱਲ ਨੂੰ, ਆਉਣਗੇ ਤੇ ਦਰਸ਼ਨ ਕਰਾਵਾਂਗੇ, ਕਿਸੇ ਨੂੰ ਵੀ ਨਹੀਂ ਕਰਾ ਰਹੇ। ਤਾਂ ਉਹਨੇ ਆਖਿਆ ਨਹੀਂ ਮੈਨੂੰ ਕਿਸੇ ਦਾ ਨਹੀਂ ਮਤਲਬ, ਮੈਂ ਦੇਖੋ ਕਿੱਥੋਂ ਆਇਆ ਤੇ ਮੈਂ ਦਰਸ਼ਨ ਕਰਨੇ ਆ। ਤਾਂ ਉਹਨਾਂ ਨੇ ਮਾਤਾ ਨਾਨਕ ਜੀ ਨੇ ਕਿਰਪਾਲ ਚੰਦ ਜੀ ਨੂੰ ਆਖਿਆ ਮਹਾਰਾਜ ਮਾਮਾ ਜੀ ਨੂੰ ਵੀ ਤੁਸੀਂ ਇਉਂ ਕਰੋ, ਕਾਫੀ ਸਾਰੀ ਭੇਟਾ ਦਿਓ ਇਹਨੂੰ, ਤੁਸੀਂ ਭੀਖਣ ਸ਼ਾਹ ਨੂੰ, ਤੇ ਫਕੀਰ ਸਤਿਕਾਰਯੋਗ ਹੈ, ਲੇਕਿਨ ਆਪਾਂ ਦਰਸ਼ਨ ਨਹੀਂ ਕਰਾਉਣੇ ਜਿੰਨੀ ਦੇਰ ਗੁਰੂ ਤੇਗ ਬਹਾਦਰ ਸਾਹਿਬ ਜੀ ਨਹੀਂ ਆਉਂਦੇ, ਪਤਾ ਨਹੀਂ ਹੁੰਦਾ ਕਿਸੇ ਦਾ। ਤਾਂ ਉਹ ਮਾਮਾ ਕਿਰਪਾਲ ਚੰਦ ਜੀ ਨੇ ਥਾਲੀ 'ਚ ਇੱਕ ਜਵਾਵਾ ਸਾਰਾ ਧਨ ਪਾਇਆ, ਤੇ ਕਹਿੰਦੇ ਲਓ ਮਹਾਰਾਜ ਆ ਸਾਡੇ ਲਈ ਸਰੋਪਾ ਲਓ, ਤੇ ਤੁਸੀਂ ਹੋਰ ਜੋ ਸੇਵਾ ਕਰੋ ਤਾਂ ਦੱਸੋ ਕਰਦੇ ਨੇ, ਲੇਕਿਨ ਅਸੀਂ ਦਰਸ਼ਨ ਨਹੀਂ ਕਰਾਉਣੇ ਬਾਲਾ ਪ੍ਰੀਤਮ ਜੀ ਦੇ। ਤਾਂ ਉਹ ਅੱਗੇ ਭੀਖਣ ਸ਼ਾਹ ਪਤਾ ਜੋ ਕਹਿੰਦਾ, ਇਹ ਸੁਣ ਕੇ ਮਾਮਾ ਕਿਰਪਾਲ ਧਨ ਦਾ ਭਰ ਲੈ ਆਇਆ ਥਾਲ ਅੱਗੇ ਭੀਖਣ ਸ਼ਾਹ ਜੀ ਮੈਨੂੰ ਨਹੀਂ ਸੌਦਾ ਮਨਜ਼ੂਰ, ਮੈਂ ਤੱਕਣਾ ਅੱਲਾ ਦਾ ਨੂਰ, ਜੇ ਤੱਕਿਆ ਤਾਂ ਘਰ ਜਾਵਾਂਗਾ, ਨਹੀਂ ਤੇ ਇੱਥੇ ਮਰ ਜਾਵਾਂਗਾ। ਉਹ ਕਹਿੰਦਾ ਮੈਂ ਉੱਥੋਂ ਚੱਲ ਕੇ ਆਇਆ, ਇਹ ਖੇਡ ਨਹੀਂ ਹੈਗੀ, ਮੈਂ ਮਹਾਰਾਜ ਦੇ ਦਰਸ਼ਨ ਕਰਨ ਆਇਆ, ਇਹਨੇ ਮਰੀਦਾਂ ਨੂੰ ਲੈ ਕੇ ਦਰਸ਼ਨ ਕਰਾਓਗੇ ਤੇ ਨਹੀਂ ਤੇ ਮੈਂ ਪਾਣੀ ਰੋਟੀ ਛੱਡੀ ਇੱਥੇ ਮਾਰੀ ਜਾਣਾ ਮੈਂ ਤੁਹਾਡੇ ਦੇ। ਫਿਰ ਮਾਮਾ ਕਿਰਪਾਲ ਹੈ ਮਾਤਾ ਜੀ ਉਹ ਫਰੇਬ ਨਹੀਂ ਜੇ ਕਰਦਾ, ਉਹ ਅਸਲੀ ਬੰਦਾ ਹੈ ਗੁਰਮੁਖ। ਉਹ ਕਹਿੰਦਾ ਮੈਂ ਜਲ ਪਾਣੀ ਨਹੀਂ ਛਕਣਾ ਜੇ ਮੈਨੂੰ ਮਹਾਰਾਜ ਦੇ ਦਰਸ਼ਨ ਨਾ ਕਰਾਏ। ਫਿਰ ਮਾਤਾ ਨਾਨਕ ਨੇ ਆਖਿਆ ਚੰਗਾ ਆਪਣੇ ਹੱਥਾਂ 'ਚ ਰੱਖ ਕੇ ਲੈ ਜਾਓ ਤੇ ਕਰਾ ਦਿਓ ਦਰਸ਼ਨ। ਫਿਰ ਉਹਨੇ ਦੋ ਕੁਜੀਆਂ ਦੇ ਉਹ ਸਾਰੀ ਅੱਗੇ ਤੁਹਾਨੂੰ ਸਾਖੀ ਪਤਾ, ਝੂਠ ਥੋੜਾ ਬੋਲਦਾ। ਭਗਤਾਂ ਨੇ ਆਖਿਆ ਜੇ ਤੂੰ ਨਹੀਂ ਛਕਣਾ ਮੈਂ ਨਹੀਂ ਛਕਣਾ। ਫਿਰ ਕਹਿੰਦੇ ਗੁਸਾਈ ਪ੍ਰਤੱਖ ਹੋਏ, ਰੋਟੀ ਖਾਏ ਸ਼ਾਹੇ ਮੋਹ ਲਾਵੇ। ਭਾਈ ਗੁਰਦਾਸ ਜੀ ਕਹਿੰਦੇ ਪ੍ਰਗਟ ਹੋਇਆ ਪਰਮਾਤਮਾ, ਰੋਟੀ ਖਾਧੀ, ਲੱਸੀ ਪੀਤੀ। ਭਗਤਾਂ ਨੇ ਆਖਿਆ ਦੱਸ ਹੁਣ ਮੈਂ ਆ ਗਿਆ ਕੀ ਕਰਨਾ ਆ ਗਿਆ ਨਾ। ਫਿਰ ਉਹ ਇਹ ਵਿਦ ਸੁਣ ਕੇ ਜਾਟ ਰੋਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡ ਭਾਗਾ। ਪੰਜਵੇਂ ਪਾਤਸ਼ਾਹ ਕਹਿੰਦੇ ਗੁਰੂ ਕੋ ਸੁਣ ਕੇ ਮਨ 'ਚ ਚਾਅ ਪੈਦਾ ਹੁੰਦਾ, ਸੁਣਨੀ ਪੈਂਦੀ ਵਿਆਖਿਆ, ਭਗਤਾਂ ਦੀ ਜੀਵਨ ਦੀ ਵਿਆਖਿਆ ਸੁਣਨੀ ਪੈਂਦੀ ਹੈ। ਜੇ ਮਹਾਰਾਜ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ, ਵਿਆਖਿਆ ਕੋਈ ਦੱਸੂ ਤੇ ਪਤਾ ਲੱਗੂ ਕਿੰਨਾ ਮਹਾਨ ਅੰਮ੍ਰਿਤ ਹੈ, ਨਹੀਂ ਤੇ ਆਪਾਂ ਕਹਿੰਦੇ ਜੀਵਨ ਚੱਲ ਰਿਹਾ ਸੋਹਣਾ ਚੱਲ ਰਿਹਾ, ਕੀ ਫਰਕ ਹੈ ਜੀ? ਜਿਹੜਾ ਫਰਕ ਹੈ ਉਹ ਤਾਂ ਕੋਈ ਦੱਸੂਗਾ ਗੁਰਮੁਖ ਵਿਆਖਿਆ ਕਰਕੇ ਤੇ ਪਤਾ ਚੱਲੇਗਾ ਨਾ। ਸੁਣਨਾ ਪੈਂਦਾ ਗੁਰਮੁਖੋ, ਸਤ ਸੰਗਤ ਤਾਂ ਹੀ ਮਹਾਨ ਹੈ। ਵੀ ਇਹਦੇ ਵਿੱਚ ਜਦੋਂ ਆਪਾਂ ਮਹਾਰਾਜ ਦੀ ਵਡਿਆਈ ਸੁਣਦੇ, ਕੌਤਕ ਸੁਣਦੇ, ਫਿਰ ਮਨ 'ਚ ਚੱਲ ਪੈਦਾ ਹੁੰਦਾ ਅੱਛਾ ਜੇ ਇੰਨੀ ਕਿਰਪਾ ਮਹਾਰਾਜ ਕਰਦੇ ਸਾਨੂੰ ਵੀ ਨਿਤਨੇਮ ਕਰਨਾ ਚਾਹੀਦਾ ਭਾਈ। ਅਸੀਂ ਵੀ ਮਹਾਰਾਜ ਦੀ ਬਥੇਰਾ ਜੀਵਨ ਜੀ ਲਿਆ ਆਪਣੀ ਮਰਜ਼ੀ ਨਾਲ, ਹੁਣ ਥੋੜਾ ਗੁਰੂ ਸਾਹਿਬ ਜੀ ਦੇ ਕਹੇ ਅਨੁਸਾਰ ਚੱਲ ਕੇ ਦੇਖਦੇ ਫਿਰ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਦੀ ਕਿਰਪਾ ਦੇ ਪਾਤਰ ਬਣਦਾ। ਸੋ ਸਤਿਗੁਰੂ ਜੀ ਕਿਰਪਾ ਕਰਨ। ਇਹ ਅੰਮ੍ਰਿਤ ਦਾ ਬਾਟਾ ਤਿਉਹਾਰ ਹੋਣਾ ਆਉਣ ਵਾਲੇ ਦਿਨਾਂ 'ਚ। ਸੋ ਜਿਨ੍ਹਾਂ ਗੁਰਮੁਖਾਂ ਨੇ ਵੀ ਨਹੀਂ ਛਕਿਆ ਗੁਰਮੁਖੋ ਜ਼ਰੂਰ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਆਪਾਂ ਆਪਣਾ ਜੀਵਨ ਸਫਲਾ ਕਰੀਏ, ਜ਼ਰੂਰ ਸਫਲਾ ਕਰੀਏ। ਸਤਿਗੁਰੂ ਜੀ ਦੀ ਕਿਰਪਾ ਵਾਪਰਦੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਪਾਤਰ ਬਣ ਲਈ ਇਹੀ ਵਿਧੀ, ਕਿਉਂਕਿ ਆਪਾਂ ਸਿੱਖਾਂ ਦੇ ਘਰੇ ਜੰਮੇ ਆ ਨਾ। ਹਰ ਮਜ਼ਹਬ ਦਾ ਆਪਣਾ ਆਪਣਾ ਸਾਧ ਸੰਗਤ ਜੀ ਤੌਰ ਤਰੀਕਾ, ਬਸ ਗੁਰੂ ਸਾਹਿਬ ਜੀ ਨੇ ਸਾਡੇ ਤੇ ਇਹੀ ਕਿਰਪਾ ਕੀਤੀ। ਸੋ ਸਤਿਗੁਰੂ ਜੀ ਰਹਿਮਤ ਕਰਨ, ਗੁਰੂ ਵਾਲੇ ਜਪ ਕੇ ਗੁਰੂ ਆਪਾਂ ਕਰਨਾ, ਜਿਸ ਕਰਕੇ ਆਪਣਾ ਇਹ ਸੰਸਾਰੀ ਜੀਵਨ ਦੇ ਨਾਲ ਨਾਲ ਪਰਮਾਰਥੀ ਜੀਵਨ ਵੀ ਸਤਿਗੁਰੂ ਜੀ ਸਫਲ ਕਰਦੇ ਨੇ ਜੀ। ਬਹੁਤ ਬਹੁਤ ਧੰਨਵਾਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਗੁਰਮੁਖਾਣੇ ਸਾਹਿਬ ਸੁਣਨ ਜੀ ਬਹੁਤ ਮੈਂ ਕਹਿੰਦਾ ਕਿਰਪਾ ਕੀਤੀ ਆਪ ਸਾਰੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ, ਸਤ ਸੰਗਤ ਕਰਨ ਦਾ, ਵਾਹਿਗੁਰੂ ਜੀ ਦੀ ਉਸਤਤ ਸੋਭਾ ਕਰਨ ਦਾ ਆਪਾਂ ਨੂੰ ਸੁਭਾਗ ਪ੍ਰਾਪਤ ਹੋਇਆ। ਮਹਾਰਾਜ ਇਸੇ ਤਰ੍ਹਾਂ ਕਿਰਪਾ ਕਰੀ ਰੱਖਣ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਲੇਖਾ ਕਤੇ ਨਾ ਛੁੱਟੀ ਜਾਏ, ਖੰਖਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ।